स्वागत है पीटीसी न्यूज़ ਦੇ ਸਾਰੇ ਦਰਸ਼ਕਾਂ ਦਾ। ਮੈਂ ਹਰਪ੍ਰੀਤ ਸਿੰਘ। ਤੁਸੀਂ ਦੇਖ ਰਹੇ ਹੋ ਕਿ ਏਆਈ ਵਾਰਸ ਐਂਡ ਕੇਬਲਸ ਵਿਚਾਰ ਤਕਰਾਰ ਇੱਕ ਅਹਿਮ ਮੁੱਦੇ ਤੇ ਵਿਚਾਰ ਤਕਰਾਰ ਲੈ ਕੇ ਹਾਜ਼ਰ ਹੋਏ ਹਾਂ। 2022 ਦੀਆਂ ਜਿਵੇਂ ਚੋਣਾਂ ਨੇੜੇ ਆ ਰਹੀਆਂ ਨੇ, ਇਹ ਅਕਸਰ ਹੀ ਹੁੰਦਾ। ਚੋਣਾਂ ਤੋਂ ਪਹਿਲਾਂ ਬੜੇ ਸਾਰੇ ਗੱਠਜੋੜ ਬਣਦੇ ਨੇ, ਪਾਰਟੀਆਂ ਟੁੱਟਦੀਆਂ ਨੇ, ਪਾਰਟੀਆਂ ਬਣਦੀਆਂ ਨੇ। ਪਰ ਹਾਲ ਹੀ ਦੇ ਵਿੱਚ ਇੱਕ ਅਜਿਹਾ ਗੱਠਜੋੜ ਹੋਇਆ ਜਿਸ ਨੇ ਘੱਟੋ ਘੱਟ ਜਿਹੜੀ ਸਥਿਰਤਾ ਚੱਲ ਰਹੀ ਸੀ ਪੰਜਾਬ ਦੇ ਵਿੱਚ ਇਲੈਕਸ਼ਨ ਨੂੰ ਲੈ ਕੇ, ਜਾਂ ਜਿਹੜਾ ਗਣਿਤ ਬਣਾਇਆ ਜਾ ਰਿਹਾ ਸੀ ਉਸ ਨੂੰ ਪੁੱਠਾ ਜ਼ਰੂਰ ਪਾ ਦਿੱਤਾ, ਜਾਂ ਜਿਹੜੇ ਸਰਵੇ ਹੋ ਚੁੱਕੇ ਸੀਗੇ ਉਹਨਾਂ ਨੂੰ ਵਕਤ ਜ਼ਰੂਰ ਪਾ ਦਿੱਤਾ ਕਿ ਦੁਬਾਰਾ ਹੁਣ ਸਰਵੇ ਕਰਨੇ ਪੈਣੇ ਨੇ, ਕਿਉਂਕਿ ਗਣਿਤ ਹੈ ਜਿਹੜਾ ਉਹ ਵਿਗੜਦਾ ਬਣਦਾ ਹੋਇਆ ਨਜ਼ਰ ਆ ਰਿਹਾ। ਅਕਾਲੀ ਦਲ ਵੱਲੋਂ ਬਸਪਾ ਦੇ ਨਾਲ ਹੱਥ ਮਿਲਾਇਆ ਗਿਆ, ਗੱਠਜੋੜ ਬਣਾਇਆ ਗਿਆ। ਇਹ ਉਹੀ ਗੱਠਜੋੜ ਸੀਗਾ ਜਿਹੜਾ 1996 ਦੇ ਵਿੱਚ ਵੀ ਬਣਿਆ ਸੀਗਾ ਔਰ ਇੱਕ ਰਿਕਾਰਡ ਜਿੱਤ ਦਰਜ ਕੀਤੀ ਸੀਗੀ। ਲੋਕ ਸਭਾ ਇਲੈਕਸ਼ਨ ਸੀਗੀਆਂ, 13 ਦੇ ਵਿੱਚੋਂ 11 ਸੀਟਾਂ ਇਸ ਗੱਠਜੋੜ ਨੇ ਜਿੱਤੀਆਂ ਸੀ। ਉਸ ਤੋਂ ਬਾਅਦ ਇਹ ਗੱਠਜੋੜ ਟੁੱਟ ਗਿਆ, ਜਿਸ ਤੋਂ ਬਾਅਦ ਅਕਾਲੀ ਦਲ ਵੱਲੋਂ ਬੀਜੇਪੀ ਨਾਲ ਹੱਥ ਮਿਲਾ ਲਿਆ ਗਿਆ। 9 ਮਾਸ ਦਾ ਰਿਸ਼ਤਾ ਸੀਗਾ, ਉਹ 9 ਮਾਸ ਦਾ ਰਿਸ਼ਤਾ ਵੀ ਟੁੱਟ ਗਿਆ। ਹੁਣ ਇਸ ਨਾਲ ਪਤਾ ਨਹੀਂ ਕਿਹੜਾ ਰਿਸ਼ਤਾ ਹੋਏਗਾ, ਇਸ ਬਾਰੇ ਵੀ ਚਰਚਾ ਕਰਾਂਗੇ। ਕੀ ਸਮੀਕਰਨ ਬਣਨਗੇ, ਵਿਗੜਨਗੇ? ਕੀ ਮਜਬੂਰੀ ਸੀ ਅਕਾਲੀ ਦਲ ਦੀ, ਜਾਂ ਬਸਪਾ ਨੂੰ ਮੁੜ ਸੁਰਜੀਤ ਕਰਨ ਦੀ ਕੋਈ ਜ਼ਿੰਮੇਵਾਰੀ ਸੀ? ਇਸ ਤੇ ਚਰਚਾ ਕਰਾਂਗੇ। ਸਾਡਾ ਖਾਸ ਮਹਿਮਾਨ ਜੁੜੇ ਹੋਏ ਨੇ ਸਿਕੰਦਰ ਸਿੰਘ ਮਲੂਕਾ ਸਾਹਿਬ, ਸੀਨੀਅਰ ਆਗੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਕਿਸਾਨ ਵਿੰਗ ਦੇ ਪ੍ਰਧਾਨ ਵੀ ਨੇ। ਬਹੁਤ ਸਵਾਗਤ ਹੈ ਮਲੂਕਾ ਸਾਹਿਬ ਤੁਹਾਡਾ। ਮੇਰੇ ਵੱਲੋਂ ਵੀ ਹਰਪ੍ਰੀਤ ਸਿੰਘ ਜੀ ਤੁਹਾਡਾ ਤੇ ਸਾਰੇ ਪੀਟੀਸੀ ਟੀਮ ਦਾ, ਸਾਰੇ ਵਰਕਰਾਂ ਦਾ ਬਹੁਤ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਮਲੂਕਾ ਸਾਹਿਬ, ਮੈਂ ਸਭ ਤੋਂ ਪਹਿਲਾਂ ਇੱਕ ਅਹਿਮ ਸਵਾਲ ਜਿਹੜਾ ਹਰੇਕ ਦੇ ਜ਼ਿਹਨ ਦੇ ਵਿੱਚ ਆਊਗਾ, ਜਦੋਂ ਤੁਹਾਡਾ ਬੀਜੇਪੀ ਦੇ ਨਾਲ ਗੱਠਜੋੜ ਟੁੱਟਿਆ, ਜਦੋਂ ਤੁਸੀਂ ਗੱਠਜੋੜ ਤੋੜਿਆ, ਘੱਟੋ ਘੱਟ ਉਹ ਸੀਟਾਂ ਜਿਹੜੀਆਂ ਬੀਜੇਪੀ ਕੋਲ ਸਨ, ਉੱਥੇ ਜਿਹੜਾ ਤੁਹਾਡਾ ਅਕਾਲੀ ਦਲ ਦਾ ਵਰਕਰ ਕਾਡਰ ਸੀਗਾ ਉਹਨੂੰ ਬੜੀ ਖੁਸ਼ੀ ਹੋਈ ਹੋਣੀ ਹੈ ਕਿ ਚਲੋ ਸਾਡਾ ਦਾ ਲੱਗੇਗਾ, ਹੁਣ ਅਕਾਲੀ ਦਲ ਚੋਣਾਂ ਲੜੂਗਾ, 117 ਸੀਟਾਂ ਤੇ ਲੜੂਗਾ। ਐਸੀ ਕੀ ਮਜਬੂਰੀ ਤੁਹਾਡੀ ਹੋ ਗਈ ਸੀ ਕਿ ਤੁਹਾਨੂੰ ਬਸਪਾ ਦੇ ਨਾਲ ਗੱਠਜੋੜ ਕਰਨਾ ਪਿਆ? ਕੀ ਅਕਾਲੀ ਦਲ ਇਕੱਲੇ ਤੌਰ ਤੇ 117 ਸੀਟਾਂ ਨਹੀਂ ਲੜ ਸਕਦਾ ਸੀ? ਨਹੀਂ, ਅਕਾਲੀ ਦਲ 117 ਸੀਟਾਂ ਲੜਨ ਦੇ ਸਮਰਥ ਹੈ, ਇਹਦੇ 'ਚ ਕੋਈ ਦੋ ਰਿਹਾ ਨਹੀਂ। ਅਕਾਲੀ ਦਲ ਹੋਰ ਥਾਂ ਤੇ ਚੋਣਾਂ ਵੀ ਲੜਨ ਦੇ, ਜਿਵੇਂ ਹਰਿਆਣਾ ਹੈ, ਯੂਪੀ ਹੈ, ਰਾਜਸਥਾਨ ਹੈ, ਲੜਨ ਦੇ ਸਮਰਥ ਹੈ। ਇਹ ਨਹੀਂ ਕਿ ਲੜਨ ਦੇ ਸਮਰਥ ਨਹੀਂ ਹੈਗਾ, ਪਰ ਕਈ ਸਥਿਤੀਆਂ ਵੇਖਣੀਆਂ ਪੈਂਦੀਆਂ ਨੇ ਜੋ ਪੰਜਾਬ ਦੇ ਹਾਲਾਤ ਨੇ। ਜਿਵੇਂ ਹੁਣ ਭਾਰਤੀ ਜਨਤਾ ਪਾਰਟੀ ਤੋਂ ਸਾਡਾ ਤੋੜ ਵਿਛੋੜਾ ਹੋ ਗਿਆ, ਉਦੋਂ ਬਾਅਦ ਪੰਜਾਬ ਦੇ ਹਾਲਾਤ ਮੰਗਦੇ ਨੇ ਕਿ ਇੱਥੇ ਕੋਈ ਸਥਾਈ ਸਰਕਾਰ ਦਿੱਤੀ ਜਾਵੇ, ਜਿਹੜੀ ਕਿ ਪੰਜਾਬ ਦਾ ਜਿਹੜਾ ਇਸ ਵੇਲੇ ਪੈਂਡਾ ਖਰਾਬ ਹੋਇਆ, ਸਾਰਾ ਆਪਣਾ ਦਬੜੀ ਵਾਲਾ ਮਾਹੌਲ ਹੈ। ਮੁਲਾਜ਼ਮ ਦੁਖੀ ਨੇ, ਕਿਸਾਨ ਦੁਖੀ ਨੇ, ਵਪਾਰੀ ਦੁਖੀ ਨੇ, ਮੁੱਖ ਮੰਤਰੀ ਜੀ ਆਪਦੇ ਘਰ ਤੋਂ ਬਾਹਰ ਨਹੀਂ ਨਿਕਲਦੇ। ਇੱਕ ਸੀ ਕਿ ਇੱਕ ਚੰਗੀ ਸਰਕਾਰ ਆਉਣ ਵਾਲੇ ਸਮੇਂ 'ਚ ਦਿੱਤੀ ਜਾਵੇ। ਤੁਹਾਨੂੰ ਭਰੋਸਾ ਨਹੀਂ ਵੀ ਤੁਸੀਂ ਇਕੱਲੀ ਸਥਿਰ ਸਰਕਾਰ ਦੇ ਸਕਦੇ? ਤੁਸੀਂ ਉਸ ਪਾਸੇ ਨਹੀਂ। ਮੈਂ ਕਹਿੰਦਾ ਵੀ ਵੇਖੋ, ਇੱਕ ਤੇ ਇੱਕ 2 11 ਹੋ ਜਾਂਦੇ ਆ, ਸਿਆਣੇ ਕਹਿੰਦੇ। ਜਿੰਨਾ ਮਰਜ਼ੀ ਤਕੜੇ ਹੋਈਏ ਤੇ ਜੇ ਹੋਰ ਤਕੜੇ ਹੋ ਜਾਣਗੇ ਹਰਜ ਵੀ ਕੀ ਹੈ? ਵੇਖੋ, ਇਹ ਪਾਰਟੀਆਂ ਜਿਹੜੀਆਂ ਜਿਵੇਂ ਬਸਪਾ ਲੈ ਲਓ ਜਾਂ ਕਮਿਊਨਿਸਟ ਪਾਰਟੀਆਂ ਲੈ ਲਓ, ਦੋਨੇ ਇਹਨਾਂ ਦੀ ਭਾਵੇਂ ਆਪ ਇਹਨਾਂ ਦੀ ਕੱਲਿਆਂ ਦੀ ਕੈਪੈਸਿਟੀ ਨਹੀਂ ਸੀ ਹਲੇ ਅਸੈਂਬਲੀ 'ਚ ਪਹੁੰਚਣ ਦੀ। ਜਦੋਂ ਵੀ ਪਹੁੰਚੇ ਇਹ ਸਾਡੇ ਨਾਲ ਰਲ ਕੇ ਪਹੁੰਚੇ ਆ। ਚਾਹੇ ਬਸਪਾ ਲੈ ਲਓ, ਬਾਈਕਾਟ ਦੇ ਵਿੱਚ ਤਾਂ ਸਥਿਤੀ ਹੋਰ ਸੀਗੀ, ਤੇ ਪਹਿਲਾਂ ਕਮਿਊਨਿਸਟ ਪਾਰਟੀ ਨਾਲ ਵੀ ਅਸੀਂ 67 ਤੋਂ ਲੈ ਕੇ 80 ਤੇ ਲੜਦੇ ਰਹੇ ਇਕੱਠੇ। ਸਾਡਾ ਕੋਈ ਆਪ ਦੀ ਅਸੂਲੀ ਤੌਰ ਤੇ ਮਤਭੇਦ ਨਹੀਂ। ਰੌਲਾ ਉਹਨਾਂ ਦਾ ਵੀ ਬੀਜੇਪੀ ਹੋਈ ਸੀਗਾ, ਕਮਿਊਨਿਸਟਾਂ ਦਾ ਵੀ, ਬਸਪਾ ਦਾ ਵੀ ਰੌਲਾ ਬੀਜੇਪੀ ਸੀਗਾ, ਭਾਰਤੀ ਜਨਤਾ ਪਾਰਟੀ ਵੀ। ਇਹਨਾਂ ਨੂੰ ਛੱਡੋ ਫੇਰ ਹੈ। ਸੋ ਉਹ ਹੁਣ ਤੋੜ ਵਿਛੋੜਾ ਕਿਸਾਨੀ ਮਸਲੇ ਤੇ ਹੋ ਗਿਆ ਜਿਹੜਾ ਹੈਗਾ। ਸੋ ਅਸੀਂ ਚਾਹੁੰਦੇ ਸੀ ਕਿ ਜਿਹੜੇ ਛੋਟੀਆਂ ਪਾਰਟੀਆਂ ਉਹਨਾਂ ਨੂੰ ਨਾਲ ਲੈ ਕੇ ਚੱਲੀਏ, ਉਹਨਾਂ ਨੂੰ ਵੀ ਸਾਹਸ ਹੋਵੇ ਥੋੜਾ ਬਹੁਤਾ। ਸੋ ਇਸ ਕਰਕੇ ਅਸੀਂ ਸਮਝੌਤਾ ਜਿਹੜਾ ਕੀਤਾ ਕਿ ਜਿਹੜਾ ਆਉਣ ਵਾਲਾ ਪੰਜਾਬ ਹੈਗਾ, ਇਹਨੂੰ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਦੀ ਅਗਵਾਈ ਦੇ ਥੱਲੇ ਇੱਕ ਵਧੀਆ ਸਰਕਾਰ ਦਿੱਤੀ ਜਾਵੇ, ਕਿਉਂਕਿ ਉਹਨਾਂ ਦੇ ਵਿੱਚ ਵੀ ਕੰਮ ਕਰਨ ਦੀ ਸ਼ਕਤੀ ਹੈ। ਪਿਛਲੇ ਸਮੇਂ ਜਿਹੜਾ ਉਹਨਾਂ ਨੇ ਕੰਮ ਕੀਤਾ, ਚਾਹੇ ਸੜਕਾਂ ਦਾ ਲੈ ਲਓ ਕੀਤਾ, ਚਾਹੇ ਬਿਜਲੀ ਦਾ ਕੀਤਾ, ਜੋ ਵਾਅਦੇ ਕੀਤੇ ਸੀ ਵੀ ਸੜਕਾਂ ਵਧੀਆ ਬਣਾ ਦਿਆਂਗੇ, ਬਿਜਲੀ ਪੂਰੀ ਕਰ ਦਿਆਂਗੇ, ਪਿੰਡਾਂ 'ਚ ਸੇਵਾ ਕੇਂਦਰਾਂ ਦਾ ਖੋਲ ਦੇਣਾ, ਜਿਹੜੇ ਕਿੰਨਾ ਜਿਵੇਂ ਕੰਮ ਗਿਣਨ ਲੱਗਾ ਜ਼ਿਆਦਾ ਟਾਈਮ ਲੱਗ ਜੂਗਾ। ਇੰਨੇ ਕੰਮ ਕੀਤੇ ਜ਼ਿਆਦਾ ਪਿਛਲੀ ਸਰਕਾਰ ਦੇ, ਉਹ ਕੰਮਾਂ ਕਰਕੇ ਅਸੀਂ ਕਹਿੰਦੇ ਵੀ ਇਹਨਾਂ ਕੰਮਾਂ ਨੂੰ ਅੱਗੇ ਤੋਰਿਆ ਜਾਵੇ ਸਾਰਿਆਂ ਨੂੰ, ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ। ਬਸਪਾ ਹੀ ਲਾਸਟ ਆਪਸ਼ਨ ਸੀ ਤੁਹਾਡੇ ਕੋਲ? ਬੀਜੇਪੀ ਨਾਲ ਤੁਸੀਂ ਗੱਠਜੋੜ ਤੋੜ ਚੁੱਕੇ ਹੋ, ਆਮ ਆਦਮੀ ਪਾਰਟੀ, ਕਾਂਗਰਸ ਤੁਸੀਂ ਰਲਾ ਨਹੀਂ ਸਕਦੇ, ਇੱਕ ਬਸਪਾ ਹੀ ਤੁਹਾਡੇ ਕੋਲ ਇੱਕ ਆਪਸ਼ਨ ਸੀ ਜਿਹਨੂੰ ਤੁਸੀਂ ਰਲਾਇਆ। ਨਹੀਂ, ਵੇਖੋ ਫਿਰ ਉਹੀ ਗੱਲ ਫਿਰ ਆ ਗਈ ਨਾ, ਕਾਂਗਰਸ ਨਾਲ ਕਦੇ ਵੀ ਨਹੀਂ ਹੋਏਗਾ ਸਾਡਾ। ਜਿਹੜੀ ਆਮ ਆਦਮੀ ਪਾਰਟੀ ਆ ਉਹਦਾ ਭਵਿੱਖ ਕੋਈ ਪੰਜਾਬ 'ਚ ਇਦੋਂ ਬਾਅਦ ਹੈ ਨਹੀਂ। ਤੁਸੀਂ ਵੇਖ ਲਓ, ਰਿਜ਼ਲਟ 22 'ਚ ਮੂਹਰੇ ਆ ਜਾਣਗੇ। ਮੇਰੇ ਕਹਿਣ ਨਾਲ ਨਾ ਵਧਣਾ ਨਾ ਘਟਣਾ ਹੈ, ਪਰ ਇਹ ਬਿਲਕੁਲ ਨਹੀਂ ਆਏਗਾ। ਇਹਨਾਂ ਦਾ ਬਹੁਤ ਭਵਿੱਖ ਹੁਣ ਪੰਜਾਬ ਦੇ ਵਿੱਚ ਇਸ ਵੇਲੇ ਹੈ ਨਹੀਂਗਾ, ਕਿਉਂਕਿ ਇਹਦੇ ਬੰਦੇ ਹੀ ਭੱਜੀ ਜਾਂਦੇ, ਹਲੇ ਹੋਰ ਭੱਜਣਗੇ। ਸਾਡੇ ਨਾਲ ਵੀ ਟਾਈ ਅਪ ਸੀਗੇ, ਅਸੀਂ ਹਾਂ ਨਹੀਂ ਕੀਤੀ, ਫਿਰ ਹਲੇ ਬੰਦੇ ਕੁਝ ਹੋਰ ਕਾਂਗਰਸ ਵੱਲ ਜਾਣਗੇ। ਉਦੋਂ ਬਾਅਦ ਫਿਰ ਕੌਣ ਰਹਿ ਗਿਆ? ਫਿਰ ਭਾਰਤੀ ਜਨਤਾ ਪਾਰਟੀ ਨੇ ਤੋੜਤਾ ਸੀ, ਕਿਉਂਕਿ ਕਿਸਾਨੀ ਮੁੱਦੇ ਤੇ ਉਹਨਾਂ ਨੇ ਕਿਸਾਨਾਂ ਦੀ ਗੱਲ ਨਹੀਂ ਸੁਣੀ। ਫਿਰ ਤਾਂ ਪਾਰਟੀਆਂ ਬਸਪਾ ਰਹੇਗੀ ਤੇ ਜਾਂ ਕਮਿਊਨਿਸਟ ਪਾਰਟੀ, ਭਾਰਤੀ ਕਮਿਊਨਿਸਟ ਪਾਰਟੀ ਤੇ CPM, ਦੋਨੇ ਪਾਰਟੀਆਂ, ਉਹ ਤਿੰਨੇ ਪਾਰਟੀਆਂ ਰਹਿ ਗਈਆਂ। ਹੋਰ ਤਾਂ ਕੋਈ ਪਾਰਟੀ ਪੰਜਾਬ 'ਚ ਹੈ ਹੀ ਨਹੀਂ। ਪਰ ਤੁਹਾਨੂੰ ਨਹੀਂ ਲੱਗਦਾ ਮਲੂਕਾ ਸਾਹਿਬ, ਤੁਸੀਂ ਜਾਂ ਤੁਹਾਡੀ ਪਾਰਟੀ ਲਗਾਤਾਰ ਦਾਅਵੇ ਕਰਦੀ ਰਹਿੰਦੀ ਹੈ ਕਿ ਅਸੀਂ ਦਲਿਤ ਭਾਈਚਾਰੇ ਦੀ ਆਵਾਜ਼ ਹਮੇਸ਼ਾ ਬਣਦੇ ਹਾਂ, ਤੁਹਾਡੀ ਪਾਰਟੀ ਦੇ ਵਿੱਚ ਬਹੁਤ ਸਾਰੇ ਦਲਿਤ ਆਗੂ ਵੀ ਨੇ, ਤੁਸੀਂ ਇਕੱਲੇ ਇਹ ਦਾਅਵਾ ਕਰਦੇ ਰਹੇ ਹੋ ਕਿ ਅਸੀਂ ਸਮਰੱਥ ਹੈਗੇ ਹਾਂ ਦਲਿਤ ਭਾਈਚਾਰੇ ਦੀ ਆਵਾਜ਼ ਬਣਨ ਦੇ ਲਈ, ਦਲਿਤ ਭਾਈਚਾਰੇ ਨੂੰ ਇਨਸਾਫ ਦਿਵਾਉਣ ਦੇ ਲਈ, ਫਿਰ ਤੁਹਾਨੂੰ ਇੱਕ ਅਜਿਹੀ ਪਾਰਟੀ ਦੀ ਜ਼ਰੂਰਤ ਕਿਉਂ ਪੈ ਗਈ ਜਿਹੜੀ ਦਲਿਤਾਂ ਦੀ ਨੁਮਾਇੰਦਗੀ ਕਰਦੀ ਹੈ? ਨਹੀਂ, ਬੇਸਿਕਲ ਤੌਰ ਤੇ ਨਹੀਂ, ਪਰ ਤੁਹਾਡੀ ਪਾਰਟੀ ਜਿਹੜੇ ਦਲਿਤ ਆਗੂ ਹੈ ਉਹ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਨਗੇ। ਨਹੀਂ, ਕਦੇ ਅਕਾਲੀ ਦਲ ਵੇਖੋ, ਇਹ ਪਾਰਟੀ ਕਦੇ ਸੁਰੱਖਿਅਤ ਮਹਿਸੂਸ ਨਹੀਂ ਕੀਤਾ, ਅੱਜ ਤਾਈਂ ਨਾ ਕਰੇ। ਬੜੀ ਤਕੜਾ ਉਧਾਰ ਹੈ ਅਕਾਲੀ ਦਲ ਦਾ ਪਿੰਡਾਂ ਦੇ ਵਿੱਚ ਅੱਜ ਵੀ।
ਅਕਾਲੀ ਦਲ ਨੂੰ ਕਿਹਾ ਜਾਂਦਾ ਕਿ ਕਿਸਾਨਾਂ ਦੀ ਨੁਮਾਇੰਦਗੀ ਕਰਦੀ ਹੈ, ਹਾਲਾਂਕਿ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਦੇ ਹਾਂ। ਜਦੋਂ ਅਕਾਲੀ ਦਲ ਦਾ ਰਾਜ ਆ ਜਾਂਦਾ ਸਾਰੇ ਖੁਸ਼ ਹੁੰਦੇ ਨੇ, ਸੰਤੁਸ਼ਟ ਹੁੰਦੇ ਨੇ। ਇਵੇਂ ਜੇ ਉਹਨਾਂ ਤੇ ਲੱਗਦਾ ਲੈਵਲ ਕਿ ਉਹ ਦਲਤਾਂ ਦਾ ਕਰਦੇ ਨੇ। ਤੁਸੀਂ ਹੁਣ ਜਦੋਂ ਚੋਣਾਂ ਹੋਣਗੀਆਂ, ਅਕਾਲੀ ਦਲ ਵੀ ਸ਼ਡਿਊਲ ਜਿਹੜੀਆਂ ਰਿਜ਼ਰਵ ਸੀਟਾਂ ਉਹਨਾਂ ਤੇ ਲੜੇਗਾ, ਬਹੁਜਨ ਵਾਲੇ ਵੀ ਜਿਹੜੇ ਜਨਰਲ ਸੀਟਾਂ ਤੇ ਲੜਨਗੇ। ਅਸੀਂ ਪਹਿਲਾਂ ਵੀ ਇਹ ਨਹੀਂ ਹੁੰਦਾ ਬੀਬੀ ਗੁਲਸ਼ਨ ਨੂੰ ਅਸੀਂ ਜਨਰਲ ਸੀਟ ਤੋਂ ਲੜਾਉਂਦੇ ਰਹੇ ਹਾਂ, ਪਹਿਲਾਂ ਵੀ ਲੜਾਉਂਦੇ ਰਹੇ ਹਾਂ, ਫਿਰ ਕੋਈ ਫਰਕ ਨਹੀਂ ਪੈਂਦਾ। ਹੋਰ ਵੀ ਕਈ ਥਾਈਂ ਹੁੰਦਾ ਜਿੱਥੇ ਜਨਰਲ ਸੀਟ ਤੇ ਕਿਸੇ ਨਾ ਕਿਸੇ ਨੂੰ ਲੜਾ ਦੇਈਦਾ, ਜਾਂ ਐਡੀ ਗੱਲ ਨਹੀਂ ਹੈਗੀ ਨਾ। ਰਲ ਮਿਲ ਕੇ ਜਦੋਂ ਚੱਲਾਂਗੇ, ਦਲਿਤ ਵੀ ਸਾਡੇ ਆ, ਕਿਸਾਨ ਵੀ ਸਾਡੇ ਆ, ਵਪਾਰੀ ਮੁਲਾਜ਼ਮ ਸਾਰੇ ਸਾਡੇ। ਬੀਜੇਪੀ ਕਹਿੰਦੀ ਹੈ ਕਿ ਇੱਥੋਂ ਫਿਕਰ ਨਜ਼ਰ ਆਉਂਦਾ ਹੈ ਅਕਾਲੀ ਦਲ ਦਾ ਕਿ ਨਹੀਂ, ਚਿੰਤਾ ਦੇ ਵਿੱਚ ਅਕਾਲੀ ਦਲ। ਜਦੋਂ ਦਾ ਅਸੀਂ ਸੀਐਮ ਅਨਾਉਂਸ ਕੀਤਾ, ਦਲਿਤਾਂ ਦੇ ਪਿੱਛੇ ਪੈ ਗਏ ਅਕਾਲੀ ਦਲ ਵਾਲੇ ਕਿ ਦਲਿਤ ਸਾਡਾ ਭਾਈਚਾਰਾ, ਦਲਿਤ ਸਾਡਾ ਉਪ ਮੁੱਖ ਮੰਤਰੀ ਹੋਊਗਾ, ਦਲਿਤਾਂ ਦੇ ਲਈ ਅਸੀਂ ਆਹ ਕਰ ਦਿਆਂਗੇ, ਉਹ ਕਰ ਦਿਆਂਗੇ। ਹੁਣ ਤੁਹਾਨੂੰ ਹੋਰ ਕੋਈ ਵੋਟ ਨਹੀਂ ਨਜ਼ਰ ਆ ਰਹੀ, ਸਿਰਫ ਦਲਿਤਾਂ ਦੇ ਸਹਾਰੇ ਤੇ ਜਿੱਤਣਾ ਚਾਹੁੰਦੇ ਹੋ। ਨਹੀਂ ਵੇਖੋ ਹਰਪ੍ਰੀਤ ਜੀ, ਪਹਿਲੀ ਗੱਲ ਤਾਂ ਡਿਪਟੀ ਸੀਐਮ ਅਸੀਂ ਅਨਾਉਂਸ ਕੀਤਾ, ਪਹਿਲਾਂ ਉਹਨਾਂ ਨੇ ਨਹੀਂ ਕੀਤਾ, ਉਹਨਾਂ ਨੇ ਬਾਅਦ ਚ ਸੀਐਮ ਅਨਾਉਂਸ ਕੀਤਾ, ਪਹਿਲਾਂ ਅਸੀਂ ਕੀਤਾ। ਦੂਜੀ ਗੱਲ, ਉਹਨਾਂ ਨੂੰ ਸਾਡੀ ਫਿਕਰ ਨਹੀਂ ਕਰਨੀ ਚਾਹੀਦੀ, ਉਹਨਾਂ ਨੂੰ ਆਪ ਦੀ ਫਿਕਰ ਕਰਨੀ ਚਾਹੀਦੀ ਕਿ ਪੰਜਾਬ 'ਚ ਉਹਨਾਂ ਨੂੰ ਹੋਏਗਾ ਕਿਵੇਂ। ਹੁਣ ਲੋਕ ਤਾਂ ਘਰਾਂ ਤੋਂ ਬਾਹਰ ਨਹੀਂ ਨਿਕਲਣ ਦਿੰਦੇ, ਉਹ ਸਰਕਾਰ ਵੱਡੀ ਅਨਾਉਂਸਮੈਂਟ ਤਾਂ ਉਹਨਾਂ ਦੀ ਹੈ ਨਾ, ਉਹਨਾਂ ਨੇ ਤਾਂ ਸੀਐਮ ਅਨਾਉਂਸ ਕਰ ਦਿੱਤਾ ਜਨਾਬ, ਤੁਸੀਂ ਤਾਂ ਡਿਪਟੀ ਕਰ ਰਹੇ ਹੋ। ਉਹ ਤਾਂ ਕਹਿੰਦੇ ਮੁੱਖ ਮੰਤਰੀ ਬਣਾਵਾਂਗੇ ਅਸੀਂ। ਤੁਹਾਡੀ ਜੇਬ 'ਚ 5 ਰੁਪਏ ਹੀ ਹੈ ਨਹੀਂ ਤੇ ਤੁਸੀਂ ਕਹਿੰਦੇ ਮੈਂ 1000 ਵੰਡ ਦੂੰਗਾ, ਰੁਪਏ ਤੁਹਾਡੀ ਜੇਬ 'ਚ 5 ਨਹੀਂ ਹੈਗੇ, ਕਾਹਦੇ ਨਾਲ ਵੰਡ ਦੋਗੇ? ਸਰਕਾਰ ਚਲੋ ਦਲਿਤ ਵੋਟ ਤਾਂ ਲੈ ਜਾਣਗੇ ਫਿਰ ਉਹ। ਨਹੀਂ ਵੋਟ ਉੱਥੇ ਸੀਐਮ ਜੇ ਦਲਿਤ ਭਾਈਚਾਰੇ ਨੂੰ ਲੱਗੇ ਅਸੀਂ ਇਸ ਪਾਰਟੀ ਨੂੰ ਜਿਤਾਈਏ ਜਿਹੜਾ ਸਾਡਾ ਸੀਐਮ ਬਣਾ ਰਿਹਾ। ਹਰਪ੍ਰੀਤ ਜੀ, ਪੰਜਾਬ ਦਾ ਵੋਟਰ ਕਮਲਾ ਨਹੀਂ, ਬਹੁਤ ਸਭ ਤੋਂ ਸਿਆਣਾ ਵੋਟਰ ਪੰਜਾਬ ਦਾ ਹੈ। ਬੜੇ ਵੱਡੇ ਫੈਸਲੇ ਉਲਟ-ਪੁਲਟ ਕੀਤੇ ਪੰਜਾਬ ਦੇ ਵੋਟਰ ਨੇ, ਤੇ ਪੰਜਾਬ ਦੇ ਵੋਟਰ ਨੂੰ ਪਤਾ ਹੈ ਵੀ ਬੀਜੇਪੀ ਨੂੰ ਤਾਂ ਇੱਕ ਵੀ ਸੀਟ ਨਹੀਂ ਆਉਣੀ, ਤੇ ਦਲਿਤ ਮੁੱਖ ਮੰਤਰੀ ਕਾਹਦਾ? ਜੇ ਦਲਿਤ ਮੁੱਖ ਮੰਤਰੀ ਬਣਾਉਣਾ ਬੀਜੇਪੀ ਨੇ, ਮਰਦ ਬਣ ਫਿਰ ਹਰਿਆਣੇ 'ਚ ਬਣਾਉਣ, ਗੁਜਰਾਤ 'ਚ ਬਣਾ ਦੇਣ, ਮੱਧ ਪ੍ਰਦੇਸ਼ 'ਚ ਬਣਾ ਦੇਣ, ਯੂਪੀ 'ਚ ਬਣਾ ਦੇਣ, ਹਿਮਾਚਲ 'ਚ, ਜਿੱਥੇ ਇਹਨਾਂ ਦੀਆਂ ਸਰਕਾਰਾਂ ਉੱਥੇ ਕਿਉਂ ਨਹੀਂ ਬਣਾਉਂਦੇ? ਉੱਥੇ ਤਾਂ ਡਿਪਟੀ ਸੀਐਮ ਨਹੀਂ ਬਣਾਉਂਦੇ। ਸੋ ਇਹ ਝੂਠਾ ਡਰਾਮਾ, ਲੋਕ ਮੂਰਖ ਨਹੀਂ ਹੈਗੇ ਵੀ ਇਹ ਜਾਣ ਕੇ ਜਦੋਂ ਨਹੀਂ ਸਰਕਾਰ ਹੀ ਨਹੀਂ ਬਣਨੀ, ਹੈ ਹੀ ਨਹੀਂ ਕੋਲੇ ਕੁਛ, ਲੈ ਵੰਡ ਦਿਓ ਜਿਹੜੇ, ਜਦੋਂ ਮੇਰੇ ਝੋਲੀ 'ਚ ਹੀ ਹੈ ਨਹੀਂ ਡੱਕਾ। ਸੋ ਇਹ ਬਿਲਕੁਲ ਟੋਟਲੀ ਫਰਾਡ ਆ ਲੋਕਾਂ ਨਾਲ, ਦਲਿਤ ਲੋਕਾਂ ਨਾਲ। ਪਤਾ ਵੀ ਇਹਨਾਂ ਨੂੰ ਵੀ ਸਾਡੀ ਸਰਕਾਰ ਨਹੀਂ ਬਣਨੀ, ਅਸੀਂ ਆਹ ਪਤਾ ਖੇਡ ਕੇ ਸ਼ਾਇਦ ਥੋੜੀ ਬਹੁਤੀ ਦਲਿਤ ਵੋਟ ਅਸੀਂ ਖਰਾਬ ਕਰ ਦਈਏ। ਹੋ ਸਕਦਾ ਸਾਡੇ ਨਾਲ ਢਿੱਡੋ ਗੁੱਸੇ ਤਾਂ ਹੋਣਗੇ ਵੀ, ਸਾਨੂੰ ਛੱਡਤਾ, ਇਹ ਸਾਡੇ ਰਾਹ 'ਚ ਕੋਈ ਡਿੱਕਾ ਡਾਉਂਦੇ ਹੁਣ, ਪਰ ਅੜੇਗਾ ਨਹੀਂ ਡਿੱਕਾ, ਕਲੀਅਰ ਮੈਜੋਰਟੀ ਆਏਗੀ। ਅੜਿੱਕਾ ਬੜੇ ਸਾਰੇ ਲੋਕ ਕਹਿ ਰਹੇ ਕਿ ਤੁਹਾਡੀ ਪਾਰਟੀ ਦੇ ਆਪਣੇ ਹੀ ਆਗੂ ਜਾਂ ਵਰਕਰ ਜਾਂ ਕਾਡਰ ਅੜਾਏਗਾ, ਦੂਜੀਆਂ ਪਾਰਟੀਆਂ ਸ਼ਾਇਦ ਘੱਟ ਅੜਾਣ। ਹੁਣ ਇਸ ਅਨਾਉਂਸਮੈਂਟ ਤੋਂ ਬਾਅਦ ਤੁਹਾਡੀ ਪਾਰਟੀ ਦੇ ਵਿੱਚ ਬੜੇ ਸੀਨੀਅਰ ਲੀਡਰ ਨੇ ਜਿਹੜੇ ਦਲਿਤ ਭਾਈਚਾਰੇ ਨਾਲ ਸੰਬੰਧਿਤ ਨੇ, ਤੁਸੀਂ ਮਿਨਿਸਟਰੀਆਂ ਤੱਕ ਉਹਨਾਂ ਨੂੰ ਦਿੱਤੀਆਂ। ਥੋੜਾ ਜਿਹਾ ਹੁੰਦਾ ਨਹੀਂ ਕਿ ਜਦੋਂ ਪਾਰਟੀ ਦਾ ਸਮਝੌਤਾ ਇੱਕ ਜਿਹੀ ਪਾਰਟੀ ਦੇ ਨਾਲ ਹੋਵੇ ਜਿਹੜੀ ਦਲਿਤ ਭਾਈਚਾਰੇ ਦੀ ਨੁਮਾਇੰਦਗੀ ਕਰੇ, ਉਹਨਾਂ ਦੀਆਂ ਤਾਂ ਸੀਟਾਂ ਖੁੱਸਣ ਦਾ ਡਰ ਰਹਿੰਦਾ ਨਾ। ਕੱਲ ਨੂੰ ਜਦੋਂ ਤੁਸੀਂ ਤੁਸੀਂ ਕਿੰਨੇ ਦਾਅਵਾ ਕਰਦੇ ਹੋ ਸਰਕਾਰ ਬਣਾਓਗੇ, ਜਦੋਂ ਤੁਸੀਂ ਕੈਬਨਿਟ ਬਣਾਓਗੇ ਤਾਂ ਫਿਰ ਉਹਨਾਂ ਨੂੰ ਤਾਂ ਲੱਗੂਗਾ ਨਾ ਕਿ ਹੁਣ ਸਾਡਾ ਨੰਬਰ ਨਹੀਂ ਆਣਾ, ਹੁਣ ਉਸ ਪਾਰਟੀ ਦਾ ਨੰਬਰ ਆਣਾ। ਨਹੀਂ ਦੇਖੋ, ਇਹ ਵੀ ਨਹੀਂ ਗੱਲ ਹੈਗੀ। ਨਾ ਤਾਂ ਸਾਡੇ ਮਨ 'ਚ ਕੋਈ ਚਿੰਤਾ, ਨਾ ਸਾਡੇ ਵਰਕਰ ਇਸ ਵੇਲੇ ਸਾਰੇ ਵਰਕਰ, ਲੀਡਰਾਂ ਦੀ ਗੱਲ ਕਰ ਰਹੇ ਸਾਰੇ ਦਲਿਤ ਲੀਡਰ, ਸਾਰੇ ਲੀਡਰ ਤੇ ਵਰਕਰ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਦੀ ਅਗਵਾਈ ਦੇ ਥੱਲੇ ਇਕਜੁੱਟ ਨੇ। ਜੋ ਉਹਨਾਂ ਦਾ ਹੁਕਮ ਉਹਦੇ ਤੇ ਉਹਨਾਂ ਨੇ ਫੁੱਲ ਚੜਾਉਣੇ ਆ। ਤੁਸੀਂ ਵੇਖ ਲਓ, ਜੇ ਕਿਸੇ ਨੇ ਰੁੱਸਣਾ ਹੋਇਆ ਤਾਂ ਆਪਾਂ ਨੂੰ ਹੁਣੇ ਪਤਾ ਲੱਗ ਜੂ ਨਾ, ਸੀਟਾਂ ਤੇ ਚਲੀਆਂ ਹੀ ਗਈਆਂ। ਜਿਹਨੇ ਰੁੱਸਣਾ ਹੁਣੇ ਪਤਾ ਲੱਗ ਜੂਗਾ ਆਪਾਂ ਨੂੰ। ਸੋ ਰੁੱਸ ਕੇ ਕਦੇ ਪਾਰਟੀ ਤੋਂ ਬਾਹਰ ਜਾ ਕੇ ਕੋਈ ਬੰਦਾ ਤਕੜਾ ਨਹੀਂ ਹੋਇਆ ਅੱਜ ਤਾਈਂ। ਇਤਿਹਾਸ ਪੜ੍ਹ ਲਓ ਸਾਰਾ, ਵੱਡੇ ਲੀਡਰ, ਟੌੜਾ ਸਾਹਿਬ ਵੀ ਪਾਰਟੀ ਛੱਡ ਗਏ ਸੀ, ਬਰਨਾਲਾ ਸਾਹਿਬ ਛੱਡ ਗਏ ਸੀ, ਤਲਵੰਡੀ ਸਾਹਿਬ ਛੱਡ ਗਏ ਸੀ, ਹੋਰ ਵੀ ਬੜੇ ਬੰਦਿਆਂ ਨੇ ਛੱਡੀ ਪਾਰਟੀ। ਕਦੇ ਬੰਦਾ ਪਾਰਟੀ ਨਹੀਂ ਗਿਆ ਨਾ, ਲੋਕ ਜਾਂਦੇ ਆ ਮਗਰ, ਉਹ ਕੱਲਾ ਲੀਡਰ ਹੀ ਜਾਂਦਾ ਹੁੰਦਾ, ਲੋਕ ਨਹੀਂ ਜਾਂਦੇ ਮਗਰ। ਸੋ ਲੋਕ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਨਾਲ ਆ। ਮੇਰੀ ਸਮਝ ਦੇ ਵਿੱਚ ਤਾਂ ਕੋਈ ਰੁੱਸਿਆ ਲੀਡਰ ਸਾਨੂੰ ਪਰਸੋਂ ਦਾ ਕੋਈ ਨਜ਼ਰ ਹਾਲ ਤਾਂ ਹੀ ਆਇਆ ਨਹੀਂ। ਅਸੀਂ ਜਿਹੜੀਆਂ ਸੀਟਾਂ ਚੇਂਜ ਕੀਤੀਆਂ ਨੇ, 8 ਹੀ ਸੀਟਾਂ ਨਾ ਅਕਾਲੀ ਦਲ ਵਾਲੀਆਂ ਤੇ ਜਿਹੜੀਆਂ ਅਸੀਂ ਚੇਂਜ ਕੀਤੀਆਂ, ਉਹ ਸਾਰੇ ਲੀਡਰਾਂ ਨਾਲ ਅਸੀਂ ਗੱਲ ਕੀਤੀ ਆ। ਕਿਸੇ ਲੀਡਰ ਨੇ ਕੋਈ ਗੱਲ ਇਹੋ ਜਿਹੀ ਵਿਖਾਈ ਨਹੀਂ ਗਈ ਕਿ ਵੀ ਮੈਂ ਤਾਂ ਹੁਣ ਰਾਜ ਆ ਜੀ, ਮੇਰੀ ਸੀਟ ਚਲੀ ਗਈ। ਇਹ ਤਾਂ ਮਤਲਬ ਫਿਰ ਸੀਟ ਪਿੱਛੇ ਹੀ ਆ ਲੀਡਰ ਸਾਡੇ ਨਾਲ, ਪਾਰਟੀ ਦੇ ਨਾਲ ਉਹਦਾ ਕੋਈ ਲਿੰਕ ਨਹੀਂ, ਪਾਰਟੀ ਨਾਲ ਉਹਦਾ ਕੋਈ ਪਿਆਰ ਨਹੀਂ। ਪਾਰਟੀ ਦੇ ਪ੍ਰਤੀ ਇਮਾਨਦਾਰੀ ਵੀ ਤਾਂ ਕੋਈ ਚੀਜ਼ ਹੁੰਦੀ ਨਾ। ਉਹ ਲੀਡਰ ਜਿਹੜੇ 20-25 ਸਾਲ ਤੁਹਾਡੀ ਪਾਰਟੀ ਲਈ ਕੰਮ ਕਰਦੇ ਰਹਿਣ, ਤੇ ਅੱਜ ਤੁਸੀਂ ਕਿਸੇ ਪਾਰਟੀ ਨਾਲ ਸਮਝੌਤਾ ਕਰੋ, ਉਹਨਾਂ ਦੀ ਟਿਕਟ ਕੱਟ ਕੇ ਕਿਸੇ ਦੂਜੇ ਨੂੰ ਦੇ ਦਿਓ, ਫਿਰ ਇਮਾਨਦਾਰੀ ਕਿੱਥੇ ਗਈ? ਪਾਰਟੀ ਤਾਂ ਫਿਰ ਮੰਗ ਕਰਦੀ ਹੈ ਜਦੋਂ ਔਖਾ ਵੇਲਾ ਆਉਂਦਾ ਉਦੋਂ ਖੜੋ ਪਾਰਟੀ ਦੇ ਨਾਲ, ਭਾਵੇਂ ਕੁਝ ਮਿਲਦਾ ਮੰਨਦੇ ਹੋ ਤੁਹਾਡਾ ਔਖਾ ਵੇਲਾ ਮਿਲਦਾ, ਭਾਵੇਂ ਨਹੀਂ। ਮੇਰਾ ਮਤਲਬ ਜੇ ਉਹਨਾਂ ਦੇ ਮੁਤਾਬਕ ਮੈਂ ਨਹੀਂ ਮੰਨਦਾ, ਮੈਂ ਤਾਂ ਕਿਹਾ ਕਿ ਕਲੀਅਰ ਅਸੀਂ ਮੈਜੋਰਟੀ ਲਿਜਾਵਾਂਗੇ, ਸਰਕਾਰ ਬਣੇਗੀ ਅਕਾਲੀ ਦਲ ਦੀ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਦੇ ਥੱਲੇ। ਮੇਰਾ ਮਤਲਬ ਜੇ ਉਹ ਸਮਝਦੇ ਆ ਤੇ ਫਿਰ ਉਹਨਾਂ ਨੂੰ ਪਾਰਟੀ ਦੇ ਸੀਟ ਪਿੱਛੇ ਪਾਰਟੀ ਸਹਿਮਤੀ ਨਾਲ ਹੋਈ ਹੈ ਵੰਡ, ਖਾਸ ਤੌਰ ਤੇ ਦਲਿਤ ਭਾਈਚਾਰੇ ਦੇ ਜਿਹੜੇ ਤੁਹਾਡੇ ਲੀਡਰ ਨੇ ਉਹਨਾਂ ਦੀ ਸਹਿਮਤੀ ਸੀ ਇਸ ਫੈਸਲੇ ਤੇ? ਨਹੀਂ, ਸੀਟਾਂ ਦੀ ਵੰਡ ਵੇਲੇ ਤਾਂ ਸਹਿਮਤੀ ਥੋੜੇ ਬੰਦਿਆਂ ਦੀ ਸੀ। ਮੈਂ ਐਵੇਂ ਕਹਾਂ ਤੁਹਾਨੂੰ ਇਸ ਗੱਲ ਦੇ ਉੱਤੇ ਵੀ ਸਾਰੇ ਇਕੱਲੇ ਨੂੰ ਪੁੱਛ ਕੇ ਤਾਂ ਕਦੇ ਕੋਈ ਫੈਸਲੇ ਨਹੀਂ ਹੁੰਦੇ ਨਾ ਕਦੇ ਕੋਈ ਫੈਸਲੇ ਫਿਰ ਉਹ ਸਿਰੇ ਚੜ੍ਹਦੇ ਨੇ, ਫਿਰ ਤਾਂ ਕਾਟੋ ਕਲੇਸੀ ਪੈ ਜਾਂਦਾ ਨਾ। ਮੈਨੂੰ ਨਹੀਂ ਲੱਗਦਾ ਵੀ ਨਾ ਉਹਨਾਂ ਨੇ ਵੀ ਸਾਰਿਆਂ ਨੂੰ ਪੁੱਛਿਆ ਹੋਵੇ, ਤੇ ਨਾ ਜਦੋਂ ਜਿਸ ਵੇਲੇ ਟੇਬਲ ਤੇ ਬੈਠੇ ਸੀ ਉਦੋਂ ਆ ਵੀ ਹੋ ਸਕਦੀ ਸੀ ਤੇ ਆ ਵੀ ਹੋ ਸਕਦੀ ਸੀ, ਉੱਥੇ ਟਿਕ ਮਾਰ ਤੁਰਤ ਫੈਸਲਾ ਹੀ ਹੋਣਾ ਸੀ। ਸੋ ਇਸ ਵੇਲੇ ਪਤਾ ਨਹੀਂ ਹੁੰਦਾ ਸੀ ਵੀ ਕਿਹੜੀ ਲੈਣਗੇ ਕਿਹੜੀ ਨਹੀਂ ਲੈਣਗੇ, ਕਿਹੜੀ ਅਸੀਂ ਲਵਾਂਗੇ ਕਿਹੜੀ ਉਹ ਲੈਣਗੇ। ਸੋ ਮੌਕੇ ਤੇ ਜਿਹੜਾ ਸੂਤ ਆ ਗਿਆ ਕੰਮ ਉਵੇਂ ਫਾਈਨਲ ਕਰ ਡਿਮਾਂਡ ਤੇ ਦਿੱਤੀ ਗਈ ਹੈ ਸੀਟਾਂ, ਜਾਂ ਤੁਸੀਂ ਸੁਜੈਸਟ ਕੀਤੀਆਂ ਸੀ ਕਿ ਵੀ ਆਹ ਲੈ ਲਓ? ਨਹੀਂ,
ਉਹਨਾਂ ਦੀ ਡਿਮਾਂਡ ਹੋਰ ਸੀਟਾਂ ਦੀ ਸੀ, ਸਾਡੀ ਵੀ ਹੋਰ ਸੀਟਾਂ ਦੀ ਸੀ, ਪਰ ਕੁਝ ਐਡਜਸਟਮੈਂਟਾਂ ਰਲ ਮਿਲ ਕੇ ਕਰਨੀਆਂ ਪੈਂਦੀਆਂ, ਉਹ ਦੋਨਾਂ ਨੇ ਖੁੱਲੇ ਮਨ ਨਾਲ ਕਰ ਲਈਆਂ, ਕੋਈ ਪ੍ਰੋਬਲਮ ਨਹੀਂ ਆਈ। ਬੜੇ ਲੋਕਾਂ ਨੂੰ ਹਾਲਾਂਕਿ ਮੀਡੀਆਦਾਰਾਂ ਨੂੰ ਵੀ ਇਹ ਲੱਗਦਾ ਸੀ ਕਿ ਤੁਸੀਂ ਜਿਹੜੀਆਂ ਬੀਜੇਪੀ ਦੀਆਂ ਸੀਟਾਂ ਤੁਹਾਡੀਆਂ 23 ਤੁਸੀਂ ਉਹ ਸਾਰੀਆਂ ਦੇ ਵਿੱਚੋਂ 20 ਦੇ ਦੋਗੇ ਜਾਂ 23 ਦੀਆਂ 23 ਦੇ ਦੋਗੇ, ਪਰ ਬੜਾ ਅਚੰਭਾ ਹੋਇਆ ਅਕਾਲੀ ਦਲ ਨੇ ਆਪਣੀਆਂ 8 ਸੀਟਾਂ ਅਹਿਮ ਸੀਟਾਂ ਜਿਹੜੀਆਂ ਤੁਸੀਂ ਜਿੱਤਦੇ ਵੀ ਰਹੇ, ਜਿੱਥੇ ਤੁਹਾਡੇ ਜਰਨੈਲ ਵੀ ਖੜਦੇ ਰਹੇ, ਬੱਸੀ, ਮੋਹਾਲੀ, ਮਹਿਲ ਕਲਾਂ, ਨਵਾਂ ਸ਼ਹਿਰ, ਅਜਿਹੀਆਂ ਸੀਟਾਂ, ਇਹ ਸਮਝ ਤੋਂ ਬਾਹਰ ਹੋ ਗਿਆ ਕਿ ਅਜਿਹੀਆਂ ਸੀਟਾਂ ਦੇਣ ਦਾ ਮਤਲਬ ਉਹਦੇ ਚ ਹੋਰ ਸੀ। ਜਿਹੜੀ ਪਿਛਲੀ ਸੀ, ਜਿਹੜੀ ਭਾਰਤੀ ਜਨਤਾ ਪਾਰਟੀ ਨਾਲ ਸਾਡਾ ਸੀਗਾ ਕੰਬੀਨੇਸ਼ਨ, ਉਹਦੇ ਚ ਕਿਉਂਕਿ ਭਾਰਤੀ ਜਨਤਾ ਪਾਰਟੀ ਜ਼ਿਆਦਾ ਹਿੰਦੂਆਂ ਨੂੰ ਬਿਲੋਂਗ ਕਰਦੀ ਹੈ, ਹਿੰਦੂ ਜ਼ਿਆਦਾ ਵੱਡੇ ਸ਼ਹਿਰਾਂ 'ਚ ਨੇ, ਬਹੁਜਨ ਸਮਾਜ ਪਾਰਟੀ ਪਿੰਡਾਂ ਨੂੰ ਕਰਦੀ ਹੈ ਜ਼ਿਆਦਾ, ਸ਼ਹਿਰਾਂ 'ਚ ਵੀ ਹੈਗੀ, ਪਿੰਡਾਂ ਜ਼ਿਆਦਾ ਹੈਗੀ, ਸ਼ਹਿਰਾਂ 'ਚ ਵੀ ਬਹੁਤ ਹੈ, ਇਸ ਕਰਕੇ ਇਹਨੂੰ ਅਸੀਂ ਸਾਰੇ ਖੇਤਰਾਂ 'ਚ ਲੈ ਕੇ ਗਏ ਹਾਂ। ਮੋਹਾਲੀ 'ਚ ਕਿਹੜੇ ਪਿੰਡ ਪੈਂਦੇ? ਮੋਹਾਲੀ 'ਚ ਕਿੰਨੇ ਪਿੰਡ, ਬਹੁਤ ਪਿੰਡ ਪੈਂਦੇ ਆ, ਅਰਬਨ ਏਰੀਏ। ਮੋਹਾਲੀ 'ਚ ਮੈਨੂੰ ਲੱਗਦਾ ਪੱਕੀ ਫਿਕਰ ਤਾਂ ਮੋਹਾਲੀ ਇੱਕ ਰਿਪਰੈਜ਼ੈਂਟ ਕਰਦੀ ਹੈ, ਮੋਹਾਲੀ ਦੀ ਸੀਟ ਸਾਰੇ ਪੰਜਾਬ ਦੇ ਵਿੱਚ ਇੱਕ ਰਿਪਰੈਜ਼ੈਂਟ ਕਰਦੀ ਹੈ ਤੁਹਾਡੀ ਸਟਰੈਂਥ ਨੂੰ, ਤੁਸੀਂ ਮੋਹਾਲੀ ਵਰਗੀ ਇੰਪੋਰਟੈਂਟ ਸੀਟ ਉਹਨਾਂ ਨੂੰ ਦੇ ਦਿੱਤੀ। ਮੋਹਾਲੀ ਦੇ ਵਿੱਚ ਵੀ 34% ਦਲਿਤ ਵੋਟ ਆ, ਇੱਥੇ ਬਹੁਤ ਵੱਡੀ ਲੇਬਰ ਹੈ, ਭਰੇਖੇ ਚ ਫਿਰ ਤੁਸੀਂ ਜਾਂ ਤਾਂ ਉਹਨਾਂ ਨੂੰ ਮਿਲਦੇ ਨਹੀਂ, ਜਾਂ ਥੋੜਾ ਧਿਆਨ ਨਹੀਂ ਜਾਂਦਾ ਉਧਰ, ਵੱਡੇ ਉੱਪਰ ਕਿਤੇ ਫੈਕਟਰੀਆਂ ਵਾਲਿਆਂ ਨੂੰ ਵੇਖਦੇ ਤਾਂ ਨਹੀਂ ਤੁਰੇ ਫਿਰਦੇ ਸਾਰੀ ਦਿਹਾੜੀ, ਇਹ ਥੱਲੇ ਬਹੁਤ ਵੱਡੇ। ਤੁਸੀਂ ਹਲੇ ਤੱਕ ਦਲਿਤ ਕਦੇ ਲੜਾਇਆ ਨਹੀਂ ਨਾ, ਇਹ ਤਾਂ ਤੁਸੀਂ ਫਿਰ ਦਲਿਤ ਨੂੰ ਕਿਉਂ ਨਹੀਂ ਲੜਾਇਆ? ਅਸੀਂ 34 ਤੁਸੀਂ ਆਪਣੀ ਪਾਰਟੀ ਦੇ ਵਿੱਚੋਂ ਅੱਜ ਤੱਕ ਮੋਹਾਲੀ ਦੇ ਵਿੱਚੋਂ ਕਿਹੜਾ ਦਲਿਤ ਆਗੂ ਖੜਾ ਕੀਤਾ? ਦਲਿਤ ਨਹੀਂ ਲੜਾਇਆ, ਉਹ ਤੁਹਾਡੀ ਗੱਲ ਮੰਨ ਲੈਨੇ ਆ, ਪਰ ਅਸੀਂ 34 ਸੀਟਾਂ, ਜੇ ਤੁਹਾਨੂੰ ਨਜ਼ਰ ਆ ਰਿਹਾ ਸੀ ਕਿ ਇੱਥੇ ਦਲਿਤ ਵੋਟ ਹੈ ਤਾਂ ਦਲਿਤ ਉਮੀਦਵਾਰ ਕਿਉਂ ਨਹੀਂ ਖੜਾ ਕੀਤਾ? 34 ਸੀਟਾਂ ਦਲਿਤਾਂ ਨੂੰ ਲੜਾਉਣੇ ਆ, ਇੱਥੇ ਮਿਆਰ ਅਸੀਂ ਦਲਿਤ ਬਣਾ ਕੇ ਰੱਖਿਆ ਕਾਰਪੋਰੇਸ਼ਨ ਦੇ ਵਿੱਚ, ਕੁਲਵੰਤ ਸਿੰਘ ਦਲਿਤ ਮਿਆਰ ਹੀ ਸੀਗਾ ਸਾਡਾ ਇੱਥੇ, ਐ ਨਹੀਂ ਕਿ ਕਰਦੇ ਨਹੀਂ ਹੈਗੇ, ਦਲਿਤਾਂ ਦਾ ਮਾਨ ਸਤਿਕਾਰ ਜਿੰਨਾ ਅਕਾਲੀ ਦਲ ਕਰਦਾ ਹੋਰ ਕੋਈ ਪਾਰਟੀ ਨਹੀਂ ਕਰਦੀ, ਹਮੇਸ਼ਾ ਹੀ ਦਲਿਤ। ਤੁਹਾਡੇ ਵਿਰੋਧੀ ਕਹਿ ਰਹੇ ਵੀ ਇੱਕ ਤੀਰ ਨਾਲ ਦੋ ਨਿਸ਼ਾਨੇ ਲਗਾਉਣ ਦੇ ਫਿਰਾਕ ਦੇ ਵਿੱਚੋਂ ਇੱਕ ਤਾਂ ਚੰਦੂਮਾਜਰਾ ਸਾਹਿਬ ਦਾ ਪੱਤਾ ਵੀ ਕੱਟਤਾ ਤੁਸੀਂ, ਨਾਲ ਦਲਿਤ ਬਸਪਾ ਨੂੰ ਵੀ ਖੁਸ਼ ਕਰ ਦਿੱਤਾ। ਵੇਖੋ ਚੰਦੂਮਾਜਰਾ ਸਾਹਿਬ ਲੜਦੇ ਆ ਪਾਰਲੀਮੈਂਟ, ਉਹਨਾਂ ਦੀ ਪਾਰਲੀਮੈਂਟ ਦੇ ਵਿੱਚ ਉਹਨਾਂ ਦਾ ਬੇਟਾ ਐਮਐਲਏ ਹੈਗਾ, ਇਹ ਐਵੇਂ ਵਿਰੋਧੀ ਜੋ ਮਰਜ਼ੀ ਕੋਈ ਜਨੇ ਇਹੋ ਜੀ ਪਾਰਟੀ ਉਹਨਾਂ ਦੀ ਸਹਿਮਤੀ ਹੈਗੀ ਹੈ, ਉਹਨਾਂ ਦੀ ਪਾਰਟੀ ਦੇ ਵਿੱਚ ਉਹਨਾਂ ਦੀ ਸਹਿਮਤੀ ਸੀ, ਸਾਰੀ ਪਾਰਟੀ ਨੇ ਸਹਿਮਤੀ ਨਾਲ ਕੀਤਾ, ਕੋਰ ਕਮੇਟੀ ਦੇ ਵਿੱਚ ਨੇ ਚੰਦੂਮਾਜਰਾ ਸਾਹਿਬ, ਸਾਰੇ ਫੈਸਲੇ ਕੋਰ ਕਮੇਟੀ 'ਚ ਹੋਏ ਨੇ, ਕੋਈ ਫੈਸਲਾ ਇਹੋ ਜਿਹਾ ਠੋਸਿਆ ਨਹੀਂ ਗਿਆ ਜਾਂ ਕਿਸੇ ਨੂੰ ਇਹੋ ਜਿਹੀ ਗੱਲ ਨਹੀਂ ਕੀਤੀ ਗਈ, ਸਾਰੇ ਫੈਸਲੇ ਪਾਰਟੀ ਦੀ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਦੀ ਪ੍ਰਧਾਨਗੀ ਥੱਲੇ ਸਾਰੀ ਪਾਰਟੀ ਨੇ ਰਜਾਮੰਦ ਨਾਲ ਸਾਰੀ ਪ੍ਰਵਾਨਗੀ ਦਿੱਤੀ। ਇੱਕ ਸਟੇਟਮੈਂਟ ਤੁਸੀਂ ਵੀ ਸੁਣੀ ਹੋਣੀ ਹੈ ਰਵਨੀਤ ਬਿੱਟੂ ਹੋਰਾਂ ਦੀ, ਹਾਲਾਂਕਿ ਮੈਨੂੰ ਵੀ ਖੁਦ ਨੂੰ ਵੀ ਨਿੱਜੀ ਤੌਰ ਤੇ ਵੀ ਆਬਜੈਕਸ਼ਨ ਹੈ ਜਿਸ ਤਰ੍ਹਾਂ ਦੀ ਉਹਨਾਂ ਨੇ ਸ਼ਬਦਾਵਲੀ ਵਰਤੀ ਕਿ ਪਵਿੱਤਰ ਸੀਟਾਂ ਜਿਹੜੀਆਂ ਉਹ ਬਸਪਾ ਨੂੰ ਦੇ ਦਿੱਤੀ ਗਈਆਂ, ਉਹਨਾਂ ਨੇ ਚਮਕੌਰ ਸਾਹਿਬ ਦਾ ਨਾਮ ਲਿਆ, ਉਹਨਾਂ ਨੇ ਅਨੰਦਪੁਰ ਸਾਹਿਬ ਦਾ ਨਾਮ ਲਿਆ, ਔਰ ਵਾਰ-ਵਾਰ ਇਹ ਕਿਹਾ ਕਿ ਪਵਿੱਤਰ ਸੀਟਾਂ, ਪੰਥਕ ਸੀਟਾਂ ਜਿਹੜੀਆਂ ਉਹ ਤੁਸੀਂ ਬਸਪਾ ਨੂੰ ਦੇ ਦਿੱਤੀਆਂ। ਮੈਂ ਵੈਸੇ ਤੁਹਾਡੇ ਤੋਂ ਇੱਕ ਸਵਾਲ ਦਾ ਜਵਾਬ ਪੁੱਛਣਾ ਚਾਹੁੰਦਾ ਕਿ ਜਿਹੜਾ ਉਹ ਆਬਜੈਕਸ਼ਨ ਲਗਾ ਰਹੇ ਨੇ ਉਹ ਠੀਕ ਹੈ, ਪਰ ਜਿਹੜਾ ਵਰਡਿੰਗ ਉਹਨਾਂ ਨੇ ਪਵਿੱਤਰ ਵਰਤੀ ਹੈ, ਮੈਨੂੰ ਖੁਦ ਨੂੰ ਉਹਦੇ ਤੋਂ ਆਬਜੈਕਸ਼ਨ ਜ਼ਰੂਰ ਹੈਗਾ, ਕਿਉਂਕਿ ਜਦੋਂ ਤੁਸੀਂ ਸਿੱਖੀ ਦਾ ਸਿਧਾਂਤ ਦੇਖਦੇ ਹੋ, ਖਾਲਸਾ ਦਾ ਸਿਧਾਂਤ ਦੇਖਦੇ ਹੋ, ਤਾਂ ਸਾਰਿਆਂ ਨੂੰ ਇੱਕ ਨਜ਼ਰ ਨਾਲ ਦੇਖਦੇ ਹਾਂ ਅਸੀਂ। ਬੜੀ ਅੱਛਾ ਸਵਾਲ ਕੀਤਾ ਤੁਸੀਂ, ਚੰਗੀ ਗੱਲ ਕੀਤੀ ਹੈ। ਮੈਂ ਆਪ ਇਸ ਕਾਂਗਰਸ ਨੇ ਹਮੇਸ਼ਾ ਹੀ ਫੁੱਟ ਪਾ ਕੇ ਰਾਜ ਕੀਤਾ, ਲੜਾ ਕੇ ਲੋਕਾਂ ਨੂੰ ਰਾਜ ਕੀਤਾ, ਇਹ ਸਿੱਖੀ ਦੇ ਪਹਿਰੇਦਾਰ ਤਾਂ ਹੋ ਹੀ ਨਹੀਂ ਸਕਦੇ, ਇਹਨਾਂ ਨੂੰ ਤਾਂ ਗੱਲ ਕਰਨ ਦਾ ਅਧਿਕਾਰ ਹੀ ਹੈ ਨਹੀਂਗਾ ਕਾਂਗਰਸ ਪਾਰਟੀ ਨੂੰ, ਜਿਨ੍ਹਾਂ ਨੇ ਗੁਰੂ ਧਾਮ ਢਾਹ ਤੇ ਹਮਲੇ ਕੀਤੇ, ਅਕਾਲ ਤਖਤ ਸਾਹਿਬ ਤੇ, ਹਰਿਮੰਦਰ ਸਾਹਿਬ ਤੇ ਗੋਲੀਆਂ ਮਾਰੀਆਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ, ਇਹਨਾਂ ਨੂੰ ਤਾਂ ਸਿੱਖੀ ਦੀ ਗੱਲ ਕਰਨ ਦਾ ਅਧਿਕਾਰ ਹੀ ਹੈ ਨਹੀਂ, ਕਾਂਗਰਸ ਵਾਲਿਆਂ ਨੂੰ ਤਾਂ ਜੋ ਮਰਜ਼ੀ ਕਰੀ ਜਾਣ, ਇਹਨਾਂ ਨੂੰ ਕੋਈ ਅਧਿਕਾਰ ਨਹੀਂ। ਦੂਜੀ ਗੱਲ, ਸਾਡਾ ਤਾਂ ਜਿਹੜੀ ਪੰਜਾਬ ਦੀ ਧਰਤੀ ਹੈ ਚੱਪਾ ਚੱਪਾ ਗੁਰੂਆਂ ਦੀ ਧਰਤੀ ਹੈ, ਤੇ ਹਰ ਥਾਂ ਤੇ ਹਰ ਪਿੰਡ ਦੇ ਵਿੱਚ ਹਰ ਇਲਾਕੇ ਦੇ ਵਿੱਚ ਗੁਰੂ ਗਏ ਨੇ ਸਾਡੇ ਗੁਰੂਆਂ ਦੇ, ਉਦੋਂ ਬਾਅਦ ਚਾਹੇ ਸਾਹਿਬਜ਼ਾਦੇ ਸੀ ਚਾਹੇ ਜਰਨਲ ਸੀ ਸਾਡੇ, ਉਦੋਂ ਬਾਅਦ ਕਿੰਨੇ ਆਏ, ਸੋ ਇਹ ਤਾਂ ਸਾਰੀ ਧਰਤੀ ਪਵਿੱਤਰ ਹੈ ਪੰਜਾਬ ਦੀ, ਕੋਈ ਥਾਂ ਇਹੋ ਜਿਹਾ ਹੈ ਹੀ ਨਹੀਂ ਵੀ ਇਹ ਕੋਈ ਬਿੱਟੂ ਨੂੰ ਪਤਾ ਵੀ ਗੁਰੂ ਸਾਹਿਬ ਇੱਥੇ ਗਏ ਆ ਤੇ ਇੱਥੇ ਨਹੀਂ ਗਏ। ਗੁਰੂ ਸਾਹਿਬ ਜਦੋਂ ਅਨੰਦਪੁਰ ਸਾਹਿਬ ਤੋਂ ਤਲਵੰਡੀ ਸਾਹਿਬ ਨੂੰ ਗਏ, ਕਿੰਨੇ ਲੋਕ ਇਲਾਕੇ ਦੇ ਵਿੱਚ ਦੀ ਲੰਘ ਕੇ ਗਏ, ਜਾਂ ਦੂਜੇ ਗੁਰੂ ਕੋਈ ਦਿੱਲੀ ਗਿਆ, ਕੋਈ ਅਸਾਮ 'ਚ ਗਿਆ, ਗੁਰੂ ਨਾਨਕ ਦੇਵ ਜੀ ਮਹਾਰਾਜ ਸਾਰੇ ਫਿਰਦੇ। ਸੋ ਪੰਜਾਬ ਦੀ ਧਰਤੀ ਤਾਂ ਸਾਰੀ ਪਵਿੱਤਰ ਹੈ, ਚੱਪੇ ਚੱਪੇ ਤੇ ਗੁਰੂਆਂ ਦੇ ਚਰਨ ਪਏ ਹੋਏ ਆ। ਕਹਿਣ ਦਾ ਭਾਵ ਇਹ ਸੀਗਾ ਕਿ ਪੰਥਕ ਵੋਟ ਤੁਹਾਡੀ ਡਗਮਗਾ ਗਈ ਹੈ, ਇਸ ਕਰਕੇ ਪੰਥਕ ਸੀਟਾਂ ਤੋਂ ਤੁਸੀਂ ਆਪਣਾ ਪੱਲਾ ਝਾੜ ਰਹੇ ਹੋ, ਤੁਹਾਨੂੰ ਪਤਾ ਕਿ ਪੰਥਕ ਸੀਟ ਤੋਂ ਤੁਹਾਨੂੰ ਕੁਝ ਨਹੀਂ ਮਿਲਣਾ, ਇਸ ਕਰਕੇ ਬਸਪਾ ਨੂੰ ਦੇ ਦਿਓ। ਤੁਸੀਂ ਹਰਪ੍ਰੀਤ ਜੀ ਜਦੋਂ ਬੋਲਦੇ ਹੁੰਦੇ ਆ, ਚਾਹੇ ਆਪਣੇ ਭਾਰਤੀ ਜਨਤਾ ਪਾਰਟੀ ਵਾਲੇ ਬੋਲਦੇ ਆ, ਚਾਹੇ ਆਪ ਵਾਲੇ ਬੋਲਦੇ ਆ, ਚਾਹੇ ਕਾਂਗਰਸ ਵਾਲੇ ਬੋਲਦੇ ਆ, ਉਹਨਾਂ ਦੇ ਬੁਲਾਰੇ ਦਾ ਮੂੰਹ ਵੇਖਿਆ ਕਰੋ, ਮੂੰਹ ਤਾਂ ਉਤਰੇ ਹੁੰਦੇ ਆ ਉਹਨਾਂ ਦੇ। ਇਹ ਸਮਝੌਤਾ ਜਿੱਦਾਂ ਦਾ ਪਰਸੋਂ ਦਾ ਹੋਇਆ, ਉਹਨਾਂ ਦੇ ਮੂੰਹ ਤੇ ਲਾਲੀ ਹੈ ਨਹੀਂ, ਰੌਣਕ ਹੀ ਹੈ ਨਹੀਂ ਹੁਣ, ਤੇ ਕਿਵੇਂ ਉਹ ਪਰ ਇਸ ਤਰਕ ਦਾ ਜਵਾਬ ਤਰਕ ਨਾਲ ਦਿਓ ਨਾ, ਵੀ ਉਹ ਕਹਿੰਦੇ ਕਿ ਬੇਦਬੀਆਂ ਦੇ ਮਸਲੇ ਤੇ ਤੁਸੀਂ ਘਿਰੇ ਹੋਏ ਹੋ, ਪੰਥਕ ਵੋਟ ਤੁਹਾਨੂੰ ਮਿਲਣੀ ਨਹੀਂ, ਸਿੱਖ ਵੋਟ ਮਿਲਣੀ ਨਹੀਂ, ਇਸ ਕਰਕੇ ਤੁਸੀਂ ਪੰਥਕ ਸੀਟਾਂ ਬਸਪਾ ਨੂੰ ਛੱਡਤੀਆਂ। ਸਿੱਖ ਵੋਟ ਹਮੇਸ਼ਾ ਹੀ ਅਕਾਲੀ ਦਲ ਦੇ ਨਾਲ ਰਹੀ ਹੈ। ਮੈਂ ਫਿਰ ਉਸ ਗੱਲ 'ਚ ਨਹੀਂ ਪੈਂਦਾ, ਸਿੱਖ ਵੋਟ, ਹਿੰਦੂ ਵੋਟ, ਦਲਿਤ ਵੋਟ, ਮੈਂ ਇਹਦੇ 'ਚ ਪੈਂਦਾ ਨਹੀਂ। ਵੱਡੀਆਂ ਸਾਡੇ ਗੁਰੂਆਂ ਨੇ ਪਾਈਆਂ ਨਹੀਂ, ਸਾਨੂੰ ਪਾਉਣੀਆਂ ਨਹੀਂ ਚਾਹੀਦੀਆਂ। ਅਸੀਂ ਗੱਲ ਸਾਰੇ ਪੰਜਾਬ ਦੀ ਕਰਨੀ ਹੈਗੀ ਜਿਹੜੀ ਸਾਰੀ। ਮੈਂ ਫਿਰ ਉਹੀ ਲਫ਼ਜ਼ ਦੁਹਰਾਉਣਾ ਜਿਹੜਾ ਪਹਿਲਾਂ ਦੁਹਰਾਇਆ ਸੀ, ਇਹ ਕਾਂਗਰਸ ਪਾਰਟੀ ਵਾਲਿਆਂ ਨੂੰ ਸਿੱਖੀ ਦੀ ਗੱਲ ਕਰਨ ਦਾ ਤਾਂ ਅਧਿਕਾਰ ਹੀ ਹੈ ਨਹੀਂ। ਮੈਂ ਕਹਿੰਦਾ ਜੋ ਕੁਛ ਇਹਨਾਂ ਨੇ ਸਾਡੇ ਨਾਲ 84 'ਚ ਕੀਤਾ, ਉਦੋਂ ਬਾਅਦ ਦਿੱਲੀ ਨਵੰਬਰ 'ਚ ਕੀਤਾ, ਇਹਨਾਂ ਨੂੰ ਵੋਟ, ਇਹਨਾਂ ਤੋਂ ਸਿੱਖੀ ਦੀ ਗੱਲ ਕਰਨ ਦਾ ਅਧਿਕਾਰ ਹੀ ਹੈ ਨਹੀਂ। ਜਿਨ੍ਹਾਂ ਨੇ 700 ਗੁਰੂ ਗ੍ਰੰਥ ਸਾਹਿਬ ਸਾੜਤਾ, ਜਿਨ੍ਹਾਂ ਨੇ ਗੁਰਦੁਆਰੇ ਸਾਰੇ ਗੁਰਦੁਆਰਿਆਂ ਤੇ ਪੁਲਿਸ ਭੇਜੀ, ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਢਾਤਾ,
ਹਰਮੰਦਰ ਸਾਹਿਬ ਤੇ ਗੋਲੀਆਂ ਚਲਾਤੀਆਂ, ਇਹ ਸਿੱਖੀ ਦੀ ਗੱਲ ਕਰਦੇ ਆ, ਇਹ ਬੇਅਦਬੀਆਂ ਦੀ ਗੱਲ ਕਰਦੇ ਆ। ਅਸੀਂ ਤਾਂ ਕਦੇ ਅਕਾਲੀ ਦਲ ਤਾਂ ਸੋਚ ਵੀ ਨਹੀਂ ਸਕਦਾ ਬੇਅਦਬੀ ਨੂੰ। ਇਹਨਾਂ ਨੇ ਤਾਂ ਢੋਲ ਵਜਾ ਕੇ ਬੇਅਦਬੀਆਂ ਕੀਤੀਆਂ ਨੇ, ਇਹਨਾਂ ਨੇ ਤਾਂ ਬਕਾਇਦਾ ਪ੍ਰਾਈਮ ਮਿਨਿਸਟਰ ਨੇ ਦਸਤਖਤ ਕਰਕੇ ਬੇਅਦਬੀਆਂ ਕਰਾਈਆਂ ਨੇ, ਤੇ ਇਹ ਬੇਅਦਬੀਆਂ ਦੀ ਗੱਲ ਕਰਦੇ ਆ। ਅਸੀਂ ਤਾਂ ਸੋਚ ਵੀ ਨਹੀਂ ਸਕਦੇ। ਸਵਾਲ ਤਾਂ ਤੁਹਾਡੇ ਤੋਂ ਵੀ ਪੁੱਛੇ ਜਾਣਗੇ ਨਾ ਮਲੂਕਾ ਸਾਹਿਬ, ਜਦੋਂ ਤੁਸੀਂ ਜਾਓਗੇ ਤੁਹਾਡੇ ਤੋਂ ਵੀ ਤਾਂ ਬੇਅਦਬੀਆਂ ਦੇ ਮਸਲੇ ਤੇ ਸਵਾਲ ਲੋਕ ਪੁੱਛਣਗੇ। ਅਸੀਂ ਕਹਿੰਦੇ ਪੁੱਛਣ, ਅਸੀਂ ਤਾਂ ਜਵਾਬ ਕੀ ਹੈ? ਦੋ ਗੱਲਾਂ ਹੁੰਦੀਆਂ ਨੇ, ਇੱਕ ਹੁੰਦੀਆਂ ਦੁਨਿਆਵੀ ਅਦਾਲਤਾਂ, ਇੱਕ ਗਵਰਨਮੈਂਟ ਹੁੰਦੀ ਹੈ, ਇੱਕ ਫਿਰ ਅਦਾਲਤ ਜੱਜਾਂ ਦੀ ਹੁੰਦੀ ਹੈ। ਇਹ ਇੱਥੇ ਚੱਲਦਾ ਦੁਨਿਆਵੀ ਫੈਸਲੇ। ਅਸੀਂ ਕਹਿੰਦੇ ਦੁਨਿਆਵੀ ਫੈਸਲਿਆਂ ਤੇ ਵੀ ਅਸੀਂ ਕਹੀ ਜਾਂਦੇ ਵੀ ਕਰੋ ਫੈਸਲਾ। 4.5 ਸਾਲ ਹੋ ਗਏ ਕਾਂਗਰਸ ਸਰਕਾਰ ਨੂੰ ਡਰਾਮੇਬਾਜ਼ੀ ਕਰਦੀ ਨੂੰ, ਇਸ ਮਸਲੇ ਦੇ ਉੱਤੇ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰਦੀ ਹੈ ਸਰਕਾਰ। 4.5 ਸਾਲਾਂ 'ਚ ਕੁਝ ਲੱਭਿਆ ਅੱਜ ਤਾਈਂ? ਕੋਈ ਚੀਜ਼ ਲੱਭੀ ਇਹਨਾਂ ਨੇ ਅੱਜ ਤਾਈਂ? ਸਾਡੇ ਤੇ ਲਾਉਂਦੇ ਆ, ਸਾਨੂੰ ਤਾਂ ਦਿਨ ਹੀ 15 ਮਿਲੇ ਸੀ ਸਾਰੇ। 15 ਦਿਨਾਂ ਬਾਅਦ ਇਹਨਾਂ ਨੇ ਤੂਫਾਨ ਖੜਾ ਕਰਕੇ ਉਦੋਂ ਵਿੱਚੇ ਅਖਾਉਂਤੀ ਪੰਥਕ ਜਥੇਬੰਦੀਆਂ, ਵਿੱਚੇ ਆਪ ਵਾਲੇ, ਵਿੱਚੇ ਰੋਹਲ, ਵਿੱਚੇ ਜਾਖੜ, ਵਿੱਚ ਕੈਪਟਨ ਸਾਹਿਬ ਉੱਥੇ ਬਾਈਬਲ ਕਲਾਂ ਗਏ, ਛੇਤੀ ਸੀਬੀਆਈ ਨੂੰ ਦੇ ਦਿਓ, ਤੁਹਾਡੀ ਪੁਲਿਸ ਤੇ ਸਾਨੂੰ ਇਤਵਾਰ ਨਹੀਂ, ਛੇਤੀ ਸੀਬੀਆਈ ਨੂੰ ਦੇ ਦਿਓ। ਚਲ ਅਸੀਂ ਆਖਿਆ ਵੀ ਅਸੀਂ ਕਿਹੜੇ ਕਿਸੇ ਗੱਲੋਂ ਕਾਣੇ ਆ, ਸਾਨੂੰ ਨਹੀਂ, ਸਾਨੂੰ ਕੀ ਡਿੱਕਾ ਹੈ, ਅਸੀਂ ਕੋਈ ਕਿਸੇ ਗੱਲੋਂ ਚੋਰ ਹੈ, ਅਸੀਂ ਸੀਬੀਆਈ ਨੂੰ ਦੇਤਾ। ਸਾਡੇ ਕੋਲ ਤਾਂ 15 ਦਿਨ ਹੀ ਮਿਲੇ, ਨਹੀਂ ਸ਼ਾਇਦ ਅਸੀਂ ਲੱਭ ਲੈਂਦੇ ਸਾਲ ਦੇ ਵਿੱਚ। ਤੇ ਜਦੋਂ ਇਹਨਾਂ ਦੀ ਸਰਕਾਰ ਬਣ ਗਈ ਪੰਜਾਬ 'ਚ, ਫਿਰ ਕਹਿੰਦੇ ਸੀਬੀਆਈ ਮਾੜੀ ਹੈ, ਪੰਜਾਬ ਪੁਲਿਸ ਨੂੰ ਦੇ ਦਿਓ। ਉਦੋਂ ਪੰਜਾਬ ਪੁਲਿਸ ਮਾੜੀ ਸੀ, ਫਿਰ ਚੰਗੀ ਹੋ ਗਈ। ਫਿਰ ਕਿਹੜੀ ਗੰਗਾ ਨਵਾ ਲਿਆ ਇਹ ਪੰਜਾਬ ਪੁਲਿਸ ਨੂੰ ਕਾਂਗਰਸ ਵਾਲੇ, ਜਿਹੜੀ ਇਹਨਾਂ ਨੇ ਚੰਗੀ ਕਰਨੀ ਪਹਿਲਾਂ ਮਾੜੀ ਸੀ। ਸੋ ਇਹ ਪੈਰ ਪੈਰ ਤੇ ਬਦਲਦੇ ਆ, ਝੂਠੇ ਆ ਸਾਰੀਆਂ ਗੱਲਾਂ ਦੇ ਉੱਤੇ। 4.5 ਸਾਲਾਂ 'ਚ ਮੈਨੂੰ ਦੱਸ ਦਿਓ ਕੋਈ ਲੱਭਿਆ ਤਾਂ। ਚਲੋ ਆਪਾਂ ਇਸ ਮੁੱਦੇ ਤੇ ਦੁਬਾਰਾ ਫਿਰ ਆਉਂਦੇ ਹਾਂ, ਬਸਪਾ ਵਾਲੇ ਮੁੱਦੇ ਤੇ। ਇੱਕ ਗੱਲ ਮੈਂ ਹੋਰ ਜਾਣਨਾ ਚਾਹੁੰਦਾ, ਸਮਝੌਤਾ ਅਕਸਰ ਉਹਨਾਂ ਪਾਰਟੀਆਂ ਦੇ ਵਿੱਚ ਵੀ ਹੁੰਦਾ ਹੈ ਜਿਨ੍ਹਾਂ ਦਾ ਕਾਮਨ ਮਿਨੀਮਮ ਪ੍ਰੋਗਰਾਮ ਹੋਵੇ। ਤੁਸੀਂ ਵਾਰ-ਵਾਰ ਦਾਅਵਾ ਕਰਦੇ ਹੋ ਕਿ ਸਾਡੀ ਸੋਚ ਜਿਹੜੀ ਹੈ ਉਹ ਬਸਪਾ ਦੇ ਨਾਲ ਮਿਲਦੀ ਹੈ ਜਾਂ ਕਾਮਨ ਮਿਨੀਮਮ ਪ੍ਰੋਗਰਾਮ ਹੈਗਾ, ਪਰ ਤੁਹਾਨੂੰ ਨਹੀਂ ਲੱਗਦਾ ਕਿ ਇਸ ਮੁੱਦੇ ਦੇ ਉੱਤੇ ਬਸਪਾ ਤਾਂ ਵਿਰੋਧੀ ਪਾਰਟੀਆਂ ਕਹਿੰਦੀ ਵੀ ਕਿਤੇ ਨਜ਼ਰ ਹੀ ਨਹੀਂ ਆ ਰਹੀ, ਬਸਪਾ ਨੂੰ ਵਾਧੂ ਫਾਇਦਾ ਹੋ ਗਿਆ, ਤੁਹਾਨੂੰ ਘੱਟ ਫਾਇਦਾ ਹੋਏਗਾ ਇਸ ਸਮਝੌਤੇ ਦੇ ਨਾਲ? ਬਸਪਾ ਮੁੱਖ ਧਾਰਾ ਦੇ ਵਿੱਚ ਆ ਗਈ, ਜਿੱਥੇ ਉਹਨਾਂ ਦਾ ਵਰਕਰ ਕਾਡਰ ਵੀ ਮੋਬਿਲਾਈਜ਼ ਹੋਣਾ ਸ਼ੁਰੂ ਹੋ ਗਿਆ। ਅਕਾਲੀ ਦਲ ਨੂੰ ਸ਼ਾਇਦ ਫਾਇਦਾ ਘੱਟ ਹੋਵੇ, ਪਰ ਬਸਪਾ ਤੁਹਾਡੇ ਤੋਂ ਜ਼ਿਆਦਾ ਫਾਇਦਾ ਲਏਗੀ। ਨਹੀਂ, ਜੇ ਬਸਪਾ ਵਿੱਚ ਆ ਗਈ ਤੇ ਮਾੜਾ ਵੀ ਕੀ ਹੋ ਗਿਆ? ਜੇ ਬਸਪਾ ਆ ਗਈ ਕਿ ਮੁੱਖ ਧਾਰਾ ਦੇ ਵਿੱਚ ਤੇ ਮਾੜਾ ਵੀ ਕੀ ਹੋ ਗਿਆ? ਚੰਗੀ ਗੱਲ ਆ ਜੇ ਆ ਗਈ। ਹਰ ਇੱਕ ਨੂੰ ਰਾਈਟ ਹੈ ਇੱਥੇ ਸਰਕਾਰ ਦਾ ਮਾੜਾ ਮੋਟਾ ਆਨੰਦ ਮਾਣਨ ਦਾ। ਸਿਆਸੀ ਲੋਕ ਹਮੇਸ਼ਾ ਨਫਾ ਨੁਕਸਾਨ ਜ਼ਰੂਰ ਵੇਖਦੇ ਨੇ, ਤੁਸੀਂ ਵੀ ਤਾਂ ਵੇਖਿਆ ਹੋਣਾ ਨਫਾ ਨੁਕਸਾਨ ਕੀ ਹੈ। ਜੇ 96 ਚ ਉਹਨਾਂ ਦੇ 3 MP ਬਣੇ ਸੀ ਤੇ 8 ਸਾਡੇ ਵੀ ਬਣੇ ਸੀ, ਕੋਈ ਫਰਕ ਨਹੀਂ ਪੈਂਦਾ। ਜੇ ਰਲ ਮਿਲ ਕੇ ਸਾਰਾ ਚਲਾ ਲਾਂਗੇ, ਸੇਵਾ ਕਰ ਲਾਂਗੇ ਪੰਜਾਬ ਦੀ, ਕੋਈ ਮਾੜੀ ਗੱਲ ਨਹੀਂ ਹੈਗੀ। ਉਹਨਾਂ ਨੂੰ ਵੀ ਰਾਜ ਭਾਗ ਦੇ ਵਿੱਚ ਹਿੱਸਾ ਮਿਲ ਜਾਏਗਾ ਤਾਂ ਮੈਸੀ ਤਾਂ ਕੋਈ ਮਾੜੀ ਗੱਲ ਨਹੀਂ ਕਹਿੰਦੇ, ਅਸੀਂ ਤਾਂ ਚੰਗਾ ਹੀ ਗਿਣਦੇ ਹਾਂ। ਪਰ ਇਹ ਗੱਠਜੋੜ ਦੀ ਮਿਆਦ ਕਿੰਨੀ ਕਰੇਗੀ, ਇਸੇ ਦਾ ਕਿੰਤੂ ਪਰੰਤੂ ਲੋਕਾਂ ਵੱਲੋਂ ਕੀਤਾ ਜਾ ਰਿਹਾ। ਜੇ ਤਾਂ ਬੜੇ ਸਾਰੇ ਮਾਹਰੇ ਕਹਿੰਦੇ ਨੇ ਜੇ ਤਾਂ ਇਹ ਜਿੱਤ ਗਏ ਫਿਰ ਤਾਂ ਚੱਲਣਗੇ, 2-4 ਚੀਜ਼ਾਂ ਦੇ ਵੀ ਦੇਣਗੇ, ਜੇ ਨਾ ਜਿੱਤ ਪਾਏ ਤੇ ਫਿਰ ਤੂੰ ਕੌਣ ਤੇ ਮੈਂ ਕੌਣ? ਜਿੱਤ ਵਾਲਾ ਜੇ ਕੱਟ ਦਿਓ ਹੁਣ ਜੇ ਨਹੀਂ ਹੈਗਾ। ਇਹ ਦਵਾ ਤੁਹਾਡਾ ਹੀ ਹੈ। ਨਹੀਂ ਸਾਡਾ ਹੀ ਹੈ। ਹੁਣ ਜਿੱਤ ਹੋਏਗੀ ਪੱਕੀ, ਅੱਗੇ ਵੀ ਗੱਠਜੋੜ ਇਹ ਚੱਲੇਗਾ। ਸਾਡੀ ਪੂਰੀ ਕੋਸ਼ਿਸ਼ ਹੈ ਕਿ ਕਮਿਊਨਿਸਟ ਪਾਰਟੀਆਂ ਨੂੰ ਵੀ, ਦੋਨਾਂ ਨੂੰ ਅਸੀਂ ਨਾਲ ਲੈ ਕੇ ਚੱਲਾਂਗੇ, ਉਹਨਾਂ ਨੂੰ ਵੀ ਸਾਡਾ ਕੋਈ ਵਿਚਾਰ। ਇਹ ਗੱਠਜੋੜ ਸਿਰਫ 2022 ਤੱਕ ਜਾਂ 2022 ਨੂੰ ਧਿਆਨ ਦੇ ਵਿੱਚ ਰੱਖ ਕੇ ਕੀਤਾ ਗਿਆ? ਸਾਡੇ ਵੱਲੋਂ ਨਹੀਂ ਟੁੱਟੇਗਾ ਕਦੇ, ਅਸੀਂ ਤਾਂ ਪੱਕਾ ਲੰਮਾ ਲਿਜਾਵਾਂਗੇ। ਹੁਣ ਵੇਖੋ, ਕਾਂਗਰਸ ਨਾਲ ਅਸੀਂ ਰਲਣਾ ਨਹੀਂ, ਤੁਹਾਨੂੰ ਪਹਿਲਾਂ ਵੀ ਕਹਿਤਾ, ਆਪ ਖਤਮ ਹੋ ਜਾਣੀ ਹੈ 2022 ਤੋਂ ਬਾਅਦ। ਉਦੋਂ ਬਾਅਦ ਰਹੇਗੀ ਭਾਰਤੀ ਜਨਤਾ ਪਾਰਟੀ। ਭਾਰਤੀ ਜਨਤਾ ਪਾਰਟੀ ਨਾਲ ਹੁਣ ਜਦੋਂ ਅਸੀਂ ਤੋੜ ਵਿਛੋੜਾ ਕਰਕੇ ਆ ਹੀ ਗਏ, ਹੁਣ ਦੁਬਾਰਾ ਫਿਰ ਅਸੀਂ ਉਹਨਾਂ ਦੇ ਨਾਲ। ਜੇ ਕੱਲ ਨੂੰ ਬੀਜੇਪੀ ਕਾਨੂੰਨ ਵਾਪਸ ਲੈ ਲੈਂਦੀ ਹੈ ਫਿਰ ਉਹ ਕਹਿੰਦੇ ਨੇ ਵੀ ਇਸੇ ਗੱਲ ਤੇ ਤਾਂ ਸਮਝੌਤਾ ਟੁੱਟਿਆ ਸੀ ਨਾ। ਨਹੀਂ, ਹੁਣ ਹਰਪ੍ਰੀਤ ਸਿੰਘ ਜੀ ਜਿਹੜਾ ਸਮਾਂ ਉਹ ਲੰਘ ਗਿਆ। ਹੁਣ ਅਸੀਂ ਭਾਵੇਂ ਉਹ ਕਾਨੂੰਨ ਵਾਪਸ ਵੀ ਲੈ ਲਏ, ਹੁਣ ਅਸੀਂ ਭਾਰਤੀ ਜਨਤਾ ਪਾਰਟੀ ਨਾਲ ਜਾਵਾਂਗੇ ਨਹੀਂ। ਭਾਵੇਂ ਉਹ ਵਾਪਸ ਵੀ ਲੈ ਲਏ, ਹੁਣ ਨਹੀਂ ਜਾਵਾਂਗੇ, ਕਿਉਂਕਿ ਹੁਣ ਸਮਾਂ ਟੱਪ ਗਿਆ। ਜਾਂ ਤਾਂ ਉਦੋਂ ਲੈ ਲੈਂਦੇ, ਵੇਖੋ, ਜਾਂ ਤਾਂ ਸਾਡੀ ਗੱਲ ਮੰਨ ਕੇ ਡਿਲੇ ਕਰ ਦਿੰਦੇ ਜਾਂ ਵਾਪਸ ਲੈ ਲੈਂਦੇ, ਫਿਰ ਤਾਂ ਸਾਡੀ ਗੱਲ ਬਣਦੀ। ਜਦੋਂ ਅਸੀਂ ਮਿੰਨਤਾਂ ਕਰਕੇ ਆ ਗਏ, ਸਾਡੀ ਗੱਲ ਸੁਣੀ ਨਹੀਂ, ਅਸੀਂ ਹੁਣ ਦੁਬਾਰਾ ਫਿਰ ਉਹਨਾਂ ਤੇ ਕਿਉਂ ਇਤਬਾਰ ਕਰੀਏ? ਕੱਲ ਨੂੰ ਫਿਰ ਕੋਈ ਗੱਲ ਇਹੋ ਜਿਹੀ ਆ ਜਾਂਦੀ ਹੈ, ਅਗਲਾ ਦਾ ਤੁਸੀਂ ਉਦੋਂ ਕਿਉਂ? ਹੁਣ ਨਹੀਂ ਜਾਵਾਂਗੇ ਅਸੀਂ। ਸਾਰੀਆਂ ਪਾਰਟੀਆਂ ਲਗਭਗ ਜਿੰਨੀਆਂ ਵੀ ਤੁਹਾਡੀ ਵਿਰੋਧੀ ਪਾਰਟੀਆਂ, ਉਹ ਸਾਰੀਆਂ ਤੁਸੀਂ ਤਾਂ ਇਸ ਨੂੰ ਸਟਰੈਂਥ ਵਜੋਂ ਲੈਂਦੇ ਹੋ, ਉਹ ਤੁਹਾਡੀ ਕਮਜ਼ੋਰੀ ਦਰਸਾ ਰਹੇ ਨੇ ਕਿ ਅਕਾਲੀ ਦਲ ਬੜਾ ਕਮਜ਼ੋਰ ਹੋ ਚੁੱਕਿਆ ਸੀ। ਅਕਾਲੀ ਦਲ ਨੂੰ ਹੁਣ ਜਿਹੜਾ ਮਿਲਦਾ ਉਹਨੂੰ ਨਾਲ ਲੈਣ ਦੀ ਫਰਾਕ ਦੇ ਵਿੱਚ ਨੇ, ਡੁੱਬਦੇ ਨੂੰ ਤਿਨਕੇ ਦਾ ਸਹਾਰਾ ਸਹੀ। ਹਰਪ੍ਰੀਤ ਜੀ, ਸਮਝੌਤਾ ਤਾਂ ਅਸੀਂ ਪਰਸੋਂ ਹੀ ਕੀਤਾ ਨਾ। ਪਹਿਲਾਂ ਸਾਡੀਆਂ 10 ਰੈਲੀਆਂ 8 ਰੈਲੀਆਂ ਤੁਸੀਂ ਵੇਖ ਹੀ ਲਈਆਂ, ਉੱਥੇ ਸੰਗਤ ਹੈ ਨਹੀਂ ਸੀਗੀ। ਤੁਸੀਂ ਸਹੀ ਦੱਸੋ, ਤੁਸੀਂ ਕਵਰ ਕੀਤੀਆਂ ਸਾਰੀਆਂ, ਤੁਹਾਡੇ ਬੰਦਿਆਂ ਨੇ। ਕਿੱਡੇ ਮੇਲਿਆਂ ਨੂੰ ਇਕੱਠ ਲੱਗੇ ਸੀ, ਹਾਲਾਂਕਿ ਕਰੋਨਾ ਵੀ ਚੱਲ ਰਿਹਾ ਸੀ, ਲੋਕੀ ਡਰਦੇ ਵੀ ਸੀ ਕਰੋਨਾ ਤੋਂ, ਤੇ ਸਰਕਾਰ ਨੇ ਘਬਰਾ ਕੇ ਬੈਨ ਲਾਤਾ ਉਹਨਾਂ ਚੀਜ਼ਾਂ ਦੇ ਉੱਤੇ। ਕਿੰਨੀ ਘਬਰਾਈ, ਜੇ ਕਿਤੇ 20 ਰੈਲੀਆਂ ਹੋ ਜਾਂਦੀਆਂ ਤੁਸੀਂ ਵੇਖੋ ਪੰਜਾਬ ਦੀ ਹਵਾ ਉਦੋਂ ਹੀ ਬਦਲ ਜਾਣੀ ਸੀ। ਸੋ ਦੁਸ਼ਮਣ ਤਾਂ ਬਾਤ ਅਣਾਉਣੀ ਕਰੂਗਾ, ਉਹਨੇ ਚੰਗੀ ਕਦੇ ਕਰਨੀ ਨਹੀਂ, ਤੇ ਨਾ ਸਾਨੂੰ ਉਹਨਾਂ ਦਾ ਪ੍ਰਵਾਹ ਹੈ ਕੋਈ ਵੀ ਉਹ ਕੀ ਕਹਿੰਦੇ ਨੇ। ਅਸੀਂ ਜਿਹੜੇ ਪਾਸੇ ਚੱਲ ਪਏ, ਕਾਫਲਾ ਤੁਰਦਾ ਜਾਏਗਾ। ਤੁਸੀਂ ਵੇਖੋਗੇ 22 ਚ ਬਹੁਤ ਵਧੀਆ ਮੈਜੋਰਟੀ ਨਾਲ ਸਰਕਾਰ। ਤੁਸੀਂ ਇਸ ਗੱਲ ਨੂੰ
ਜ਼ਹਿਨ ਦੇ ਵਿੱਚ ਰੱਖ ਕੇ ਸਮਝੌਤਾ ਕੀਤਾ ਕਿ ਇਸ ਵਾਰ ਜਿਹੜੀ ਇਲੈਕਸ਼ਨ ਹੈ ਹੋ ਸਕਦਾ ਦਲਿਤ ਸੈਂਟਰਿਕ ਰਵੇ, ਹੋਰ ਇਸ਼ੂ ਸ਼ਾਇਦ ਠੰਡੇ ਪੈ ਜਾਣ, ਦਲਿਤ ਸੈਂਟਰਿਕ ਰਵੇ, ਇਸ ਕਰਕੇ ਬਸਪਾ ਇੱਕ ਵਧੀਆ ਆਪਸ਼ਨ ਹੈ, ਉਹਦੇ ਨਾਲ ਸਮਝੌਤਾ ਕਰ ਲਓ। ਤੁਸੀਂ ਆਪ ਹੀ ਬੜੇ ਸਾਰੇ ਇਸ਼ੂ ਨੇ ਇਸ ਵਾਰ ਦੀ ਇਲੈਕਸ਼ਨ ਦੇ ਵਿੱਚ, ਮੌਜੂਦਾ ਸਰਕਾਰ ਦੇ ਪ੍ਰਤੀ ਬੇਰੁਜ਼ਗਾਰੀ ਦਾ ਮੁੱਦਾ, ਨਸ਼ਿਆਂ ਦਾ ਮੁੱਦਾ, ਕਿਸਾਨੀ ਕਰਜ਼ਿਆਂ ਦਾ ਮੁੱਦਾ, ਇਹ ਸਾਰੀਆਂ ਚੀਜ਼ਾਂ ਸੀਗੀਆਂ, ਪਰ ਤੁਹਾਨੂੰ ਨਹੀਂ ਲੱਗਦਾ ਕਿ ਜਦੋਂ ਤੁਸੀਂ ਦਲਿਤ ਇਸ਼ੂ ਚੁੱਕੋਗੇ ਉਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਸਾਈਡਲਾਈਨ ਕਰ ਦਿੱਤਾ? ਨਹੀਂ, ਅਸੀਂ ਦਲਿਤ ਕਦੇ ਵੀ ਇਸ਼ੂ ਨਹੀਂ ਚੁੱਕਿਆ। ਦਲਿਤਾਂ ਨੂੰ ਸਹੂਲਤਾਂ ਅਸੀਂ ਜ਼ਰੂਰ ਦਿੱਤੀਆਂ ਜਿਹੜੀਆਂ ਉਹਨਾਂ ਦਾ ਹੱਕ ਬਣਦਾ ਸੀ। ਵੇਖੋ, ਰੋਟੀ ਤਾਂ ਹਰੇਕ ਬੰਦੇ ਨੂੰ ਮਿਲਣੀ ਚਾਹੀਦੀ ਹੈ। ਜਿਹੜਾ ਬੰਦਾ ਇੱਥੇ ਪੈਦਾ ਹੋ ਗਿਆ, ਕੋਈ ਸਰਕਾਰ ਹੈ ਸਾਡੀ ਹੋਵੇ, ਭਾਵੇਂ ਕਾਂਗਰਸ ਦੀ ਹੋਵੇ, ਭਾਵੇਂ ਕਿਸੇ ਦੀ ਹੋਰ ਵੀ ਹੋਵੇ, ਰੋਟੀ ਤਾਂ ਗਰੀਬ ਨੂੰ ਦੇਣਾ ਉਹਦੀ ਡਿਊਟੀ ਹੈ, ਚਾਹੇ ਉਹਨੂੰ ਕੰਮ ਦੇਵੇ ਤੇ ਚਾਹੇ ਉਹਨੂੰ ਰੋਟੀ ਦੇਵੇ। ਉਹ ਅਸੀਂ ਉਧਰਲੇ ਪਾਸੇ ਅਸੀਂ ਕਦਮ ਪੁੱਟੇ ਸੀ, ਚਾਹੇ ਉਹ ਆਟਾ ਦਾਲ ਸਕੀਮ ਸੀ ਵੀ 20 ਰੁਪਏ ਕਿਲੋ ਗਰੀਬ ਨਹੀਂ ਖਰੀਦ ਸਕਦਾ, 2 ਰੁਪਏ ਕਿਲੋ ਦਿਓ, ਉਹ ਕਦਮ ਅਸੀਂ ਪੁੱਟੇ ਆ। ਅਗਲਾ ਵੀ ਜਿਹੜਾ ਸਾਡਾ ਏਜੰਡਾ ਕੋਈ ਇਹ ਨਹੀਂ ਕਿ ਕਿਸੇ ਕਮਿਊਨਿਟੀ ਦਾ ਏਜੰਡਾ ਨਹੀਂ ਹੈਗਾ ਸਾਡਾ। ਪਿਛਲੇ 10 ਸਾਲ ਦੀ ਡਿਵੈਲਪਮੈਂਟ ਸਾਡੀ, ਉਹ ਵੀ ਦੱਸਾਂਗੇ ਲੋਕਾਂ ਨੂੰ ਅਸੀਂ ਕੀ ਕੀ ਕੀਤਾ, ਤੇ ਨਾਲ ਜਿਹੜਾ ਅਗਲਾ ਵੀ ਸਾਡਾ ਉਹ ਏਜੰਡਾ ਉਹੀ ਹੈ ਜਿਹੜਾ ਤੁਸੀਂ ਬੋਲ ਗਏ ਆ ਕਿ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਦੀ ਸਾਡੀ ਪੂਰੀ ਕੋਸ਼ਿਸ਼ ਹੋਏਗੀ, ਪੰਜਾਬ ਦੀ ਡਿਵੈਲਪਮੈਂਟ, ਭਾਈਚਾਰਕ ਸਾਂਝ, ਇਹ ਸਾਰੀਆਂ ਚੀਜ਼ਾਂ ਅਸੀਂ ਲੈ ਕੇ ਅਗਲਾ ਜਿਹੜਾ ਹੈਗਾ ਏਜੰਡਾ ਹੋਏਗਾ। ਇਹ ਬਾਕੀ ਕੋਈ ਕਮਿਊਨਲ ਏਜੰਡਾ ਨਹੀਂ ਹੋਏਗਾ ਸਾਡਾ। ਮੈਂ ਇਹ ਸਵਾਲ ਇਸ ਕਰਕੇ ਮਲੂਕਾ ਸਾਹਿਬ ਕੀਤਾ, ਤੁਸੀਂ ਜਿਸ ਇਲਾਕੇ ਨੂੰ ਬਿਲੋਂਗ ਕਰਦੇ ਹੋ ਉਹਦੇ ਨੇੜੇ ਤੇੜੇ ਕੁਝ ਘਟਨਾਵਾਂ ਅਜਿਹੀਆਂ ਹੋਈਆਂ ਸੀ ਜਿਨ੍ਹਾਂ ਨੇ ਇਸ਼ਾਰਾ ਕੀਤਾ ਸੀਗਾ ਕਿ ਪੰਜਾਬ ਦੀ ਸਿਆਸੀ ਦਿਸ਼ਾ ਬਦਲ ਸਕਦੀ ਹੈ ਜਾਂ ਆਪਸੀ ਭਾਈਚਾਰੇ ਨੂੰ ਤਾਕ ਦੇ ਵਿੱਚ ਰੱਖਿਆ ਜਾ ਰਿਹਾ। ਇੱਕ ਅਰਦਾਸ ਹੋਈ ਸੀ, ਤੁਹਾਨੂੰ ਯਾਦ ਹੋਏਗਾ, ਉਸ ਦਲਿਤ ਭਾਈਚਾਰੇ ਦੀ ਅਰਦਾਸ ਦੇ ਵਿੱਚ ਜੋ ਗੱਲਾਂ ਕੀਤੀਆਂ ਗਈਆਂ, ਉਸ ਤੋਂ ਬਾਅਦ ਸਿਲਸਿਲਾ ਹੀ ਸ਼ੁਰੂ ਹੋ ਗਿਆ, 2-4 ਚੀਜ਼ਾਂ ਹੋਰ ਵੀ ਆਈਆਂ। ਇਦਾਂ ਲੱਗਣ ਲੱਗ ਗਿਆ, ਮੈਂ ਉਸ ਪਾਰਟੀ ਦਾ ਨਾਮ ਨਹੀਂ ਲੈਂਦਾ, ਕਿ ਉਹ ਪਾਰਟੀ ਕਿਸਾਨਾਂ ਤੇ ਦਲਿਤ ਭਾਈਚਾਰੇ ਦੇ ਵਿੱਚ ਇੱਕ ਵਿਤਕਰਾ ਪੈਦਾ ਕਰਨਾ ਚਾਹੁੰਦੀ ਹੈ, ਇੱਕ ਇਤਫਾਕ ਪੈਦਾ ਕਰਨਾ ਚਾਹੁੰਦੀ ਹੈ। ਤੁਹਾਨੂੰ ਲੱਗਦਾ ਹੈ ਕਿ ਉਸ ਇਤਫਾਕ ਨੂੰ ਤੁਸੀਂ ਖਤਮ ਕਰ ਦਿੱਤਾ? ਤੁਹਾਡੀ ਕਿਸਾਨਾਂ ਦੀ ਪਾਰਟੀ ਮੰਨੀ ਜਾਂਦੀ ਹੈ, ਤੁਸੀਂ ਕਹਿੰਦੇ ਹੋ, ਤੇ ਉਧਰ ਦਲਿਤ ਭਾਈਚਾਰੇ ਦੀ ਪਾਰਟੀ, ਤੁਸੀਂ ਮੇਲਜੋਲ ਕਰ ਦਿੱਤਾ, ਉਸ ਇਤਫਾਕ ਨੂੰ ਖਤਮ ਕੀਤਾ? ਵੇਖੋ, ਕਿਸਾਨ ਤੇ ਮਜ਼ਦੂਰ ਤਾਂ ਸ਼ੁਰੂ ਤੋਂ ਹੀ ਇਕੱਠੇ ਆ। ਕਿਸਾਨ ਮਜ਼ਦੂਰ ਇਕੱਠੇ ਖੇਤੀ ਕਰਦੇ ਆ ਸੈਂਕੜੇ ਸਾਲਾਂ ਤੋਂ, ਕੋਈ ਅੱਜ ਨਹੀਂ ਕੀਤੇ, ਨਾ ਕਿਸੇ ਦੇ ਕੀਤੇ ਅੱਡ ਹੋਣਗੇ ਤੇ ਨਾ ਕਿਸੇ ਦੇ ਕੀਤੇ ਇਕੱਠੇ ਹੋਣਗੇ। ਇਹ ਕੁਦਰਤੋਂ ਪ੍ਰਮਾਤਮਾ ਵੱਲੋਂ ਇਕੱਠੇ ਆ ਦੋਨੇ, ਇਹਨਾਂ ਦਾ ਬਹੁਤ ਨੇੜੇ ਦਾ ਰਿਸ਼ਤਾ ਦੋਨਾਂ ਦਾ। ਉਦੋਂ ਬਾਅਦ ਆ ਜਾਂਦਾ ਵਪਾਰੀ, ਆੜਤੀਆ ਸਾਡਾ, ਉਹ ਵੀ ਸਾਡੇ ਨਾਲ ਜੁੜਿਆ। ਕਿਸਾਨ ਦਾ ਤੇ ਮਜ਼ਦੂਰ ਦਾ ਉਦੋਂ ਰਿਸ਼ਤਾ ਆੜਤੀਏ ਨਾਲ ਹੈ। ਸਾਰਾ ਸਮਾਨ ਲੈਣ ਦੇਣ, ਹੁਣ ਤਾਂ ਹੋਰ ਚੀਜ਼ਾਂ ਬਣ ਗਈਆਂ, ਮਾਰਕੀਟਾਂ ਬਣ ਗਈਆਂ, ਪਹਿਲਾਂ ਸਾਰਾ ਆੜਤੀਏ ਦੇ ਥਰੂ ਹੀ ਹੁੰਦਾ ਸੀ। 6 ਮਹੀਨੇ ਉਹ ਤੋਂ ਹੀ ਸਮਾਨ ਲਿਆਈ ਜਾਂਦੇ ਤੇ 6 ਮਹੀਨੇ ਉਹਨਾਂ ਨੂੰ ਦਿੰਦੇ। ਵਪਾਰ ਵੀ ਜੁੜਿਆ ਹੋਇਆ। ਤੀਜੀ ਆ ਗਈ ਨੌਕਰੀ। ਨੌਕਰੀ ਤੇ ਪੰਜਾਬ ਦੇ ਵਿੱਚ ਜਿੰਨੀ ਗੁੰਜਾਇਸ਼ ਹੈ, ਮੈਂ ਕਹਿੰਦਾ, ਮੈਂ ਇਹ ਨਹੀਂ ਕਹਿੰਦਾ ਕਿ ਸਾਰੇ ਲੋਕਾਂ ਨੂੰ, ਮੈਂ ਨਾ ਇਹ ਗੱਲ ਸਮਝਦਾ ਕਿ ਜਿੰਨੇ ਲੋਕ ਪੜ੍ਹ ਗਏ ਸਾਰਿਆਂ ਨੂੰ ਕੋਈ ਵੀ ਸਰਕਾਰ ਨੌਕਰੀ ਦੇ ਦੂਗੀ, ਮੈਂ ਕਦੇ ਮੈਂ ਇਹਦੇ ਨਾਲ ਸਹਿਮਤ ਹੀ ਨਹੀਂ ਹੈਗਾ। ਮੈਂ ਕਹਿੰਦਾ ਜਿਹੜੇ ਕਾਬਲ ਲੋਕ ਹੈ ਜਾਂ ਜਿੰਨੀਆਂ ਸਾਡੀਆਂ ਪੋਸਟਾਂ ਨੇ ਉਹ ਤਾਂ ਘੱਟੋ ਘੱਟ ਅਸੀਂ ਭਰ ਦਈਏ, ਉਹਨਾਂ ਤੇ ਨਾ ਖਵਾਈਏ ਲੋਕਾਂ ਤੋਂ ਵੀ ਸਾਡੇ ਕੋਲ 500 ਪੋਸਟ 1000 ਜਾਂ 2000 ਖਾਲੀ ਪਈ ਹੈ ਤੇ ਲੋਕ ਸੜਕਾਂ ਤੇ ਬੈਠੇ ਨੇ ਉਸੇ ਗੱਲ ਦੀ ਖਾਤਰ, ਉਹ ਸਾਨੂੰ ਦੇ ਦੇਣੀਆਂ ਚਾਹੀਦੀਆਂ। ਉਹਦੇ ਪਿੱਛੇ ਨਹੀਂ ਸਾਨੂੰ ਲੋਕਾਂ ਨੂੰ ਖੱਜਲ ਖੁਆਲ ਕਰਨਾ ਚਾਹੀਦਾ। ਇੱਕ 10-10 ਸਾਲ ਸਾਨੂੰ ਕੱਚੇ ਨਹੀਂ ਰੱਖਣਾ ਚਾਹੀਦਾ ਮੁਲਾਜ਼ਮਾਂ ਨੂੰ ਵੀ, 10-10 ਸਾਲ ਅਸੀਂ ਉਹਨਾਂ ਦਾ ਸ਼ੋਸ਼ਣ ਕਰੀਏ, ਪੱਕੇ ਹੀ ਨਾ ਕਰੀਏ, ਕੱਚੇ ਲਈ ਤੁਰੇ ਫਿਰੀਏ। ਤੁਹਾਡੇ ਵੇਲੇ ਵੀ ਤਾਂ ਸਭ ਕੁਝ ਹੁੰਦਾ ਹੀ ਰਿਹਾ ਨਾ, ਤੁਹਾਡੇ ਵੇਲੇ ਵੀ ਹੜਤਾਲਾਂ ਹੁੰਦੀਆਂ ਰਹੀਆਂ, ਤੁਹਾਡੇ ਵੇਲੇ ਵੀ ਧਰਨੇ ਪ੍ਰਦਰਸ਼ਨ ਚੱਲਦੇ ਰਹੇ। ਹੁਣ ਐਸਾ ਕੀ ਹੋ ਜਾਏਗਾ ਕਿ ਬਦਲ ਗਿਆ? ਵੇਖੋ, ਹੜਤਾਲਾਂ ਤਾਂ ਹਰ ਗਵਰਨਮੈਂਟ ਦੇ ਵਿੱਚ ਹੁੰਦੀਆਂ, ਕਦੇ ਸਾਰੇ ਮਸਲੇ, ਕਦੇ ਕਿੰਨਾ ਮਰਜ਼ੀ ਦੇ ਦਿਓ, ਸਾਰੇ ਮਸਲੇ ਫਿਰ ਵੀ ਪੂਰੇ ਨਹੀਂ ਹੁੰਦੇ ਕਦੇ। ਸਭ ਤੋਂ ਵੱਧ ਗ੍ਰੇਡ ਜੇ ਦਿੱਤੇ ਆ ਤਾਂ ਜਦੋਂ ਵੀ ਪੇ ਕਮਿਸ਼ਨ ਲਾਗੂ ਕੀਤੇ ਆ ਮੁਲਾਜ਼ਮਾਂ ਦੇ, ਪੰਜਾਬ ਸਰਕਾਰ ਨੇ ਕੀਤੇ ਆ। ਨੌਕਰੀਆਂ ਵੀ ਪਿਛਲੀ ਸਰਕਾਰ 'ਚ ਬਹੁਤ ਦਿੱਤੀਆਂ। 2001 ਦੇ ਵਿੱਚ ਅਸੀਂ ਇੰਨੇ ਗ੍ਰੇਡ ਦਿੱਤੇ ਸੀ ਪੰਜਾਬ ਦੇ ਮੁਲਾਜ਼ਮਾਂ ਨੂੰ, ਤੇ ਹਿੰਦੁਸਤਾਨ ਨੂੰ ਵੀ ਉੱਪਰ ਚਲੇ ਗਏ ਸੀ ਗ੍ਰੇਡ। ਸੈਂਟਰ ਦੇ ਗ੍ਰੇਡ ਮੰਨੇ ਗਏ ਆ ਵੱਡੇ ਸਭ ਤੋਂ, ਸਾਡੇ ਉਦੋਂ ਵੀ ਟੱਪ ਗਏ ਸੀਗੇ। ਆ ਜਿਹੜੇ ਇਹਨਾਂ ਨੇ ਹੁਣ ਘੱਟ ਕਰਤੇ, ਸੈਂਟਰ ਦੇ ਬਰਾਬਰ ਲਿਆਂਦੇ ਆ। ਸੋ ਇਸ ਕਰਕੇ ਅਸੀਂ ਹਮੇਸ਼ਾ, ਪਰ ਕਦੇ ਵੀ ਸਾਰੀ ਡਿਮਾਂਡ ਨਾ ਕਿਸਾਨਾਂ ਦੀ, ਨਾ ਮਜ਼ਦੂਰਾਂ ਦੀ, ਨਾ ਮੁਲਾਜ਼ਮਾਂ ਦੀ, ਨਾ ਵਪਾਰੀਆਂ ਦੀ 100% ਕਦੇ ਵੀ ਨਹੀਂ ਪੂਰੀ ਹੁੰਦੀ, ਕਿਉਂਕਿ ਮੰਗਾਂ ਨਵੀਆਂ ਪੈਦਾ ਹੁੰਦੀਆਂ ਰਹਿੰਦੀਆਂ, ਸਮੇਂ ਦੇ ਨਾਲ ਨਾਲ ਨਵੀਆਂ ਚੀਜ਼ਾਂ ਪੈਦਾ ਹੁੰਦੀਆਂ ਰਹਿੰਦੀਆਂ, ਨਵੀਆਂ ਡਿਮਾਂਡਸ ਪੈਦਾ ਹੁੰਦੀਆਂ। ਤੁਹਾਡੇ ਇਲਾਕੇ ਦੇ ਵਿੱਚ ਵੀ ਬੜੀ ਚਰਚਾ ਹੋਣੀ ਸ਼ੁਰੂ ਹੋ ਗਈ ਸੀ ਉਸ ਅਰਦਾਸ ਤੋਂ ਬਾਅਦ, ਕਿਉਂਕਿ ਖਾਸ ਤੌਰ ਤੇ ਉਦੋਂ ਕਿਹਾ ਗਿਆ ਸੀਗਾ ਕਿ ਬੀਜੇਪੀ ਪੂਰਾ ਇਹ ਸਪਾਂਸਰਡ ਚੀਜ਼ਾਂ ਹੈਗੀਆਂ ਨੇ, ਬੀਜੇਪੀ ਦਲਿਤ ਭਾਈਚਾਰੇ ਨੂੰ ਆਪਣੇ ਵੱਲ ਕਰਨਾ ਚਾਹੁੰਦੀ ਹੈ। ਇਸ ਚੀਜ਼ ਦੇ ਨਾਲ ਦੋਵੇਂ ਚੀਜ਼ਾਂ ਉਹਦੀਆਂ ਹੱਲ ਹੁੰਦੀਆਂ ਨੇ। ਕਿਸਾਨਾਂ ਨੂੰ ਜਵਾਬ ਦੇਣਾ ਵੀ ਉਹ ਦਲਿਤ ਦੇ ਜ਼ਰੀਏ ਦੇਣਾ ਚਾਹੁੰਦੇ ਸੀਗੇ, ਦੂਜੇ ਪਾਸੇ ਵੋਟ ਪੋਲਰਾਈਜ਼ ਵੀ ਕਰ ਰਹੇ ਸੀ। ਅਸੀਂ ਉਹ ਬੰਦੇ ਦਾ ਪਤਾ ਕਰਾਇਆ ਸੀ। ਬੰਦਾ ਮੈਂਟਲੀ ਤੌਰ ਤੇ ਕੋਈ ਬਹੁਤਾ ਸਿਆਣਾ ਨਹੀਂ ਸੀ ਉਹ, ਇਸ ਕਰਕੇ ਅਸੀਂ ਉਹਨੂੰ ਬਹੁਤਾ ਨਹੀਂ ਕੀਤਾ। ਜਾਂ ਵੀ ਕੋਈ ਲੋਕੀ ਐਵੇਂ ਨਵੇਂ ਲੜਾਈ ਝਗੜੇ ਪੈਦਾ ਹੋਣ, ਨਵੇਂ ਹੋ ਸਕਦਾ ਕਿਸੇ ਦੀ ਮਗਰ ਸ਼ਰਾਰਤ ਵੀ ਹੋਵੇ, ਮੈਂ ਨਹੀਂ ਕਹਿੰਦਾ, ਹੋ ਸਕਦਾ ਤੇ ਗਵਰਨਮੈਂਟ ਨੂੰ ਪਤਾ ਹੋਊ ਕਿਉਂਕਿ ਉਹਨਾਂ ਨੇ ਉਹਨੂੰ ਅਰੈਸਟ ਵੀ ਕੀਤਾ, ਪੁੱਛਗਿੱਛ ਵੀ ਕੀਤੀ ਹੋਊਗੀ, ਤੇ ਇਸ ਕਰਕੇ ਕੋਈ ਅਸੀਂ ਉਹਨੂੰ, ਉਹ ਬੰਦੇ ਦਾ ਪਤਾ ਕਰਾਇਆ ਸੀ ਬੰਦਾ ਕਿਹੋ ਜਿਹਾ ਹੈ। ਕਿਉਂਕਿ ਜਦੋਂ ਬੰਦੇ ਨੇ ਸਰਪੰਚ ਬਣਨ ਦੀ ਖਾਤਰ ਉੱਥੇ ਇਹਨਾਂ ਦੀ ਸੱਚੇ ਸੌਦੇ ਦੀ ਵੋਟ ਉੱਥੇ ਬਸਤੀ ਜੀ 'ਚ ਕਾਫੀ ਹੈਗੀ, ਜ਼ਿਆਦਾ ਹੈਗੀ। ਉਹਨੇ ਕਹਿਤਾ ਵੀ ਜੇ ਤੁਸੀਂ ਮੈਨੂੰ ਸਰਪੰਚ ਬਣਾ ਦਿਓ ਮੈਂ ਐਂ ਕਰ ਦੂੰ, ਜਿਵੇਂ ਬੰਦਾ ਲਾਰੇ ਲਾ ਲੈਂਦਾ, ਕਹਿ ਲਿਆ ਕਿਸੇ ਨੇ, ਕਰ ਲਿਆ ਉਹ, ਇਸ ਕਰਕੇ ਕੋਈ ਬਹੁਤ। ਅੱਛਾ, ਇੱਕ ਗੱਲ ਹੋਰ, ਇੱਕ ਅਨਾਉਂਸਮੈਂਟ ਤੁਹਾਡੀ ਪਾਰਟੀ ਵੱਲੋਂ ਕੀਤੀ ਗਈ ਸੀ ਕਿ ਅਸੀਂ ਡਿਪਟੀ ਸੀਐਮ ਜਿਹੜਾ ਉਹ ਦਲਿਤ ਭਾਈਚਾਰੇ ਦਾ ਬਣਾਵਾਂਗੇ। ਹੁਣ ਕਿਤੇ ਇਹ ਸਮਝੌਤਾ ਹੋਇਆ ਕਿ ਡਿਪਟੀ ਸੀਐਮ ਜੇ ਤੁਹਾਡੀ ਸਰਕਾਰ ਬਣ ਜਾਂਦੀ ਹੈ ਤਾਂ ਉਹ ਬਸਪਾ ਦਾ ਹੋਏਗਾ? ਨਹੀਂ, ਇਹ ਕੋਈ ਸਮਝੌਤਾ ਨਹੀਂ ਹੋਇਆ। ਇਹ ਫੈਸਲਾ ਪੱਕਾ ਹੈ ਕਿ ਡਿਪਟੀ ਸੀਐਮ ਦਲਿਤ ਹੋਏਗਾ। ਉਹ ਤੁਹਾਡੀ ਪਾਰਟੀ ਦਾ ਵੀ ਹੋ ਸਕਦਾ, ਉਹ
ਬਸਪਾ ਦਾ ਵੀ ਹੋ ਉਹਨਾਂ ਦਾ ਵੀ ਹੋ ਸਕਦਾ, ਸਾਡਾ ਵੀ ਹੋ ਸਕਦਾ। ਇਹਦੇ 'ਚ ਕੋਈ ਦੋ ਸਾਡਾ ਕੋਈ ਆਵੇ ਦੀ ਹੁਣ ਇਸ ਮਸਲੇ ਤੇ ਕੋਈ ਰੌਲਾ ਹੀ ਨਹੀਂ ਹੈਗਾ। ਉਹ ਜਿਹੜਾ ਵੀ ਠੀਕ ਹੋਏ ਮੌਕੇ ਤੇ ਫੈਸਲੇ, ਕੋਈ ਉਹਦੇ ਕਲੀਅਰ ਨਹੀਂ ਹੈਗਾ ਕਿ ਅਸੀਂ ਦਲਤਾਂ ਨਾਲ ਕੋਈ ਇਹ ਸਮਝੌਤਾ ਕੀਤਾ ਵੀ ਡਿਪਟੀ ਸੀਐਮ ਤੁਹਾਡਾ ਹੋਏਗਾ ਜਾਂ ਨਹੀਂ ਕੀਤਾ। ਇਹ ਗੱਲ ਨਹੀਂ ਹੈਗੀ, ਡਿਪਟੀ ਸੀਐਮ ਦਲਤਾਂ ਦਾ ਹੋਏਗਾ, ਇਹ ਗੱਲ ਠੀਕ ਹੈ। ਹਾਂ ਠੀਕ ਹੈ। ਆਮ ਆਦਮੀ ਪਾਰਟੀ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਜਿਸ ਦਿਨ ਤੁਹਾਡਾ ਸਮਝੌਤਾ ਹੋਇਆ। ਆਮ ਆਦਮੀ ਪਾਰਟੀ ਕਹਿੰਦੀ ਹੈ ਸਮਝੌਤਾ ਕਰਾਇਆ ਨਰਿੰਦਰ ਮੋਦੀ ਹੋਣਾ ਨੇ, ਬੀਜੇਪੀ ਨੇ ਸਮਝੌਤਾ ਕਰਾਇਆ ਕਿਉਂਕਿ ਬਸਪਾ ਬੀਜੇਪੀ ਤੋਂ ਬਿਨਾਂ ਪੁੱਛੇ ਕੋਈ ਕੰਮ ਹੀ ਨਹੀਂ ਕਰਦੀ, ਦਫ਼ਤਰ ਤੱਕ ਨਹੀਂ ਖੋਲਦੀ। ਇਹ ਕਿਵੇਂ ਹੋ ਸਕਦਾ ਹੈ ਕਿ ਅਕਾਲੀ ਦਲ ਨਾਲ ਸਮਝੌਤਾ ਬੀਜੇਪੀ ਤੋਂ ਪੁੱਛੇ ਬਿਨਾਂ ਹੋ ਗਿਆ ਬਸਪਾ ਦਾ? ਆਮ ਆਦਮੀ ਪਾਰਟੀ ਕਹਿੰਦੀ ਹੈ ਜੀ, ਮੈਂ ਆਮ ਆਦਮੀ ਪਾਰਟੀ ਨੂੰ ਹੁਣ ਸੀਰੀਅਸ ਹੀ ਨਹੀਂ ਲੈਂਦਾ। ਉਹ ਹੁਣ ਪਰ ਐਲੀਗੇਸ਼ਨ ਤਾਂ ਬਹੁਤ ਸੀਰੀਅਸ ਹੈ। ਨਹੀਂ ਐਲੀਗੇਸ਼ਨ ਲਾਉਣੇ ਸੌਖੇ ਆ, ਐਲੀਗੇਸ਼ਨ ਪ੍ਰੂਫ ਕਰਨੇ ਬਹੁਤ ਔਖੇ ਹੁੰਦੇ ਆ। ਇਹ ਗੱਲ 'ਚ ਕੋਈ ਦਾਮੀ ਹੈ ਨਹੀਂ। ਤੁਸੀਂ ਸਿਆਣੇ ਹੈਗੇ, ਬਹੁਤ ਸਿਆਣੇ ਰਿਪੋਰਟਰ ਆ, ਤੁਹਾਨੂੰ ਲੱਗਦਾ ਵੀ ਇਹ ਗੱਲ 'ਚ ਕੋਈ ਦਮ ਹੈ? ਜਿਹੜਾ ਬੰਦਾ ਐਵੇਂ ਝੂਠ ਹੀ ਬੋਲੀ ਜਾਂਦਾ ਤੜਕੇ ਤੋਂ ਲੈ ਕੇ ਆਥਣ ਤਾਈਂ, ਉਹਨਾਂ ਬੰਦਿਆਂ ਨੂੰ ਸੀਰੀਅਸ ਸਾਨੂੰ ਲੈਣਾ ਨਹੀਂ ਚਾਹੀਦਾ। ਆਮ ਆਦਮੀ ਪਾਰਟੀ ਨੂੰ ਹੁਣ ਅਸੀਂ ਸੀਰੀਅਸ ਲੈਂਦੇ ਨਹੀਂ ਹੈਗੇ। ਅਸੀਂ ਇਹਨੂੰ ਗਿਣਦੇ ਆ ਵੀ 4 ਮਹੀਨਿਆਂ ਦੀ ਗੱਲ ਹੈ। ਇਹ ਪੰਜਾਬ ਦੇ ਸੀਨ ਤੋਂ ਜਿਵੇਂ ਮਾਨ 99 ਚ ਆਇਆ ਸੀ ਹਨੇਰੀ ਵਾਂਗੂ ਤੇ 6 ਮਹੀਨਿਆਂ ਚ ਸਾਲ ਚ ਮੁੜ ਕੇ ਥਿਆ ਨਹੀਂ, ਮਾਨ ਕਿੱਧਰ ਨੂੰ ਗਿਆ। ਇਹ ਪਾਰਟੀ ਨੇ ਵੀ 2022 ਚ ਸੀਨ ਤੋਂ ਖਤਮ ਹੋ ਜਾਣਾ ਪੰਜਾਬ ਦੇ। ਪਰ ਮਲੂਕਾ ਸਾਹਿਬ, ਤੁਹਾਨੂੰ ਲੱਗਦਾ ਹਰ ਪਾਰਟੀ ਦੇ ਵਿੱਚ ਦਲਿਤ ਲੀਡਰ ਨੇ, ਦਲਿਤ ਵਰਕਰ ਨੇ, ਹਰ ਪਾਰਟੀ ਦੇ ਨਾਲ ਵਰਕਰ ਕਾਡਰ ਜੁੜਿਆ ਹੋਇਆ ਦਲਿਤ ਭਾਈਚਾਰੇ ਦਾ। ਹੁਣ ਮੈਨੂੰ ਇਹ ਸਮਝਾਓ ਨਾ, ਕਾਂਗਰਸ ਦੇ ਨਾਲ ਵੀ ਦਲਿਤ ਹੈ, ਕਾਂਗਰਸ ਤਾਂ ਇੱਥੋਂ ਤੱਕ ਦਾਅਵਾ ਕਰਦੀ ਇਸ ਤਾਂ ਕੈਬਨਿਟ ਵਜ਼ੀਰ ਵੀ ਦਲਿਤ ਬਣਾਏ ਹੋਏ ਨੇ। ਆਮ ਆਦਮੀ ਪਾਰਟੀ ਕਹਿੰਦੀ ਇਸ ਤਾਂ ਵਿਰੋਧੀ ਧਿਰ ਦਾ ਆਗੂ ਦਲਿਤ ਬਣਾਇਆ ਹੋਇਆ। ਇਹ ਤਾਂ ਨਹੀਂ ਹੈਗਾ ਕਿ ਪੂਰੇ ਦਲਿਤਾਂ ਦੀ ਰਿਪਰੈਜ਼ੈਂਟੇਟਿਵ ਜਿਹੜੀ ਹੈਗੀ ਉਹ ਸਿਰਫ ਬਸਪਾ ਦੇ ਕੋਲ ਹੈ। ਫਿਰ ਤੁਹਾਨੂੰ ਕਿੰਨਾ ਕੁ ਭਰੋਸਾ ਹੈ ਕਿ ਦਲਿਤ ਬਸਪਾ ਨੂੰ ਵੋਟ ਪਾਣਗੇ ਜਾਂ ਤੁਹਾਨੂੰ ਵੋਟ ਪਾਣਗੇ? ਉਹਨਾਂ ਦੇ ਨਾਲ ਵੀ ਕਾਡਰ ਵਰਕਰ ਜੁੜਿਆ ਹੋਇਆ ਦਲਿਤ ਭਾਈਚਾਰੇ ਨੂੰ, ਉਹਨਾਂ ਨੇ ਵੀ ਬਥੇਰਾ ਕੁਝ ਦਿੱਤਾ। ਬੀਜੇਪੀ ਤਾਂ ਕਹਿੰਦੀ ਅਸੀਂ ਰਾਸ਼ਟਰਪਤੀ ਤੱਕ ਦਲਿਤ ਬਣਾ ਦਿੱਤਾ। ਇੱਕ ਗੱਲ ਦੱਸੀਏ ਤੁਹਾਨੂੰ, ਕਾਂਗਰਸ ਦੀ ਕਰਤੂਤ ਦੱਸੀਏ ਤੁਹਾਨੂੰ। 1925 ਸ਼੍ਰੋਮਣੀ ਕਮੇਟੀ ਬਣ ਗਈ ਸੀ 1925 ਚ, ਐਕਟ ਦੇ ਥੱਲੇ, ਉਦੋਂ ਅੰਗਰੇਜ਼ ਦਾ ਰਾਜ ਸੀ, ਵੋਟਾਂ ਨਹੀਂ ਸੀ ਪੈਂਦੀਆਂ ਹੁੰਦੀਆਂ। ਉੱਥੇ ਪਹਿਲੀ ਰਿਜ਼ਰਵੇਸ਼ਨ ਅਕਾਲੀ ਦਲ ਨੇ ਦਿੱਤੀ ਸੀ ਦਲਤਾਂ ਨੂੰ, ਸ਼੍ਰੋਮਣੀ ਕਮੇਟੀ ਦੀ ਪਹਿਲੀ ਰਿਜ਼ਰਵੇਸ਼ਨ। ਉਦੋਂ ਪਹਿਲਾਂ ਰਿਜ਼ਰਵੇਸ਼ਨ ਹੁੰਦੀ ਨਹੀਂ ਸੀ, ਅੰਗਰੇਜ਼ ਦੇ ਰਾਜ 'ਚ ਕੋਈ ਰਿਜ਼ਰਵੇਸ਼ਨ ਨਹੀਂ ਸੀ ਹੁੰਦੀ ਕਮੇਟੀ ਦੇ ਵਿੱਚ। ਸ਼੍ਰੋਮਣੀ ਕਮੇਟੀ 'ਚ ਪਹਿਲੀ ਨੌਕਰੀਆਂ 'ਚ ਰਿਜ਼ਰਵੇਸ਼ਨ ਅਸੀਂ ਦਿੱਤੀ ਸੀਗੀ। ਇਹ ਪਹਿਲਾ ਇਤਿਹਾਸਕ ਗੱਲ ਹੈ ਕਿ ਜਿਹੜੀ ਉਦੋਂ ਪਹਿਲਾਂ ਰਿਜ਼ਰਵੇਸ਼ਨ ਹੁੰਦੀ ਹੀ ਨਹੀਂ ਸੀ, ਅੰਗਰੇਜ਼ ਤਾਂ ਦਿੰਦਾ ਹੀ ਨਹੀਂ ਸੀ, ਆਪਾਂ ਨੂੰ ਪਤਾ ਰਿਜ਼ਰਵੇਸ਼ਨ ਅਸੀਂ ਦਿੱਤੀ। ਉਦੋਂ ਬਾਅਦ ਚਲੋ ਅਸੀਂ ਦਿੱਤੀ, 47 ਆ ਗਿਆ, ਆਜ਼ਾਦ ਮੈਂ ਹੋ ਗਿਆ ਦੇਸ਼। ਰਾਜ ਤਾਂ ਕਾਂਗਰਸ ਦਾ ਹੈ ਨਾ ਆਜ਼ਾਦ। ਪੰਜਾਬ ਦੇ ਦਲਤਾਂ ਨੂੰ ਨਹੀਂ ਸੀ ਦਿੱਤੀ ਗਈ ਰਿਜ਼ਰਵੇਸ਼ਨ। ਤੁਹਾਨੂੰ ਸ਼ਾਇਦ ਜਾਣਕਾਰੀ ਹੈ ਜਾਂ ਨਹੀਂ, ਮੈਨੂੰ ਨਹੀਂ ਪਤਾ। ਪੰਜਾਬ ਦੇ ਦਲਤਾਂ ਨੂੰ ਨਹੀਂ ਸੀ ਦਿੱਤੀ ਗਈ ਰਿਜ਼ਰਵੇਸ਼ਨ। ਸਾਨੂੰ ਐਜੀਟੇਸ਼ਨ ਕਰਨੀ ਪਈ ਸੀ 2 ਸਾਲ, ਆ ਕੇ 49 ਚ ਫਿਰ ਅਸੀਂ ਲਈ ਸੀ ਦਬਾਅ ਪਾ ਕੇ। ਪੰਜਾਬ ਦੇ ਦਲਤਾਂ ਨੂੰ ਤਾਂ ਰਿਜ਼ਰਵੇਸ਼ਨ ਦਿੱਤੀ ਨਹੀਂ ਸੀ ਕਾਂਗਰਸ ਵਾਲਿਆਂ ਨੇ। ਅਸੀਂ 2 ਸਾਲ ਐਜੀਟੇਸ਼ਨ ਕੀਤੀ, ਫਿਰ ਰਿਜ਼ਰਵੇਸ਼ਨ ਦਵਾਈ ਸੀ ਇਹਨਾਂ ਨੂੰ। ਤੇ ਕਾਂਗਰਸ ਕਿਵੇਂ ਕਹਿ ਸਕਦੀ ਹੈ ਦਲਤਾਂ ਦੀ ਮਦਈ? ਚਲੋ ਹੁਣ ਤਾਂ ਦਿੱਤਾ ਪੈਣਾ ਉਹਨਾਂ ਨੇ ਸਭ ਕੁਝ। ਨਹੀਂ, ਕੀ ਦਿੱਤਾ? ਹੁਣ ਤਾਂ ਸਾਧੂ ਸਿੰਘ ਧਰਮਸੋਤ ਉਹਨਾਂ ਦੇ ਮੰਤਰੀ ਅਹਿਮ ਅਹੁਦੇ ਦਿੱਤੇ ਪਏ ਹਰਪ੍ਰੀਤ ਪਾਰਟੀ ਦੇ ਵਿੱਚ। ਇੱਕ ਪਾਰਟੀ ਦੇ ਵਿੱਚ, ਇੱਕ ਮਿੰਟ, ਇੱਕ ਸਰਕਾਰ ਦੇ ਵਿੱਚ ਜਾਂ ਪਾਰਟੀ ਦੇ ਵਿੱਚ ਜਦੋਂ ਤੁਸੀਂ ਇੱਕ ਦਲਿਤ ਭਾਈਚਾਰੇ ਦੇ ਆਗੂ ਨੂੰ ਨੁਮਾਇੰਦਗੀ ਦਿੰਦੇ ਹੋ ਤਾਂ ਇਸ ਤੋਂ ਵੱਧ ਹੋਰ ਤੁਸੀਂ ਕੀ ਦੇ ਸਕਦੇ? ਨੁਮਾਇੰਦਗੀ ਹਰੇਕ ਸਰਕਾਰ ਨੂੰ ਦੇਣੀ ਪਊਗੀ, ਕਿ ਕੋਈ ਪੁੰਨ ਨਹੀਂ ਕਰਦੇ ਹੈਗੇ, ਦੇਣੀ ਪਊਗੀ ਜੋ ਹਾਲਾਤ ਨੇ। ਅਗਲੀ ਗੱਲ, 4 ਬੰਦਿਆਂ ਨੂੰ ਵਜ਼ੀਰ ਬਣਾ ਦਈਏ ਦਲਤਾਂ ਨੂੰ, ਸਾਰੇ ਦਲਤਾਂ ਨੂੰ ਸਾਰਾ ਕੁਝ ਮਿਲ ਗਿਆ ਦਲਤਾਂ ਨੂੰ, ਇਹ ਗਲਤ ਹੈ। ਤੁਸੀਂ ਕੱਢੋ 1947 ਤੋਂ 67 ਤੱਕ ਇੱਕ ਵੀ ਸਹੂਲਤ ਨਹੀਂ ਦਿੱਤੀ ਕਾਂਗਰਸ ਪਾਰਟੀ ਨੇ ਦਲਤਾਂ ਨੂੰ, ਇੱਕ ਵੀ। 67 ਤੱਕ 67 ਚ ਪਹਿਲੀ ਵਾਰ ਸਾਡੀ ਸਰਕਾਰ ਬਣੀ ਸੀਗੀ, ਫਰੰਟ ਦੀ ਸਾਂਝੀ ਅਕਾਲੀ ਦਲ ਦੀ ਅਗਵਾਈ ਥੱਲੇ। ਉਦੋਂ ਸਾਰੀਆਂ ਸਹੂਲਤਾਂ, ਪੈਨਸ਼ਨ ਉਦੋਂ ਸ਼ੁਰੂ ਹੋਈ, ਧਰਮਸ਼ਾਲਾ ਉਦੋਂ ਬਣਨੀਆਂ ਸ਼ੁਰੂ ਹੋਈਆਂ। ਫਿਰ ਜਿੰਨੀਆਂ ਅਕਾਲੀ ਦਲ ਦੀਆਂ ਸਰਕਾਰਾਂ ਆਈਆਂ, ਚਾਹੇ 200 ਯੂਨਿਟ ਬਿਜਲੀ ਹੈ, ਚਾਹੇ ਆਟਾ ਦਾਲ ਹੈ, ਚਾਹੇ ਉਹ ਵਜੀਫੇ ਹੈ, ਚਾਹੇ ਸਗਨ ਸਕੀਮ ਹੈ, ਉਹ ਸਾਰੀਆਂ ਅਕਾਲੀ ਦਲ ਦੀ ਸਰਕਾਰ ਬਣ ਗਈ। ਕਾਂਗਰਸ ਨੇ ਕਦੇ ਦਿੱਤੀਆਂ ਨਹੀਂ। ਕੈਰੀ ਫਾਰਵਰਡ ਇਹਨਾਂ ਨੇ 51,000 ਕਰ ਦਿੱਤੀ ਸ਼ਗਨ ਸਕੀਮ। SC ST ਸਕਾਲਰਸ਼ਿਪ ਕਹਿੰਦੇ ਵੀ ਅਸੀਂ ਸ਼ੁਰੂ ਕੀਤੀ ਸੀ, ਕਾਂਗਰਸ ਨੇ ਸ਼ੁਰੂ ਕੀਤੀ, ਬੀਜੇਪੀ ਨੇ ਚਲਾਈ, ਫਿਰ ਅਸੀਂ ਚਲਾ ਰਹੇ ਹਾਂ। ਆਟਾ ਦਾਲ ਦੇ ਨਾਲ ਅਸੀਂ ਘਿਓ ਵੀ ਦੇ ਰਹੇ ਹਾਂ। ਇਹਨਾਂ ਨੇ ਤਾਂ ਕੈਰੀ ਫਾਰਵਰਡ ਕੀਤਾ ਨਾ, ਪਲੱਸ ਕਰਦੇ ਰਹੇ। ਵੰਡਤਾ ਕਾਂਗਰਸ ਨੇ, ਇਹ ਤਾਂ ਉਹਨਾਂ ਨੇ ਦਾਅਵਾ ਤਾਂ ਕਰਦੇ ਹੀ ਹੈ ਨਾ, ਦਾਅਵੇ ਕੀਤੇ ਆ ਨਾ, ਵੱਡਾ ਤਾਂ ਕੁਝ ਵੀ ਨਹੀਂ। ਦੇਖੋ, ਚੀਜ਼ ਸ਼ੁਰੂ ਕਰਨੀ ਔਖੀ ਹੁੰਦੀ ਹੈ, ਨਵੀਂ ਚੀਜ਼, ਇੱਕ ਨਵੀਂ ਮਿਸਾਲ ਪੈਦਾ ਕਰਨੀ ਔਖੀ ਹੁੰਦੀ ਹੈ। ਫਿਰ ਉਹ ਚੀਜ਼ ਜਦੋਂ ਚੱਲ ਪਈ ਉਹਨੂੰ ਕੋਈ ਬੰਦ ਨਹੀਂ ਕਰ ਸਕਦਾ। ਕਿਸੇ ਕਮਿਊਨਿਟੀ ਨੂੰ ਸਹੂਲਤ ਤੁਸੀਂ ਦੇ ਦਿਓ, ਬੰਦ ਨਹੀਂ ਉਹਨੂੰ ਕੋਈ ਕਰ ਸਕਦਾ ਮੁੜ ਕੇ। ਫਿਰ ਸਹੂਲਤਾਂ ਸ਼ੁਰੂ ਕਰਨ ਦੀ ਗੱਲ ਹੈ ਵੀ ਕਿਹਨੇ ਕੀਤੀਆਂ, ਕਿਹਨੂੰ ਖਿਆਲ ਆਇਆ, ਤੇ ਫਿਰ ਤਾਂ ਮਜਬੂਰੀ ਬਣ ਗਈ ਇਹਨਾਂ ਦੀ, ਤਾਂ ਫਿਰ ਦੇਣੀਆਂ। ਕੋਈ ਇਹਨਾਂ ਨੇ 4 ਨੂੰ ਦਿੱਤੀਆਂ ਨੇ, ਮਜਬੂਰੀ ਬਣ ਗਈ ਇਹਨਾਂ ਦੀ। ਹਾਂ ਨਹੀਂ, ਪਰ ਮੇਰਾ ਸਵਾਲ ਫਿਰ ਦੁਬਾਰਾ ਉੱਥੇ ਹੀ ਹੈ। ਮੈਂ ਇਹ ਕਹਿ ਰਿਹਾ ਕਿ ਸਾਰੀਆਂ ਪਾਰਟੀਆਂ ਦੇ ਵਿੱਚ ਦਲਿਤ ਆਗੂ ਹੈ ਨੇ, ਪਰ ਇਹ ਕਿਵੇਂ ਹੋ ਸਕਦਾ ਹੈ ਕਿ ਦਲਿਤ ਸਾਰਾ ਦਾ ਸਾਰਾ ਰਿਪਰੈਜ਼ੈਂਟੇਟਿਵ ਬਸਪਾ ਕਰ ਰਹੀ ਹੈ? ਇਹ ਤਾਂ ਕੋਈ ਸਿਧਾਂਤ ਨਹੀਂ ਹੈ ਜਾਂ ਇਹ ਕੋਈ ਜੁੜਿਆ ਹੋਇਆ ਨਹੀਂ ਹੈ। ਸਾਰੀਆਂ ਪਾਰਟੀਆਂ ਦੇ ਨਾਲ ਦਲਿਤ ਹੈ ਨਾ, ਫਿਰ ਤੁਹਾਨੂੰ ਕਿਵੇਂ ਲੱਗਦਾ ਕਿ ਦਲਿਤ ਆ ਜਾਏਗਾ? ਅਸੀਂ ਕਦੋਂ ਕਿਹਾ? ਅਸੀਂ ਤਾਂ ਕਿਹਾ ਅਸੀਂ ਬਸਪਾ ਨਾਲ ਸਮਝੌਤਾ ਕੀਤਾ। ਅਸੀਂ ਇਹ ਤਾਂ ਕਦੇ ਕਿਹਾ ਹੀ ਨਹੀਂ ਵੀ ਦਲਿਤ ਸਾਰਾ ਬਸਪਾ ਲੈ ਕੇ ਆਊਗੀ। ਅਸੀਂ ਨਹੀਂ ਕਿਹਾ ਕਦੇ। ਇਹੀ ਪ੍ਰਚਾਰ ਕਰਦੇ ਆ, ਕਾਂਗਰਸ ਵਾਲੇ ਕਰਦੇ, ਜਾਂ ਆਪ ਵਾਲੇ ਕਰਦੇ। ਅਸੀਂ ਤਾਂ ਕਦੇ ਕਿਹਾ ਹੀ ਨਹੀਂ। ਸਾਡਾ ਤਾਂ ਸਮਝੌਤਾ ਬਸਪਾ ਪਾਰਟੀ ਨਾਲ ਹੈ, ਬਹੁਜਨ ਸਮਾਜ ਪਾਰਟੀ ਨਾਲ ਕੀਤਾ। ਅਸੀਂ ਤਾਂ ਦਲਿਤ 2 ਘੱਟ ਆ ਵੱਧ ਆ, ਕੋਈ ਅਸੀਂ ਤਾਂ ਕਦੇ ਗਿਣਤੀ ਮਿਣਤੀ ਕੀਤੀ ਨਹੀਂ ਇਸ ਗੱਲ ਦੀ। ਉਹ ਤਾਂ ਦਲਿਤਾਂ ਨੂੰ ਜਿਹੜਾ ਪ੍ਰੋਗਰਾਮ ਚੰਗਾ ਲੱਗੇਗਾ, ਜੇ ਸਾਡਾ ਪ੍ਰੋਗਰਾਮ ਚੰਗਾ ਲੱਗੇਗਾ, ਕਿਉਂਕਿ ਇਸ ਤੋਂ ਬਾਅਦ ਪ੍ਰੋਗਰਾਮ ਬਣੇਗਾ, ਘੱਟੋ ਘੱਟ ਪ੍ਰੋਗਰਾਮ ਦੇ ਉੱਤੇ ਸਰਕਾਰ ਚੱਲੇਗੀ ਜਿਹੜੀ ਅਗਲੀ ਬਣੇਗੀ, ਉਹਦੇ ਤੇ ਇਲੈਕਸ਼ਨਾਂ ਲੜੀਆਂ ਜਾਣਗੀਆਂ, ਤੇ ਉਹ ਪ੍ਰੋਗਰਾਮ ਨੂੰ ਵੇਖਣਗੇ ਗਰੀਬ ਲੋਕ। ਜਿਨ੍ਹਾਂ ਜਿਹੜਾ ਚੰਗਾ ਲੱਗਿਆ, ਉਹ ਕਾਂਗਰਸ ਦਾ ਵੀ ਹੋਏਗਾ, ਸਾਡਾ ਵੀ ਹੋਏਗਾ, ਆਪ ਦਾ ਵੀ ਹੋਏਗਾ, ਬੀਜੇਪੀ ਦਾ ਵੀ ਹੋਏਗਾ, ਤੇ ਉਹਨੂੰ ਵੇਖ ਕੇ ਲੋਕੀ ਫਿਰ ਉਸ ਹਿਸਾਬ ਨਾਲ ਵੋਟਾਂ ਪਾਉਣਗੇ।
ਕਾਂਗਰਸ ਨੇ ਵੀ ਹੁਣੇ ਸਟੇਟਮੈਂਟ ਜਾਰੀ ਕੀਤੀ ਹੈ ਕਿ ਬਸਪਾ ਨਾ 30 ਨਾ 13 ਚ ਜੇ ਅਕਾਲੀ ਦਲ ਵੀ ਲੈ ਲੈਂਦਾ ਤਾਂ ਵੀ ਕੋਈ ਫਰਕ ਨਹੀਂ ਹੈ। ਹਾਰਨਾ ਫਿਰ ਉਦੋਂ ਦੇ ਬੋਲੀ ਕਿਉਂ ਜਾਂਦੇ ਆ? ਕਹਿੰਦੇ ਅਕਾਲੀ ਦਲ ਨੇ ਡੁੱਬਣਾ, ਨਾਲ ਬਸਪਾ ਨੂੰ ਵੀ ਲੈ ਡੁੱਬਣਾ। ਤੁਸੀਂ ਗੱਲ ਸੁਣ ਲਓ, ਜਦੋਂ ਦਾ ਸਮਝੌਤਾ ਪਰਸੋਂ ਦਾ ਹੋਇਆ, ਇਹ ਦੋਨੇ ਪਾਰਟੀਆਂ ਤਿੰਨੇ ਚੀਕੀ ਕਿਉਂ ਜਾਂਦੀਆਂ? ਪਹਿਲਾਂ ਬੋਲਦੀਆਂ ਨਹੀਂ ਸੀ, ਪਹਿਲਾਂ ਤਾਂ ਬਸਪਾ ਦਾ ਨਾਮ ਹੀ ਨਹੀਂ ਸੀ ਲੈਂਦੀਆਂ, ਤੇ ਹੁਣ ਉਦੋਂ ਦੀਆਂ ਘਬਰਾਹਟ ਚ ਕਿਉਂ ਹੈ? ਜੇ ਹੈ ਨਹੀਂ ਉਹਨਾਂ ਦੇ ਕੋਲੇ ਕੁਝ, ਫਿਰ ਇਹਨਾਂ ਨੂੰ ਤਾਂ ਫਿਰ ਫਿਕਰ ਹੀ ਨਹੀਂ ਕਰਨਾ ਚਾਹੀਦਾ। ਫਿਰ ਕਿਉਂ ਫਿਕਰ ਕਿਉਂ ਕਰਦੀਆਂ? ਉਦੋਂ ਦੀਆਂ ਲੱਗੀਆਂ ਪਈਆਂ ਪ੍ਰੈਸ ਕਾਨਫਰੰਸਾਂ ਕਰਦੀਆਂ, ਕਦੇ ਉਹਨਾਂ ਨੂੰ ਮਾੜਾ ਕਹਿੰਦੀਆਂ ਨੇ, ਕਦੇ ਕਹਿੰਦੀਆਂ ਉਹਨਾਂ ਨਾਲ ਅਦਾਲਤ ਹੈ ਨਹੀਂ, ਤੇ ਫਿਰ ਇਹਨਾਂ ਨੂੰ ਕਾਹਦੀ ਚਿੰਤਾ? ਫਿਰ ਹੈ ਨਹੀਂ ਤਾਂ ਇਹਨਾਂ ਨੂੰ ਫਿਕਰ ਨਾ, ਇਹ ਤਾਂ ਸਗਾ ਮੌਜ ਨਾਲ ਬੈਠਣ, ਫਿਰ ਕਾਹਦਾ ਫਿਕਰ ਹੈ? ਫਿਕਰ ਹੈਗਾ ਤਾਂ ਹੀ ਘਬਰਾਈਆਂ ਹੋਈਆਂ, ਇੰਨੀ ਬਿਆਨਬਾਜ਼ੀ ਕਰਦੀਆਂ ਨਹੀਂ। ਅੱਗੇ ਨਾ ਇਹਨਾਂ ਨੇ ਬਿਆਨਬਾਜ਼ੀ ਕੀਤੀ ਅੱਜ ਤਾਈਂ ਕਦੇ ਇਸ ਤੋਂ ਪਹਿਲਾਂ ਵੀ ਗਾਏ ਬਗਾਹੇ ਇਹ ਚਰਚਾ ਚੱਲਦੀ ਰਹਿੰਦੀ ਸੀ ਕਿ ਬਸਪਾ ਨਾਲ ਤੁਹਾਡਾ ਸਮਝੌਤਾ ਹੋ ਸਕਦਾ, ਤੁਹਾਡਾ ਸਮਝੌਤਾ ਹੋ ਸਕਦਾ। ਹਰ ਇਲੈਕਸ਼ਨ ਦੇ ਵਿੱਚ ਇਹ ਚਰਚਾ ਰਹਿੰਦੀ ਸੀ, ਪਰ ਕਦੇ ਸਿਰੇ ਨਹੀਂ ਚੜ ਪਾਇਆ, ਨੇਪਰੇ ਨਹੀਂ ਚੜ ਪਾਇਆ। ਇਹਦੇ ਵਿੱਚ ਮਾਸਟਰ ਪਲਾਨ ਕਿਹਦਾ ਸੀਗਾ ਕਿ ਬਸਪਾ ਨਾਲ ਸਮਝੌਤਾ ਕਰੀਏ? ਮਾਇਆਵਤੀ ਦਾ ਪਲਾਨ ਸੀ, ਸੁਖਬੀਰ ਬਾਦਲ ਹੋਣਾ ਦਾ ਸੀ, ਦਲਿਤ ਆਗੂਆਂ ਦਾ ਸੀ, ਨਰੇਸ਼ ਗੁਜਰਾਲ ਦਾ ਸੀ? ਕਿਹਦਾ ਇਹ ਆਈਡੀਆ ਸੀਗਾ ਕਿ ਹੁਣ ਸਾਨੂੰ ਇਹ ਸਮਝੌਤਾ ਕਰ ਲੈਣਾ ਚਾਹੀਦਾ? ਜਿੰਨਾ ਚਿਰ ਸਾਡੀ ਭਾਰਤੀ ਜਨਤਾ ਪਾਰਟੀ ਨਾਲ ਸਾਂਝ ਸੀ, ਉਹਨਾਂ ਚਿਰ ਨਾ ਸਾਡੇ ਨਾਲ ਕਮਿਊਨਿਸਟ ਆਉਣਾ ਚਾਹੁੰਦੇ ਸੀ ਤੇ ਨਾ ਬਸਪਾ ਆਉਣੀ ਚਾਹੁੰਦੀ ਸੀ। ਕਹਿੰਦੀ ਸੀ ਰਲਣਾ ਨਹੀਂ, ਜਿੰਨਾ ਚਿਰ ਤੁਸੀਂ ਇਹਨਾਂ ਨਾਲ ਰਲੋਗੇ ਅਸੀਂ ਨਹੀਂ ਰਲਣਾ। ਜਦੋਂ ਸਮਝੌਤਾ ਟੁੱਟ ਗਿਆ, ਫਿਰ ਬੈਠ ਕੇ ਵਿਚਾਰ ਕੀਤੀ ਵੀ ਜੇ ਆਪਾਂ ਇਕੱਲੇ ਵੀ ਲੜਨਾ, ਤਿਆਰੀ ਕਰੋ ਸਾਰੀਆਂ 117 ਸੀਟਾਂ ਤੇ। ਪਰ ਜੇ ਕਿਸੇ ਹੋਰ ਪਾਰਟੀਆਂ ਨਾਲ ਆਪਣਾ ਸਮਝੌਤਾ ਹੋ ਜਾਂਦਾ ਹੈ, ਜਿਹੜੀਆਂ ਕਿ ਕਾਂਗਰਸ ਦੇ ਨੇੜੇ ਨਹੀਂ ਹੈਗੀਆਂ, ਜਾਂ ਆਪਣੀ ਸੋਚ ਮਿਲਦੀ ਹੈ ਜਿਨ੍ਹਾਂ ਦੇ ਨਾਲ, ਜਿਨ੍ਹਾਂ ਨਾਲ ਆਪਣਾ ਪਹਿਲਾਂ ਵੀ ਰਹੇ ਆ ਸਮਝੌਤੇ, ਚਾਹੇ ਕਮਿਊਨਿਸਟ ਹੈ ਚਾਹੇ ਬਸਪਾ ਹੈ, ਉਹਨਾਂ ਨਾਲ ਆਪਾਂ ਗੱਲ ਚਲਾ ਕੇ ਵੇਖ ਲਓ। ਇਹ ਪਾਰਟੀ 'ਚ ਬੈਠ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਥੱਲੇ ਹੋਇਆ ਸੀ, ਤੇ ਪਾਰਟੀ ਨੇ ਹਰੀ ਝੰਡੀ ਦੇਤੀ ਸੀ ਕਿ ਕਰੋ ਸਮਝੌਤਾ ਜੀ, ਬਸਪਾ ਨਾਲ ਵੀ ਗੱਲਬਾਤ ਕਰੋ ਤੇ ਦੋਨੇ ਕਮਿਊਨਿਸਟ ਪਾਰਟੀਆਂ ਨਾਲ ਵੀ ਕਰੋ। ਇਹ ਪ੍ਰਧਾਨ ਜੀ ਦੀ ਅਗਵਾਈ ਥੱਲੇ ਸਾਰੀ ਕੋਰ ਕਮੇਟੀ ਨੇ ਉਹਨਾਂ ਨੂੰ ਇਖਤਿਆਰ ਦਿੱਤੇ ਸੀ ਵੀ ਜੋ ਮਰਜ਼ੀ ਫੈਸਲਾ ਕਰੋ, ਸਾਰੀ ਪਾਰਟੀ ਉੱਤੇ ਫੁੱਲ ਚੜਾਏਗੀ। ਮਲੂਕਾ ਸਾਹਿਬ, ਤੁਸੀਂ ਬੀਜੇਪੀ ਦੇ ਨਾਲ ਗੱਠਜੋੜ ਤੁਹਾਡਾ ਲੰਬਾ ਚੱਲਿਆ, ਤੁਸੀਂ ਲਗਾਤਾਰ ਇਹ ਕਹਿੰਦੇ ਰਹੇ 9 ਮਾਸ ਦਾ ਰਿਸ਼ਤਾ ਜੀ, 9 ਮਾਸ ਦਾ ਰਿਸ਼ਤਾ। ਉਹ 9 ਮਾਸ ਦਾ ਰਿਸ਼ਤਾ ਤੜਕ ਕਰਕੇ ਟੁੱਟ ਗਿਆ। ਫਿਰ ਦੁਬਾਰਾ ਤੁਸੀਂ ਰਿਸਕ ਨਹੀਂ ਲੈ ਰਹੇ, ਉਸ ਪਾਰਟੀ ਦੇ ਨਾਲ ਤੁਸੀਂ ਸਮਝੌਤਾ ਕੀਤਾ, ਤੁਸੀਂ ਕਹਿੰਦੇ ਹੋ ਕਿ ਅਸੀਂ ਉਸ ਪਾਰਟੀ ਦੇ ਲਈ ਸਭ ਕੁਝ ਕੀਤਾ, ਉਸ ਪਾਰਟੀ ਨੇ ਤੁਹਾਡੇ ਲਈ ਕੀਤਾ। ਮਤਲਬ ਹਾਲੇ ਤਾਂ ਤੁਹਾਨੂੰ ਜੁਮਾ 4 ਦਿਨ ਵੀ ਨਹੀਂ ਹੋਏ ਗੱਠਜੋੜ ਤੋੜਿਆ, ਦੁਬਾਰਾ ਇੱਕ ਹੋਰ ਰਿਸਕ ਲੈਣ ਜਾ ਰਹੇ, ਇੱਕ ਹੋਰ ਗੱਠਜੋੜ ਕਰਕੇ। ਇਹਦੀ ਕੀ ਗਾਰੰਟੀ ਹੈ? ਇਹਦੀ ਕੀ ਗਾਰੰਟੀ ਹੈ ਕਿ ਇਹ ਵੀ ਇਸੇ ਤਰ੍ਹਾਂ ਚੱਲੇਗਾ? ਇਸ ਗੱਲ ਦੀ ਕੋਈ ਗਾਰੰਟੀ ਹੈ ਕਿ ਚੋਣਾਂ ਜਿੱਤਣ ਤੋਂ ਬਾਅਦ ਜੇ ਬਸਪਾ 4 ਸੀਟਾਂ ਵੱਧ ਲੈ ਜਾਂਦੀ ਹੈ ਤੇ ਤੁਹਾਨੂੰ ਸਪੋਰਟ ਕਰਨ ਦੀ ਬਜਾਏ ਜੇ ਉਹਨੇ ਆਮ ਆਦਮੀ ਪਾਰਟੀ ਨੂੰ ਸਪੋਰਟ ਕਰਤੀ, ਜੇ ਉਹਨੇ ਕਾਂਗਰਸ ਨੂੰ ਸਪੋਰਟ ਕਰਤੀ, ਫਿਰ? ਹਰਪ੍ਰੀਤ ਜੀ, ਗਰੰਟੀ ਬੰਦੇ ਦੀ ਹੈਗੀ ਹੈ। ਇੱਥੇ ਬੈਠੇ ਬੈਠੇ ਪਤਾ ਨਹੀਂ ਬਿੰਦਕ ਨੂੰ ਕੀ ਹੋ ਜੇ। ਗਰੰਟੀ ਤਾਂ ਕਿਸੇ ਚੀਜ਼ ਦੀ ਵੀ ਨਹੀਂ ਹੈਗੀ, ਸਿਆਸਤ ਦੀ ਤਾਂ ਛੱਡੋ, ਗਰੰਟੀ ਤਾਂ ਬੰਦੇ ਦੀ ਜ਼ਿੰਦਗੀ ਦੀ ਨਹੀਂ ਹੈਗੀ। ਪਰ ਇਹ ਤਾਂ ਕਿੰਗ ਪਿਨ ਤਾਂ ਮੌਕੇ ਤੇ ਬਦਲਦੇ ਹੀ ਰਹਿੰਦੇ ਨੇ। ਸਿਆਸਤ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਸਾਹਿਬ, ਜਦੋਂ ਸਰਕਾਰ ਬਣਾਉਣ ਲਈ 4 ਸੀਟਾਂ ਚਾਹੀਦੀਆਂ ਹੋਣ, ਅਸਲ ਵਕਤ ਤਾਂ ਹੀ ਪਤਾ ਲੱਗਦੀ ਹੈ, ਅਸਲ ਇਮਾਨਦਾਰੀ ਤਾਂ ਹੀ ਪਤਾ ਲੱਗਦੀ ਹੈ। ਸਮਝੌਤੇ ਕਰਨੇ ਪੈਂਦੇ ਆ, ਵਿਸ਼ਵਾਸ ਵੀ ਕਰਨਾ ਪੈਂਦਾ ਹੈ। ਕਈ ਵਾਰੀ 100% ਸਿਰੇ ਚੜ ਜਾਂਦਾ, ਕਈ ਵਾਰੀ ਨਹੀਂ ਵੀ ਚੜਦਾ। ਦੋਨੇ ਗੱਲਾਂ ਸਿਆਸਤ ਦੇ ਵਿੱਚ ਵਿਚਾਰ ਹੋਇਆ ਹੋਇਆ। ਸਿਆਸਤ ਦੇ ਵਿੱਚ ਹਰ ਚੀਜ਼ ਜਦੋਂ ਪਾਰਟੀ ਕਿਸੇ ਨਾਲ ਸਮਝੌਤਾ ਕਰਦੀ ਹੈ, ਹਰ ਤਰ੍ਹਾਂ ਦੇ ਵਿਚਾਰ ਕਰਦੀ ਹੈ। ਨਹੀਂ ਕਿ ਵਿਚਾਰ ਬਹੁਤ ਵਿਚਾਰ ਹੋਇਆ, ਕਈ ਦਿਨ ਹੋਇਆ, ਐ ਸੌਖਾ ਨਹੀਂ। ਪੂਰੀ ਖੁੱਲ ਕੇ ਵਿਚਾਰ ਹੋਈ, ਸਾਰਿਆਂ ਨੂੰ ਮੌਕਾ ਦਿੱਤਾ ਗਿਆ ਰਾਏ ਕਰਨ ਦਾ, ਖੁੱਲ ਕੇ ਸਾਰਿਆਂ ਦੇ ਵਿਚਾਰ ਲਏ ਗਏ, ਐਮਐਲਏ ਤੱਕ ਵਿਚਾਰ ਲਏ ਗਏ। ਨਹੀਂ ਕਿ ਵਿਚਾਰ ਤੋਂ ਬਿਨਾਂ ਨਹੀਂ ਸਮਝੌਤਾ ਹੁੰਦਾ। ਪਾਰਟੀ ਪ੍ਰਧਾਨ ਨੇ ਖੁੱਲਾ ਬੰਦ ਦਿੱਤਾ ਕਿ ਸਾਰੇ ਰਾਏ ਦਿਓ, ਫੇਰ ਨਾ ਕੱਲ ਨੂੰ ਕੋਈ ਆਖੋ ਐ ਨਹੀਂ ਐ ਹੋ ਗਿਆ। ਜਿੱਥੋਂ ਤੱਕ ਹੁਣ ਤੁਸੀਂ ਸਾਨੂੰ 9 ਮਾਸ ਦੇ ਰਿਸ਼ਤੇ ਦੀ ਕਰ ਦਿੰਦੇ ਆ, ਅਸੀਂ ਤਾਂ ਨਹੀਂ ਤੋੜਿਆ ਸਮਝੌਤਾ। ਜੇ ਤੁਸੀਂ ਉਹ ਤੋੜਿਆ ਨਾ, ਨਹੀਂ ਗੱਠਜੋੜ ਤਾਂ ਤੁਸੀਂ ਨਿਕਲੇ ਹੋ, ਗੱਠਜੋੜ ਤੋਂ ਐਨਡੀਏ ਤਾਂ ਉੱਥੇ ਹੀ ਖੜਾ ਹੈ, ਤੁਸੀਂ ਨਿਕਲ ਗਏ ਬਾਹਰ। ਗੱਠਜੋੜ ਚ ਅਸੀਂ ਕਿਉਂ ਨਿਕਲੇ? ਗੱਠਜੋੜ ਕਾਹਦਾ? ਜੇ ਗੱਠਜੋੜ ਦੇ ਵਿੱਚ ਕਿਸੇ ਦੀ ਵਿਰੋਧੀ ਦੀ, ਵੇਖੋ ਵਾਜਪਾਈ ਸਾਹਿਬ ਨਾਲ ਸਮਝੌਤਾ ਹੋਇਆ ਸੀ ਬਾਲ ਸਾਹਿਬ ਦਾ 96 ਤੋਂ ਬਾਅਦ 97 ਦੇ ਵਿੱਚ ਹੋ ਗਿਆ। 96 ਚ ਹੀ ਹੋ ਗਿਆ ਸੀ, ਚਲੋ 97 ਤੋਂ ਸ਼ੁਰੂਆਤ ਆਪਾਂ 97 ਤੋਂ ਕਰ ਲਓ। ਉਦੋਂ ਵੀ ਜਦੋਂ ਇੱਕ ਬੋਰਡ ਦੀ ਪੰਗਾ ਸੀ, ਉਦੋਂ ਵੀ ਅਸੀਂ ਇਹਨਾਂ ਦੇ ਨਾਲ ਖੜੇ ਰਹੇ। ਜੇ ਹੁਣ ਮੋਦੀ ਸਾਹਿਬ ਆਏ, ਮੈਂ ਸਤਿਕਾਰ ਕਰਦਾ ਐਜ ਪ੍ਰਾਈਮ ਮਿਨਿਸਟਰ, ਕਲੀਅਰ ਮੈਜੋਰਟੀ, ਮੈਂ ਨਹੀਂ ਕਹਿੰਦਾ ਮੋਦੀ ਸਾਹਿਬ ਦਾ ਨਾਂ ਕਿਸੇ ਨੇ ਨਹੀਂ ਸੀ ਲਿਆ, ਇਵਨ ਸ਼ਿਵ ਸੈਨਾ ਨੇ ਵੀ ਸੀ ਲਿਆ, ਅਸੀਂ ਲਿਆ ਸੀ ਵੀ ਕੋਈ ਗੱਲ ਨਹੀਂ, ਸਾਨੂੰ ਤਾਂ ਪ੍ਰਵਾਨ ਹੈ। ਬੀਜੇਪੀ ਜਿਹਨੂੰ ਮਰਜ਼ੀ ਚੁਣਿਆ ਉਹਦਾ ਲੀਡਰ, ਸਾਡਾ ਕੀ ਰੌਲਾ? ਸਾਡਾ ਸਮਝੌਤਾ ਬੀਜੇਪੀ ਨੇ ਕਿ ਏ ਨੂੰ ਚੁਣਦੀ ਹੈ, ਬੀ ਨੂੰ ਚੁਣਦੀ ਹੈ, ਸਾਨੂੰ ਕੋਈ ਨਹੀਂ। ਮੋਦੀ ਦੇ ਖਿਲਾਫ ਕਾਫੀ ਸੁਰਾਂ ਉੱਠੀਆਂ ਸੀਗੀਆਂ, ਅਸੀਂ ਫਿਰ ਵੀ ਉਹਦੇ ਨਾਲ ਖੜ ਗਏ। 7 ਸਾਲ ਹੋ ਗਏ ਸਰਕਾਰ ਬਣੀ ਨੂੰ ਦਿੱਲੀ ਦੇ ਵਿੱਚ, 5 ਸਾਲ ਪਹਿਲੇ 2 ਹੁਣ ਹੋ ਗਏ, 7 ਸਾਲ ਹੋ ਗਏ। ਐਨਡੀਏ ਨੂੰ ਪੁੱਛੋ ਕਦੇ ਸੱਦਿਆ ਕਿਸੇ ਖਾਣੇ ਤੇ, ਜਾਂ ਕਦੇ ਵਾਜਪਾਈ ਸਾਹਿਬ ਵੇਲੇ ਸਾਲ 'ਚ 2 ਵਾਰੀ ਮੀਟਿੰਗ ਬੈਠਦੀ ਸੀ ਐਨਡੀਏ ਦੀ, ਉੱਥੇ ਰਾਏ ਕੀਤੀ ਜਾਂਦੀ ਸੀ, ਉਹ ਰਾਏ ਨੂੰ ਸਿਰੇ ਚੜਾਇਆ ਜਾਂਦਾ ਸੀ। ਪਹਿਲੀ ਗੱਲ ਤਾਂ ਹੁਣ ਐਨਡੀਏ ਨਹੀਂ ਕੋਈ ਰਹੀ। 7 ਸਾਲ ਤੁਸੀਂ ਬਰਦਾਸ਼ਤ ਕਿਉਂ ਕਰਦੇ ਰਹੇ? ਮੈਨੂੰ ਸੁਣਤਾ ਲਓ ਨਾ, ਮੈਨੂੰ ਲੱਗਦਾ ਵੀ ਕੱਲਾ ਆਪਣੇ ਜੋ ਬਿਹਾਰ ਵਾਲੇ ਰਹਿ ਗਏ ਵਿਚਾਰਾ, ਉਹੀ ਰਹਿ ਗਿਆ ਕੱਲਾ, ਉਹ ਵੀ ਮੁੱਖ ਮੰਤਰੀ ਹੈ ਨਤੀਸ਼, ਮੈਨੂੰ ਲੱਗਦਾ ਤਾਂ ਰਹਿ ਗਿਆ, ਨਹੀਂ ਸ਼ਾਇਦ ਉਹ ਵੀ ਟੁੱਟ ਜਾਂਦਾ। ਇਹਨਾਂ ਨੇ ਸਾਰੇ ਭੱਜ ਕੇ, ਇਹਨਾਂ ਨੂੰ ਸੋਚਣਾ ਚਾਹੀਦਾ ਵੀ ਸਾਰੇ ਸਾਡੇ ਸਾਥੀ ਇੰਨੇ ਪੁਰਾਣੇ ਸਾਨੂੰ ਕਿਉਂ ਛੱਡੀ ਜਾਂਦੇ ਆ? ਸ਼ਿਵ ਸੈਨਾ ਲੈ ਲਓ, ਅਸੀਂ ਲੈ ਲਓ, ਹੋਰ ਪਾਰਟੀਆਂ ਕਿਉਂ ਛੱਡੀ ਜਾਂਦੇ? ਤੇ ਇਹਨਾਂ ਨੂੰ ਵਿਚਾਰ ਕਰਨਾ ਚਾਹੀਦਾ, ਹੰਕਾਰ ਛੱਡ ਦੇਣਾ ਚਾਹੀਦਾ ਵੀ ਅਸੀਂ 300 ਸੀਟ ਜਿੱਤ ਗਏ, ਹੁਣ ਸਾਨੂੰ ਕਿਸੇ ਦੀ ਲੋੜ ਨਹੀਂ, ਕੱਲ ਨੂੰ ਲੋੜ ਪੈ
ਸਕਦੀ ਹੈ, ਉਹਨਾਂ ਨੂੰ ਕਰਨਾ ਚਾਹੀਦਾ ਸੀ। ਪਰ ਚਲੋ ਅਸੀਂ ਤਾਂ ਫਿਰ ਵੀ ਮੈਂ ਕਿਹਾ ਸਬਰ ਕੀਤਾ, ਅਸੀਂ ਫਿਰ ਵੀ ਗੱਠਜੋੜ ਨਿਭਾਉਣ ਦੀ ਖਾਤਰ ਵੀ ਸਾਨੂੰ ਨਹੀਂ ਸੱਦਿਆ 7 ਸਾਲ, ਅਸੀਂ ਤਾਂ ਵੀ ਸਬਰ ਕੀਤਾ, ਸਾਡੀਆਂ ਕਈ ਗੱਲਾਂ ਨਹੀਂ ਮੰਨੀਆਂ, ਅਸੀਂ ਤਾਂ ਵੀ ਸਬਰ ਕੀਤਾ ਵੀ ਸਾਡੇ ਸਿਰ ਲਾਂਭਾ ਨਾ ਆਵੇ। ਜਦੋਂ ਹੁਣ ਫਿਰ ਪੰਜਾਬ ਦਾ ਸਿੱਧਾ ਮਸਲਾ ਹੀ ਕਿਸਾਨੀ ਦਾ ਆ ਗਿਆ, ਪੰਜਾਬ ਦੀ ਦਾ, ਤੇ ਫਿਰ ਜਦੋਂ ਸਾਡੇ ਨਾਲ ਵਾਅਦੇ ਕਰਕੇ ਮੁੱਕਰ ਗਏ, ਪਹਿਲਾਂ ਕਹਿੰਦੇ ਜੀ ਅਸੀਂ ਪਾਰਲੀਮੈਂਟ ਦੇ ਵਿੱਚ ਬਿੱਲ ਨਹੀਂ ਲਿਆਉਂਦੇ ਉਹਨਾਂ ਚਿਰ ਜਿੰਨਾ ਚਿਰ ਤੁਹਾਡੀ ਤਸੱਲੀ ਨਹੀਂ ਹੁੰਦੀ, ਬਿੱਲ ਵੀ ਪਹਿਲੇ ਦਿਨਾਂ 'ਚ ਹੀ ਲਿਆਏ, ਮਗਰੋਂ ਨਹੀਂ ਲਿਆ ਸਕਦੇ ਸੀ। ਫਿਰ ਬਿੱਲ ਅਸੀਂ ਕਿਹਾ ਡੈਫਰ ਕਰ ਦਿਓ, ਉਹ ਵੀ ਨਹੀਂ ਸੁਣੀ, ਅਸੀਂ ਕਿਹਾ ਇਹਨੂੰ ਲੇਟ ਕਰ ਦਿਓ 6 ਮਹੀਨੇ, ਉਹ ਵੀ ਨਹੀਂ, ਤੇ ਮਗਰੋਂ 2 ਸਾਲ 1.5 ਸਾਲ ਲੇਟ ਕਰਨ ਨੂੰ ਤਿਆਰ ਹੋ ਗਏ ਕਿ ਨਹੀਂ ਹੋ ਗਏ। ਤੇ ਫਿਰ ਪਹਿਲੇ ਤਾਂ ਕੋਈ ਐਮਰਜੈਂਸੀ ਨਹੀਂ, ਫਿਰ ਸਾਡੇ ਵੇਲੇ 6 ਮਹੀਨੇ ਕਰ ਦਿੰਦੇ ਤੇ ਆ ਨੌਬਤ ਆਉਂਦੀ ਨਹੀਂ ਸੀ ਫਿਰ। ਤੇ ਫਿਰ ਉਹ ਉੱਥੇ ਜਿਹੜੀਆਂ ਤੁਸੀਂ ਸੀਟਾਂ ਦਿੱਤੀਆਂ ਉਹ ਹਲਕਾ ਜਿਹਾ ਐਨਾਲਿਸਿਸ ਅਸੀਂ ਵੀ ਕੀਤਾ ਉਹਨਾਂ ਸੀਟਾਂ ਤੇ। ਤੁਸੀਂ ਕਹਿੰਦੇ ਹੋ ਕਿ ਬੜੀ ਵਿਚਾਰ ਚਰਚਾ ਹੁੰਦੀ ਹੈ, ਪਰ ਸਾਨੂੰ ਸੁਣ ਕੇ ਬੜੀ ਹੈਰਾਨਗੀ, ਦੇਖ ਕੇ ਬੜੀ ਹੈਰਾਨਗੀ ਹੋਈ। ਤੁਸੀਂ ਤਾਂ ਬਸਪਾ ਨੂੰ ਉਹ ਵੀ ਸੀਟਾਂ ਦਿੱਤੀਆਂ ਹੋਈਆਂ ਜਿੱਥੇ ਬਸਪਾ ਦਾ ਕੋਈ ਆਧਾਰ ਹੀ ਨਹੀਂ ਹੈਗਾ, ਬਸਪਾ ਨੂੰ ਕੋਈ ਵੋਟ ਹੀ ਨਹੀਂ ਹੈਗੀ ਹੈ ਉੱਥੇ, ਮਤਲਬ ਪਰਸੈਂਟੇਜ 'ਚ ਵੀ ਬਸਪਾ ਨਹੀਂ ਆਉਂਦੀ। ਫਿਰ ਇੰਨਾ ਵੱਡਾ ਰਿਸਕ ਤੁਸੀਂ ਕਿਵੇਂ ਲੈ ਲਿਆ? ਤੁਸੀਂ ਉਹ ਸੀਟਾਂ ਵੀ ਬਸਪਾ ਨੂੰ ਦੇਤੀਆਂ ਜਿੱਥੇ ਬਸਪਾ ਦਾ ਕੋਈ ਆਧਾਰ ਨਹੀਂ ਹੈ। ਤੁਹਾਨੂੰ ਐਂ ਲੱਗਦਾ ਹੈ ਤੁਹਾਡਾ 100% ਵੋਟਰ ਹੈ ਜਿਹੜਾ ਉਹ ਟਰਾਂਸਫਰ ਹੋ ਜਾਏਗਾ ਬਸਪਾ ਨੂੰ? ਵੇਖੋ, ਜਦੋਂ ਦੋਨੇ ਪਾਰਟੀਆਂ ਇਕੱਠੀਆਂ ਹੋ ਗਈਆਂ, ਹੁਣ ਉਹ ਨਾ ਬਸਪਾ ਤੇ ਨਾ ਅਕਾਲੀ ਦਲ, ਹੁਣ ਇਕੱਠਾ ਇੱਕ ਗੱਠਜੋੜ ਹੋ ਗਿਆ ਸਾਂਝਾ ਦੋਨਾਂ ਦਾ। ਹੁਣ ਅੱਡੋ ਅੱਡੀ ਵਰਕਰ ਨਹੀਂ ਹੈਗੇ, ਸਾਡੇ ਵਰਕਰ ਵੀ ਉਹਨਾਂ ਦੇ ਵਰਕਰ ਹੀ ਹੈ, ਉਹਨਾਂ ਦੇ ਵਰਕਰ ਸਾਡੇ ਵਰਕਰ ਹੈ, ਇਕੱਠੇ ਹੋ ਕੇ ਕੰਮ ਕਰਨਗੇ, ਜਿਹਨੂੰ ਵੀ ਟਿਕਟ ਮਿਲ ਗਈ ਇਕੱਠੇ ਹੋ ਕੇ ਜਿਤਾਉਣਗੇ। ਇਹ ਗੱਲ ਨਹੀਂ ਹੈਗੀ ਹੁਣ ਕਿ ਬਸਪਾ ਦਾ ਖੜਾ ਕਿ ਅਕਾਲੀ ਦਲ ਦਾ ਖੜਾ, ਫਿਰ ਤਾਂ ਕਦੇ ਜਿੱਤੀ ਨਹੀਂ ਹੋਣੀ। ਆਧਾਰ ਤਾਂ ਤੁਸੀਂ ਦੇਖਦੇ ਹੀ ਹੋ ਨਾ, ਤੁਸੀਂ ਹੁਣੇ ਕਿਹਾ ਕਿ ਬਸਪਾ ਦੀਆਂ ਬੜੀਆਂ ਥਾਵਾਂ ਤੇ ਵੋਟਾਂ, ਤੁਸੀਂ ਮੋਹਾਲੀ ਦੀ ਇੱਕ ਉਦਾਹਰਨ ਦਿੱਤੀ ਹੈ ਕਿ ਇੱਥੇ ਬਸਪਾ ਨੂੰ ਤੁਸੀਂ ਟਿਕਟ ਤੇ, ਇੱਥੇ ਦਲਿਤ ਭਾਈਚਾਰਾ ਬਹੁਤ ਹੈਗਾ। ਇਹ ਚੀਜ਼ਾਂ ਤਾਂ ਗਿਣਤੀਆਂ ਮਿਣਤੀਆਂ ਤਾਂ ਪਾਰਟੀਆਂ ਕਰਦੀਆਂ ਹੀ ਹੈ। ਮੈਂ ਸਿਰਫ ਇਹ ਸਮਝਣਾ ਚਾਹਨਾ ਕਿ ਇੱਕ ਨਵਾਂ ਉਮੀਦਵਾਰ ਹੋਏਗਾ ਉਸ ਸੀਟ ਦੇ ਉੱਤੇ, ਬਿਲਕੁਲ ਹੀ ਨਵਾਂ, ਜਿਹਦੇ ਬਾਰੇ ਕਿਸੇ ਨੂੰ ਸ਼ਾਇਦ ਚਰਚਾ ਵੀ ਨਾ ਹੋਈ ਹੋਵੇ, ਉਹਨੂੰ ਵੋਟ ਪੈ ਜਾਏਗੀ। ਨਹੀਂ, ਕਈ ਸੀਟਾਂ ਤੇ ਜਦੋਂ ਪਿਛਲੇ ਸਾਡਾ ਸਮਝੌਤਾ ਚੱਲਦਾ ਸੀ ਭਾਰਤੀ ਜਨਤਾ ਪਾਰਟੀ ਨਾਲ, ਉਹਨਾਂ ਦੀ ਵੋਟ ਹੈ ਨਹੀਂ ਸੀ, ਸਾਨੂੰ ਉਹ ਸੀਟਾਂ ਉਹਨਾਂ ਨੂੰ ਦਿੱਤੀਆਂ ਵੀ ਅਸੀਂ, ਫਿਰ ਵੀ ਉਹ ਜਿੱਦੇ ਵੀ ਰਹੇ, ਉਹ ਸੀਟਾਂ ਦਿੱਤੀਆਂ ਵੀ ਸੀ ਸਾਡੀਆਂ ਜਿੱਥੇ ਉਹਨਾਂ ਦੀ ਵੋਟ ਬੈਂਕ ਹੈ ਨਹੀਂ ਸੀਗਾ, ਸਾਡਾ ਹੀ ਵੋਟ ਬੈਂਕ ਜ਼ਿਆਦਾ ਸੀਗਾ। ਸੋ ਜਦੋਂ ਸਮਝੌਤੇ ਹੁੰਦੇ ਸਾਰੇ ਥਾਈਂ ਤਾਂ ਕੰਬੀਨੇਸ਼ਨ ਇਹ ਬਣਦਾ ਹੀ ਨਹੀਂ ਕਿ ਜਿਹੜਾ ਉਹਦਾ ਵੋਟ ਬੈਂਕ ਜ਼ਿਆਦਾ ਆ ਉਹਨੂੰ ਦੇਈਏ ਆਪਾਂ। ਜਦੋਂ ਪਾਰਟੀਆਂ ਹਲੇ ਥੱਲੇ ਆ ਵਿਚਾਰੀਆਂ, ਕਮਜ਼ੋਰ ਨੇ ਹਲੇ ਉਹਨਾਂ ਦੀ ਗਿਣਤੀ, ਤੇ ਉਹਨਾਂ ਦੇ ਇੰਨਾ ਵੋਟ ਬੈਂਕ ਜੇ ਹੋ ਜਾਏ ਤਾਂ ਫਿਰ ਉਹ ਇਕੱਲੇ ਲੜ ਲਿਆ ਕਰਨ, ਜਿੱਤ ਲਿਆ ਕਰਨ। ਸੋ ਵੋਟ ਬੈਂਕ ਨਹੀਂ ਅਸੀਂ ਵੇਖਿਆ ਕਿਹਦਾ ਘੱਟ ਆ ਕਿਹਦਾ ਵੱਧ ਆ, ਸੀਟਾਂ ਤੇ ਜਿੱਥੇ ਸਹਿਮਤੀ ਹੋ ਗਈ ਸਾਰਿਆਂ ਦੀ ਉਹ ਸੀਟਾਂ ਦੇਤੀਆਂ। ਅਕਾਲੀ ਦਲ ਵੀ ਇਸ ਵੇਲੇ ਉਹਨਾਂ ਦਾ ਹੀ ਵੋਟ ਬੈਂਕ ਹੈ, ਉਹਨਾਂ ਵਾਲਾ ਵੋਟ ਬੈਂਕ ਸਾਡਾ ਵੋਟ ਬੈਂਕ ਹੈ, ਇਹ ਕੋਈ ਵਿਤਕਰਾ ਨਹੀਂ ਹੋਏਗਾ। ਜਿਹਨੂੰ ਵੀ ਟਿਕਟ ਮਿਲੇਗੀ ਹਾਥੀ ਦੀ ਮੋਹਰ ਵੀ ਲੱਗੇਗੀ ਤੇ ਤਕੜੀ ਤੇ ਵੀ ਲੱਗੇਗੀ, ਐ ਡਟ ਕੇ ਲੱਗੇਗੀ। ਚਲੋ ਇੱਕ ਮੇਰਾ ਆਖਰੀ ਸਵਾਲ, ਗਰਾਊਂਡ ਤੱਕ ਹੁਣ ਤੱਕ ਦਾ ਮੈਸੇਜ ਪਹੁੰਚ ਚੁੱਕਿਆ ਹੋਏਗਾ ਕਿ ਸਾਡਾ ਇਹ ਸਮਝੌਤਾ ਹੈਗਾ, ਵਰਕਰਾਂ ਦੇ ਵਿੱਚ ਵੀ ਭਾਵੇਂ ਉਹ ਬਸਪਾ ਦੇ ਹੋਣ, ਬੜੀਆਂ ਥਾਵਾਂ ਤੇ ਅਸੀਂ ਦੇਖਿਆ ਕਿ ਢੋਲ ਨਗਾੜੇ ਨਾਲ ਨੱਚ ਗਾ ਵੀ ਰਹੇ ਨੇ, ਪਰ ਦਿੱਲੀ ਤੁਹਾਨੂੰ ਨਹੀਂ ਲੱਗਦਾ ਕਿ ਹਲੇ ਬੜੀ ਦੂਰ ਹੈ? ਬੜੀ ਛੇਤੀ ਤੁਸੀਂ ਜਸ਼ਨ ਮਨਾ ਰਹੇ ਹੋ ਜਾਂ ਬੜੀ ਛੇਤੀ ਤੁਸੀਂ ਉਤਸ਼ਾਹ ਨਾਲ ਭਰ ਗਏ ਹੋ? ਹਜੇ ਤਾਂ ਚੁਣੌਤੀਆਂ ਬਹੁਤ ਨੇ ਅੱਗੇ। ਦਿੱਲੀ ਜਾਣ ਦੀ ਖਾਤਰ ਕੋਈ ਤੁਰ ਕੇ ਜਾਂਦਾ ਹੈ, ਕੋਈ ਕਾਰ ਤੇ ਜਾਂਦਾ ਹੈ, ਕੋਈ ਸਾਈਕਲ ਤੇ ਜਾਂਦਾ ਹੈ, ਕੋਈ ਮੋਟਰਸਾਈਕਲ, ਕੋਈ ਹਾਥੀ ਤੇ ਸਵਾਰ, ਕੋਈ ਰੇਲ ਤੇ ਜਾਂਦਾ ਹੈ, ਕੋਈ ਜਹਾਜ਼ ਤੇ ਜਾਂਦਾ। ਦਿੱਲੀ ਤੇ ਜਾਣਾ ਹੀ ਹੈਗਾ, ਦਿੱਲੀ ਕੋਈ ਦੂਰ ਨਹੀਂ ਰਹੀ ਸਾਡੀ ਨਿਗਾਹ ਦੇ ਵਿੱਚ, ਹੁਣ ਦਿੱਲੀ ਦੂਰ ਨਹੀਂ ਰਹੀ। ਇਹ ਜਿੰਨਾ ਵਰਕਰਾਂ ਦੇ ਵਿੱਚ ਚਾਅ ਹੈ, ਵੇਖੋ ਵਰਕਰ ਉਹਦੀ ਕੰਮ ਕਰਦੇ ਆ, ਵਰਕਰ ਇੱਕ ਇਹੋ ਜਿਹੀ ਚੀਜ਼ ਹੈ ਹਰਪ੍ਰੀਤ ਜੀ ਤੁਹਾਨੂੰ ਦੱਸੀਏ, ਜੋ ਪਿੰਡ 'ਚ ਜ਼ੋਰ ਲਾ ਦੇਣ ਤਾਂ ਆਪਦੀਆਂ ਵੋਟਾਂ ਦੇ ਨਾਲ 100-200 ਵੋਟ ਹੋਰ ਪਵਾਇਆ ਆਉਂਦੇ ਆ। ਜੇ ਉਹ ਢਿੱਲੇ ਪੈ ਜਾਣ, ਨਿਰਾਸ਼ ਪੈ ਜਾਣ ਵੀ ਅਸੀਂ ਜਿੱਤਣਾ ਤਾਂ ਹੈ ਨਹੀਂ, ਆਪਣੀਆਂ ਵੀ ਨਹੀਂ ਪੈਂਦੀਆਂ, ਫਿਰ ਉਹ ਆਪਦੀਆਂ ਕੱਲੀਆਂ ਪਾਇਆ ਆਉਂਦੇ, ਸਹੁੰ ਖਾਣ ਦੇ ਮਾਰੇ ਚੁੱਪ ਕਰ ਜਾਂਦੇ ਆ। ਉਹਦੇ ਨਾਲ ਜਿਹੜੀ ਵੋਟ ਰਹਿ ਜਾਂਦੀ ਹੈ ਫਿਰ 500-700 ਪਿੰਡ 'ਚ ਪੈਣ ਵਾਲੀ, ਉਹ ਸਾਡੀ ਹੀ ਰਹਿ ਜਾਂਦੀ ਹੈ, ਜਾਂ ਜਿਹੜੀ ਪਾਰਟੀ ਦੇ ਵਰਕਰ ਢਿੱਲੇ ਹੁੰਦੇ ਉਹਨਾਂ ਦੀ ਰਹਿ ਜਾਂਦੀ ਹੈ, ਮੰਨ ਲਓ ਆਪਾਂ। ਸੋ ਵਰਕਰਾਂ ਦੇ ਵਿੱਚ ਜੋਸ਼ ਭਰਿਆ ਗਿਆ, ਜਿਹੜੀ ਸਭ ਤੋਂ ਖੁਸ਼ੀ ਵਾਲੀ ਗੱਲ ਹੈ। ਮੈਂ 2 ਦਿਨਾਂ ਦਾ ਹਲਕੇ 'ਚ ਹੀ ਆ, ਅੱਜ ਵੀ ਮੈਂ ਮੀਟਿੰਗ ਕਰਕੇ ਮੌੜ ਹਲਕੇ ਵਾਲਿਆਂ ਦੀ, ਕੱਲ ਮੈਂ ਰਾਮਪੁਰੇ ਵਾਲਿਆਂ ਦੀ ਕੀਤੀ ਸੀ। ਇੰਨਾ ਜੋਸ਼ ਆ ਵਰਕਰਾਂ 'ਚ, ਇੰਨੀ ਖੁਸ਼ੀ ਹੈ, ਪਿੰਡ ਲੱਡੂ ਵੰਡੀ ਜਾਂਦੇ ਆ, ਪਿੰਡ ਵਰਕਰ ਉੱਠ ਖੜੇ ਆ। ਜੇ ਮੈਂ ਤੁਹਾਨੂੰ ਦੱਸਿਆ ਇੱਕ ਸਾਡਾ ਵਰਕਰ ਹੀ ਆਪ ਨਾਲ ਚਲਾ ਗਿਆ ਸੀ, ਆਪ ਦੀ ਮਦਦ ਕਰਦਾ ਸੀ, ਮੈਨੂੰ ਮੇਰੇ ਉਲਟ ਬੋਲਦਾ ਸੀ, ਤੇ ਪਰਸੋਂ ਦਾ ਹੁਣ ਕਹਿੰਦਾ ਮੈਂ ਛੇਤੀ ਮਿਲਣਾ। ਇੰਨੀ ਤਬਦੀਲੀ ਹੈ, ਚੰਗਾ ਐਕਟਿਵ ਵਰਕਰ ਹੈ ਉਹ, ਇੰਨੀ ਤਬਦੀਲੀ ਹੈ ਕਿ ਹੁਣ ਉਹ ਖੁਦ ਟੈਲੀਫੋਨ ਕਰ ਰਿਹਾ, ਪਹਿਲਾਂ ਮੇਰੇ ਉਲਟ ਬੋਲਦਾ ਸੀ ਤੇ ਹੁਣ ਉਲਟ। ਇਹਦਾ ਮਤਲਬ ਉਹ ਵਰਕਰ ਜਿਹੜਾ ਦਾ ਸਾਇਲੈਂਟ ਬੈਠਾ ਸੀਗਾ, ਚੁੱਪ ਚਪੀਤਾ, ਕੋਈ ਅੰਦਰ ਖਾਤੇ ਕਿਸੇ ਨੂੰ ਵੀ ਸਾਡਾ ਕਿਹੜਾ ਇੱਥੇ ਬਹੁਤ ਜਾਂਦਾ ਲੜਦਾ ਹੈ, ਕੋਈ ਕਿਸੇ ਨਾਲ ਲਿਹਾਜ਼ ਪਾਈ ਬੈਠਾ ਸੀ, ਕੋਈ ਕਿਸੇ ਨਾਲ ਪਾਈ ਬੈਠਾ ਸੀ, ਕੋਈ ਕਿਸੇ ਨਾਲ। ਉਹ ਹੁਣ ਸਾਰੇ ਇਕੱਠੇ ਹੋ ਕੇ ਇੱਕ ਥਾਂ ਆ ਗਏ ਕਿ ਹੁਣ ਸਾਡੀ ਸਰਕਾਰ ਬਣ ਸਕਦੀ ਹੈ, ਅਸੀਂ ਸਰਕਾਰ 'ਚ ਹਿੱਸੇਦਾਰ ਬਣ ਸਕਦੇ ਹਾਂ, ਅਸੀਂ ਪਿੰਡ ਪੱਧਰ ਤੇ ਹਿੱਸੇਦਾਰ ਬਣ ਸਕਦੇ ਹਾਂ। ਤੁਹਾਨੂੰ ਲੱਗਦਾ ਕਿ ਬਸਪਾ ਨੂੰ ਹਾਲੇ ਤੱਕ ਉਹਦੇ ਵਰਕਰ ਨੂੰ ਇਹੀ ਲੱਗਦਾ ਸੀ ਕਿ ਅਸੀਂ ਵੋਟ ਤਾਂ ਪਾਣੀ ਆਪਣੀ ਪਾਰਟੀ ਨੂੰ, ਪਾਰਟੀ ਜਿੱਤੇ ਨਾ ਜਿੱਤੇ, ਕਿਉਂਕਿ ਉਹਨਾਂ ਨੂੰ ਵੀ ਪਤਾ ਸੀਗਾ ਕਿ ਮੁੱਖ ਧਾਰਾ ਦੇ ਵਿੱਚ ਪਾਰਟੀ ਕਦੇ ਆ ਨਹੀਂ ਸਕਦੀ, ਸਰਕਾਰ ਕਦੇ ਬਣ ਨਹੀਂ ਸਕਦੀ। ਹੁਣ ਨੂੰ ਇਹ ਲੱਗ ਰਿਹਾ ਕਿ ਉਹਦੀ ਸਰਕਾਰ ਵੀ ਬਣ ਸਕਦੀ ਹੈ। ਇਸ ਗੱਲ ਨਾਲ ਫਰਕ ਪੈਂਦਾ ਵੋਟਰ ਤੇ? ਉਹ ਫਰਕ ਪਿਆ। ਵੇਖੋ ਪਹਿਲਾਂ ਕੀ ਕਰਦੇ ਸੀ, ਜੇ ਮੈਂ ਜਿੱਥੇ ਤਾਂ ਇਹਨਾਂ ਦਾ ਬੰਦਾ ਲੜਦਾ ਸੀ ਬਹੁਜਨ ਦਾ, ਉੱਥੇ ਤਾਂ ਇਹਨਾਂ ਨੂੰ ਹੀ ਪਾਉਂਦੇ ਸੀ। ਉਹ ਜਿੱਥੇ ਨਹੀਂ ਲੜਦਾ ਸੀ ਉੱਥੇ ਕਾਂਗਰਸ ਨੂੰ ਵੀ ਪਾਉਂਦੇ ਸੀ, ਸਾਨੂੰ ਵੀ ਪਾਉਂਦੇ ਸੀ, ਆਪ ਵਾਲਿਆਂ ਨੂੰ ਵੀ ਪਾਉਂਦੇ ਸੀ, ਉੱਥੇ ਵੰਡ ਜਾਂਦੇ ਸੀ, ਜਿੱਧਰ ਲੋੜ ਕਿਸੇ ਨਾਲ ਲਿਹਾਜ਼ ਲੱਗੀ ਉਧਰੇ ਪਾਤੀ। ਹੁਣ ਉਹਨਾਂ ਨੂੰ ਕਲੀਅਰ ਹੋ ਗਿਆ ਕਿ ਸਾਡੀ ਸਰਕਾਰ ਬਣੂਗੀ ਪੰਜਾਬ ਦੇ ਵਿੱਚ, ਸਾਨੂੰ ਹਿੱਸਾ ਮਿਲੂਗਾ ਰਾਜ ਭਾਗ ਦੇ ਵਿੱਚ, ਚਾਹੇ ਪੰਚਾਇਤ 'ਚ ਮਿਲੇ, ਚਾਹੇ ਮਿਊਨਿਸਪੈਲਿਟੀ 'ਚ ਮਿਲੇ, ਮਾਰਕੀਟ ਕਮੇਟੀ 'ਚ ਮਿਲੇ, ਚੇਅਰਮੈਨ ਹੀ ਮਿਲੇ, MLA-ਸ਼ਿਪ
ਵੇਲੇ ਹੁਣ ਉਹਨਾਂ ਨੂੰ ਹੌਸਲਾ ਹੋ ਗਿਆ ਕਿ ਸਾਡੀ ਸਰਕਾਰ ਹੁਣ ਬਣੇਗੀ, ਸਾਡੇ ਬੰਦੇ ਵੀ ਜਿੱਤਣਗੇ, ਅਸੈਂਬਲੀ 'ਚ ਜਾਣਗੇ ਬਹੁਜਨ ਸਮਾਜ ਪਾਰਟੀ ਦੇ ਐਮਐਲਏ। ਹੁਣ ਇਸ ਕਰਕੇ ਉਹ ਹੌਸਲੇ 'ਚ ਹੋ ਗਏ ਨੇ, ਹੁਣ ਉਹ ਦਿਲੋਂ ਕੰਮ ਕਰ ਰਹੇ ਨੇ ਪੂਰਾ, ਜਿਵੇਂ ਸਾਡੇ ਵਰਕਰ ਵੀ ਹੌਸਲੇ 'ਚ ਹੋ ਗਏ ਪੂਰੇ ਵੀ ਯਾਰ ਜਿੱਤ ਹੁਣ ਨੇੜੇ ਆ, ਤਕੜੇ ਹੋ ਜਾਓ, ਤੇ ਉਵੇਂ ਜੇ ਕਿ ਉਹਨਾਂ ਦੇ ਵਰਕਰ ਵੀ ਹੌਸਲੇ 'ਚ ਹੋ ਗਏ ਕਿ ਅਸੀਂ ਐਤਕੀ ਅਸੈਂਬਲੀ 'ਚ ਵੜਾਂਗੇ ਜਾ ਕੇ। ਚਲੋ ਬਹੁਤ ਬਹੁਤ ਧੰਨਵਾਦ ਮਲੂਕਾ ਸਾਹਿਬ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਜਿੰਨਾ ਉਤਸ਼ਾਹ, ਜਿੰਨੀ ਆਸ ਤੁਹਾਨੂੰ ਹੈਗੀ ਹੈ, ਚਲੋ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਆਸਾਂ ਤੇ ਕਿੰਨੇ ਕੁ ਪੂਰੇ ਖਰੇ ਉਤਰਦੇ ਹੋ ਜਾਂ ਪੰਜਾਬੀ ਤੁਹਾਨੂੰ ਕਿੰਨਾ ਕੁ ਪਸੰਦ ਕਰਦੇ ਨੇ, ਖਾਸ ਤੌਰ ਤੇ ਇਸ ਗੱਠਜੋੜ ਨੂੰ। ਬਹੁਤ ਬਹੁਤ ਧੰਨਵਾਦ ਫਿਲਹਾਲ ਤੁਹਾਡਾ। ਸੋ ਇਸ ਪੂਰੇ ਸਥਿਤੀ ਦੇ ਵਿੱਚ, ਇਸ ਪੂਰੇ ਪ੍ਰਕਰਨ ਦੇ ਵਿੱਚ ਇੱਕ ਗੱਲ ਤਾਂ ਬਿਲਕੁਲ ਸਾਫ਼ ਹੈਗੀ ਹੈ ਕਿ ਸਿਆਸੀ ਗਰਮਜੋਸ਼ੀ ਬਹੁਤ ਵੱਧ ਗਈ ਹੈ ਪੂਰੇ ਪੰਜਾਬ ਦੇ ਵਿੱਚ। ਇਸ ਸਿਆਸੀ ਗੱਠਜੋੜ ਤੋਂ ਬਾਅਦ ਇਹ ਗਰਮਜੋਸ਼ੀ ਖਾਸ ਤੌਰ ਤੇ ਵਿਰੋਧੀ ਪਾਰਟੀਆਂ ਦੇ ਵਿੱਚ ਵੱਧ ਦੇਖਣ ਨੂੰ ਮਿਲ ਰਹੀ ਹੈ। ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਹੁਣ ਇਸ ਗੱਠਜੋੜ ਨੂੰ ਵੋਟਾਂ ਪੈਂਦੀਆਂ ਨੇ ਜਾਂ ਵਿਰੋਧੀ ਧਿਰ ਕੋਈ ਹੋਰ ਵਿਕਲਪ ਵੀ ਲੈ ਕੇ ਆਉਂਦੇ ਨੇ। ਇਹ ਆਉਣ ਵਾਲਾ ਸਮਾਂ ਹੀ ਦੱਸੇਗਾ। ਦੇਸ਼ ਦੁਨੀਆ ਦੇ ਬਾਕੀ ਖਬਰਾਂ ਲਈ ਬਣੇ ਰਹੋ ਪੀਟੀਸੀ ਨਿਊਜ਼ ਦੇ ਨਾਲ। ਧੰਨਵਾਦ। Presented by KEI Wires and Cables, हर टेंशन सही चलती रहे।